कई बार ਅਸੀਂ ਮੈਂ ਗੁਰਦੁਆਰੇ ਜਾਣਾ ਤਾਂ ਉਹਨਾਂ ਨੇ ਮੈਨੂੰ ਕਹਿ ਦੇਣਾ ਜੀ ਉਹ ਖੜੇ ਆ ਜਿਵੇਂ ਮੈਂ ਮਤਲਬ ਗੁਰਦੁਆਰਾ ਅੰਦਰ ਮੱਥਾ ਟੇਕਣ ਗਿਆ ਉਦੋਂ ਵੀ ਖੜੇ ਸੀ ਜਦੋਂ ਮੈਂ ਬਾਹਰ ਆਇਆ ਤੇ ਉਦੋਂ ਵੀ ਹੋਰ ਕਿਸੇ ਰਾਈਡ ਦੀ ਵੇਟ ਕਰ ਰਹੇ ਸੀ ਜੀ ਮਤਲਬ ਕਈ ਵਾਰ ਇਹ ਚੀਜ਼ਾਂ ਸੋਚਣੀਆਂ ਵੀ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਾਹਤੋਂ ਵੇਟ ਕਰ ਰਹੇ ਆ ਜਾਂ ਇਹਨਾਂ ਕੋਲੇ ਪੈਸੇ ਹੈ ਨਹੀਂ ਜਾਂ ਕੀ ਚੱਕਰ ਆ ਜਾਂ ਕਾਹਤੋਂ ਪਰ ਵਿੱਚ ਜਦੋਂ ਮੈਂ ਇਹਨਾਂ ਚੀਜ਼ਾਂ 'ਚ ਵੜ ਕੇ ਦੇਖਿਆ ਮਤਲਬ ਉਹਨਾਂ ਨੂੰ ਵਾਕਈ ਲੋੜ ਹੈਗੀ ਆ। ਜਦੋਂ ਅਮਰਜੀਤ ਜੀ ਲੋਕਾਂ ਨੇ ਕਿਸੇ ਤੋਂ ਸੇਵਾਵਾਂ ਲੈਣੀਆਂ ਹੁੰਦੀਆਂ ਖਾਸ ਕਰਕੇ ਰਾਈਡ ਦੀ ਫੈਸਿਲਿਟੀ ਜਿਹੜੀ ਕਿ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋ ਵੀ ਜਿਹਨੂੰ ਵੀ ਲੋੜ ਹੈ ਵੀ ਰਾਈਡ ਰੂਡੋ ਲੈ ਸਕਦੇ ਨੇ ਹਨਾ ਜਦੋਂ ਇਦਾਂ ਦਾ ਕੰਮ ਆਉਂਦਾ ਨਾ ਤਾਂ ਜ਼ਿਹਨ ਦੇ ਵਿੱਚ ਸ਼ਾਇਦ ਬੀਇੰਗ ਅ ਫੀਮੇਲ ਵੀ ਮੈਂ ਗੱਲ ਕਰ ਰਹੀ ਹਾਂ ਵੀ ਜਦੋਂ ਵੀ ਕਿਸੇ ਨੇ ਕਿਸੇ ਉਹ ਕਹਿ ਸਕਦੇ ਆ ਨਾ ਓਪਰੇ ਬੰਦੇ ਦੀ ਗੱਡੀ ਦੇ ਵਿੱਚ ਬੈਠਣਾ ਹੁੰਦਾ ਤਾਂ ਬੜੇ ਸਾਰੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ ਵੀ ਕੌਣ ਸ਼ਖਸ ਹੈ ਇਹਨੇ ਗੱਡੀ ਦੇ ਵਿੱਚ ਬੈਠਣਾ ਸੇਫ ਹੈ ਜਾਂ ਨਹੀਂ ਜਾਂ ਇਹ ਕਿਉਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਜਿਹੜਾ ਵੀ ਕੋਈ ਰਾਈਡ ਲਗਾਓ ਗੱਡੀ ਦੇ ਵਿੱਚ ਉਹ ਪੇਪਰ ਹੋਊਗਾ ਕਿਸੇ ਨੇ ਵੀ ਭੈਣ ਭਰਾ ਨੇ ਜਾਂ ਬਜ਼ੁਰਗ ਨੇ ਕਿਸੇ ਨੇ ਵੀ ਰਾਈਡ ਲੈਣ ਤੋਂ ਪਹਿਲਾਂ ਅਗਰ ਉਹ ਚੈੱਕ ਕਰਨਾ ਚਾਹਵੇ ਤਾਂ ਉਹ ਪੇਪਰ ਚੈੱਕ ਕਰ ਸਕਦਾ। ਸਾਡਾ ਕ੍ਰਿਮੀਨਲ ਰੈਕੋਰਡ ਜਿਹੜਾ ਹੈਗਾ ਸਾਡੇ ਕੋਲ ਸਿਟੀ ਵੱਲੋਂ ਲਾਇਸੈਂਸ ਅਪਰੂਵਡ ਹੈਗਾ ਜੀ ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਰਜਿਸਟਰੀ ਇਹਦੀ ਸੰਸਥਾ ਦੀ ਹੋਈ ਵੀ ਆ ਠੀਕ ਹੈ ਜੀ। ਮੈਨੂੰ ਨਹੀਂ ਲੱਗਦਾ ਕਿ ਇਸ ਪੇਪਰ ਵਰਕ ਤੋਂ ਬਾਅਦ ਸ਼ਾਇਦ ਕਿਸੇ ਲਈ ਵਿਸ਼ਵਾਸ ਕਰਨਾ ਕੋਈ ਔਖਾ ਹੋ ਜਾਏਗਾ। ਕੋਈ ਸਟੂਡੈਂਟਸ ਹੈ ਅਗਰ ਉਹਨੂੰ ਕੋਈ ਲੋੜ ਹੈ ਜਾਂ ਉਹਦਾ ਪ੍ਰੋਸੈਸ ਕਰਨਾ ਹੈ ਇਹਦੇ ਵਿੱਚ ਲੀਗਲ ਚੀਜ਼ ਕਿਵੇਂ ਫਿੱਟ ਆਉਂਦੀ ਹੈ ਤਾਂ ਤੁਸੀਂ ਕਿਵੇਂ ਉਸ ਚੀਜ਼ ਨੂੰ ਪਿਕ ਕਰਦੇ ਹੋ? ਜਿੱਦਾਂ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਆ ਉਹਨਾਂ ਨੂੰ ਜੇ ਇਮੀਗ੍ਰੇਸ਼ਨ ਰਿਲੇਟਡ ਕੋਈ ਇਸ਼ੂ ਹੈਗਾ ਆ ਫੋਰ ਐਗਜ਼ਾਮਪਲ ਉਹਨਾਂ ਨੇ ਸਕੂਲ ਚੇਂਜ ਕਰਨਾ ਆ ਉਹਨਾਂ ਦਾ ਇਮੀਗ੍ਰੇਸ਼ਨ ਨਾਲ ਲਿੰਕ ਬਣਾਉਣਾ ਆ ਕਿ ਸਕੂਲ ਚੇਂਜ ਕੀਤਾ ਹੈ ਉਹ ਦੱਸਣਾ ਆ ਜਾਂ ਐਕਸਟੈਂਸ਼ਨ ਅਪਲਾਈ ਕਰਨਾ ਆ ਸੋ ਇਹ ਫਿਰ ਮੇਰੇ ਨਾਲ ਰਾਬਤਾ ਕਾਇਮ ਕਰਨਾ। ਅਸੀਂ ਤੁਹਾਨੂੰ 에ਅਰਪੋਰਟ ਤੋਂ ਲੈ ਕੇ ਆਵਾਂਗੇ ਓਕੇ 에ਅਰਪੋਰਟ ਤੋਂ ਲੈ ਕੇ ਆਵਾਂਗੇ ਅਗਰ ਉਹਨਾਂ ਕੋਲੇ ਕੋਈ ਵੀ ਭੈਣ ਭਰਾ ਉਹਨਾਂ ਦਾ ਇੱਥੇ ਹੈਗਾ ਜਾਂ ਕੋਈ ਰਿਸ਼ਤੇਦਾਰ ਹੈਗਾ ਜੀ ਅਗਰ ਉਹ ਰੱਖਣ ਨੂੰ ਇਹਨੂੰ ਤਿਆਰ ਹੈਗੇ ਤਾਂ ਫਾਈਨ ਅਗਰ ਨਹੀਂ ਰੱਖਣ ਨੂੰ ਤਿਆਰ ਹੈਗੇ ਉਹਨੂੰ ਜਾਂ ਉਹਦਾ ਕੋਈ ਵੀ ਨਹੀਂ ਹੈ ਜੀ ਉਹ ਅਗਰ ਸਾਨੂੰ ਦੱਸਦਾ ਜੀ ਮੇਰਾ ਇੱਥੇ ਕੋਈ ਨਹੀਂ ਹੈ ਤਾਂ ਅਸੀਂ ਉਹਨੂੰ ਆਪਣੇ ਘਰ ਦੇ ਵਿੱਚ ਰੱਖਾਂਗੇ। ਅਮਰਜੀਤ ਜੀ ਇਸ ਦੌਰ ਦੇ ਵਿੱਚ ਜਦੋਂ ਕਰੋਨਾ ਵਾਇਰਸ ਹੈ ਤੇ ਫੈਡਰਲ ਗਵਰਨਮੈਂਟ ਦੇ ਵੱਲੋਂ ਜਿਸ ਤਰੀਕੇ ਨਾਲ ਗਾਈਡਲਾਈਨਸ ਨੇ ਬਹੁਤ ਸਾਰੀਆਂ ਹੈ ਨਾ ਤੇ ਉਹ ਗਾਈਡਲਾਈਨਸ ਦੇ ਵਿੱਚ ਫਿਰ ਤੁਸੀਂ ਕਿੱਦਾਂ ਇਹ ਸਭ ਚੀਜ਼ਾਂ ਕਰ ਰਹੇ ਹੋ ਕਿਉਂਕਿ ਜਿਹੜਾ ਵੀ ਸ਼ਖਸ ਆਣਾ ਚਾਹੇ ਉਹ ਕੋਈ ਸਟੂਡੈਂਟ ਹੈ ਜਾਂ ਕੋਈ ਵੀ ਆ ਰਿਹਾ ਹੈ ਉਹਨੂੰ ਇਹਨਾਂ ਦਿਨਾਂ ਦੇ ਵਿੱਚ ਕੁਆਰੰਟੀਨ ਹੋਣਾ ਪੈਣਾ ਸੋ ਇਹ ਫਿਰ ਇਸ ਅਜਿਹੇ ਦੇ ਵਿੱਚ ਕਿਵੇਂ ਸਾਰੀ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਹੋ? ਜਿੰਨੀ ਦੇਰ ਇਹ ਕੋਵਿਡ ਦੀਆਂ ਸਮੱਸਿਆਵਾਂ ਚੱਲਦੀਆਂ ਪਈਆਂ ਸੋ ਅਨਫੋਰਚੂਨੇਟਲੀ ਆਪਾਂ ਇਹ ਸੇਵਾਵਾਂ ਤੋਂ ਹਲੇ ਆਪਾਂ ਵੰਚਿਤ ਹੀ ਰਵਾਂਗੇ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਉਹ ਕਹਿੰਦੇ ਨੇ ਨਾ ਕਿ ਕਰ ਭਲਾ ਤੇ ਹੋਏਗਾ ਭਲਾ। ਕੀ ਤੁਸੀਂ ਸਾਰੇ ਇਦਾਂ ਦਾ ਕੁਝ ਕਰਦੇ ਹੋ? ਜੇ ਨਹੀਂ ਕਰਦੇ ਹੋ ਤਾਂ ਇਸ ਬਾਰੇ ਸੋਚਿਆ ਕਰੋ ਕਿਸੇ ਨਾ ਕਿਸੇ ਦਾ ਭਲਾ ਜ਼ਰੂਰ ਕਰਿਆ ਕਰੋ। ਜ਼ਾਹਿਰ ਜੀ ਗੱਲ ਹੈ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਦੋਂ ਅਸੀਂ ਆ ਜਾਂਦੇ ਹਾਂ ਤਾਂ ਬਹੁਤ ਸਾਡੇ ਆਲੇ ਦੁਆਲੇ ਸਾਨੂੰ ਇੱਦਾਂ ਲੱਗਦਾ ਕਿ ਇੱਕ ਬਾਹਰਲੇ ਮੁਲਕ ਦੀ ਸ਼ਾਇਦ ਚਕਾ ਚੌਂਕ ਇੱਦਾਂ ਦੀ ਹੈ ਕਿ ਸਭ ਕੁਝ ਉੱਥੇ ਬਹੁਤ ਵਧੀਆ ਹੈ ਗੁੱਡੀ ਗੁੱਡੀ ਸਭ ਕੁਝ ਨਜ਼ਰ ਆਉਂਦਾ ਹੈ ਪਰ ਬਹੁਤ ਸਾਰੇ ਕਹਿ ਸਕਦੇ ਹਾਂ ਕਿ ਦੁਖਿਆੜੇ ਸਾਡੇ ਆਲੇ ਦੁਆਲੇ ਹੁੰਦੇ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ। ਖਾਸ ਕਰਕੇ ਜਦੋਂ ਸਟੂਡੈਂਟਸ ਦੀ ਗੱਲ ਆਉਂਦੀ ਹੈ ਤਾਂ ਸਟੂਡੈਂਟਸ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਦਿੱਕਤਾਂ ਆਉਂਦੀਆਂ ਨੇ ਔਰ ਬਹੁਤ ਤਰ੍ਹਾਂ ਦੀਆਂ ਉਹਨਾਂ ਨੂੰ ਜ਼ਰੂਰਤਾਂ ਹੁੰਦੀਆਂ ਨੇ ਪਰ ਸ਼ਾਇਦ ਉਹ ਕਈ ਵਾਰੀ ਹੈਲਪ ਮੰਗਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਬਹੁਤ ਹੀ ਘੱਟ ਲੋਕ ਹੁੰਦੇ ਨੇ ਜਿਹੜੇ ਉਹਨਾਂ ਦੀ ਮਦਦ ਲਈ ਅੱਗੇ ਆਉਂਦੇ ਨੇ। ਸੋ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਪਰ ਕੁਝ ਆਰਗੇਨਾਈਜੇਸ਼ਨਸ ਇੱਦਾਂ ਦੀਆਂ ਨੇ ਜਿਹੜੀਆਂ ਵਾਕਈ ਹੀ ਹੁਣ ਸਾਹਮਣੇ ਇਸ ਤਰੀਕੇ ਨਾਲ ਆ ਰਹੀਆਂ ਨੇ ਔਰ ਵਾਕਈ ਹੀ ਜਿਹੜੇ ਲੋਕਾਂ ਦੀ ਕੋਈ ਪਰੇਸ਼ਾਨੀ ਹੈ ਦਿੱਕਤ ਹੈ ਔਰ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਦੀਆਂ ਨੇ। ਅਜਿਹੀ ਹੀ ਇੱਕ ਸੰਸਥਾ ਨਾਲ ਸਾਡਾ ਵੀ ਰਾਬਤਾ ਹੋ ਪਾਇਆ। ਉਹ ਸੰਸਥਾ ਹੈਗੀ ਹੈ ਜੀ ਤੇਰੀ ਓਟ ਫ੍ਰੀ ਸਰਵਿਸ ਸੁਸਾਇਟੀ। ਇਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀਆਂ ਆਮ ਜ਼ਰੂਰਤਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਨਾਲ ਉਹ ਪੂਰੀਆਂ ਲੋਕਾਂ ਦੀਆਂ ਕੀਤੀਆਂ ਜਾ ਸਕੀਏ। ਜਿਹੜੇ ਲੋਕ ਦੁਖਿਆਰੇ ਨੇ ਜਾਂ ਸਭ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਉਹ ਕਿਸੇ ਤਰੀਕੇ ਨਾਲ ਜਿਹੜੀ ਹੈ ਪ੍ਰੋਵਾਈਡ ਕਰਵਾਈਆਂ ਜਾਣ। ਸੋ ਇਸ ਸੰਸਥਾ ਦੀ ਵੀ ਇਸ ਆਰਗੇਨਾਈਜੇਸ਼ਨ ਦੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਉਹ ਕਰ ਸਕੀਏ। ਖਾਸ ਕਰਕੇ ਸਟੂਡੈਂਟਸ ਲਈ ਇਹ ਬਹੁਤ ਜ਼ਿਆਦਾ ਮਦਦ ਕਰਦੇ ਨੇ। ਕੈਬ ਫੈਸਿਲਿਟੀ ਜਿਹੜੀ ਹੈ ਇਹਨਾਂ ਦੇ ਵੱਲੋਂ ਰਾਈਡਸ ਜਿਹੜੀਆਂ ਨੇ ਉਹ ਸਟੂਡੈਂਟਸ ਨੂੰ ਆਫਰ ਕੀਤੀਆਂ ਗਈਆਂ ਨੇ ਕਿ ਜਿਹਨੂੰ ਵੀ ਕਿਸੇ ਨੂੰ ਲੋੜ ਹੈ ਗਰੋਸਰੀ ਕਰਨ ਜਾਣੀ ਹੈ ਜਾਂ ਜੋ ਵੀ ਕਿਸੇ ਨੂੰ ਕਿਤੇ ਵੀ ਜਾਣਾ ਹੈ ਉਹਨਾਂ ਦੇ ਕੋਲ ਗੱਡੀ ਨਹੀਂ ਹੈ ਉਹਨਾਂ ਦੇ ਕੋਲ ਰਾਈਡ ਨਹੀਂ ਹੈ ਤਾਂ ਸਾਡੀ ਜਿਹੜੀ ਸੁਸਾਇਟੀ ਹੈ ਉਹ ਰਾਈਡ ਪ੍ਰੋਵਾਈਡ ਕਰਵਾਏਗੀ। ਇਸ ਤੋਂ ਇਲਾਵਾ ਕੀ ਹੋਰ ਸਟੂਡੈਂਟਸ ਦੀਆਂ ਦਿੱਕਤਾਂ ਹੁੰਦੀਆਂ ਨੇ ਕੀ ਹੋਰ ਫੈਸਿਲਿਟੀਜ਼ ਜਿਹੜੀ ਹੈ ਇਸ ਆਰਗੇਨਾਈਜੇਸ਼ਨ ਦੇ ਵੱਲੋਂ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਇਹ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਮੈਂ ਫੇਸਬੁੱਕ ਵਾਲੇ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਫੇਸਬੁੱਕ ਦੇ ਉੱਤੇ ਜ਼ਰੂਰ ਜੁੜਿਓ ਆਪਣੇ ਕਮੈਂਟਸ ਜ਼ਰੂਰ ਦੇਣਾ ਤੇ ਜਿਹੜੇ ਦਰਸ਼ਕ ਸਾਡੇ ਟੀਵੀ ਤੇ ਇਸ ਟਾਈਮ ਦੇਖ ਰਹੇ ਨੇ ਉਹ ਵੀ ਜਿਹੜਾ ਹੈ ਜ਼ਰੂਰ ਆਪਣੇ ਜਿਹੜੇ ਕਮੈਂਟਸ ਹੈ ਉਹ ਜ਼ਰੂਰ ਭੇਜਿਆ ਕਰੋ। ਬੇਸ਼ੱਕ ਫੇਸਬੁੱਕ ਤੇ ਲਿਖ ਕੇ ਭੇਜਿਆ ਕਰੋ ਕਿਉਂਕਿ ਹੋ ਸਕਦਾ ਕਿ ਤੁਹਾਨੂੰ ਵੀ ਇਸ ਚੀਜ਼ ਦੀ ਲੋੜ ਪੈ ਜਾਏ ਤਾਂ ਤੁਸੀਂ ਵੀ ਇਹਨਾਂ ਤੱਕ ਪਹੁੰਚ ਜਿਹੜੀ ਹੈ ਕਰ ਸਕਦੇ ਹੋ। ਫਿਲਹਾਲ ਮੈਂ ਰੂਬਰੂ ਕਰਵਾ ਦਿੰਦੀ ਹਾਂ ਜੀ ਤੁਹਾਡੇ ਨਾਲ ਸੁਸਾਇਟੀ ਦੇ ਜਿਹੜੇ ਫਾਊਂਡਰ ਨੇ ਅਮਰਜੀਤ ਸਿੰਘ ਵਰੁਣ ਜੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਤੇ ਉਹਨਾਂ ਦੇ ਨਾਲ ਨੇ ਜਸਬੀਰ ਕੌਰ ਦਿਓਗਨ ਜਿਹੜੇ ਕੋ ਫਾਊਂਡਰ ਨੇ। ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ ਦੇ ਵਿੱਚ ਤੁਹਾਡਾ ਦੋਨਾਂ ਦਾ।
ਜੀ ਜਸ ਅਮਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹੀ ਮੇਰਾ ਇਹ ਸਵਾਲ ਹੈ ਜੀ, ਇਸ ਆਰਗੇਨਾਈਜੇਸ਼ਨ ਬਾਰੇ ਸਭ ਤੋਂ ਪਹਿਲਾਂ ਤਾਂ ਦੱਸੋ, ਕਿਉਂਕਿ ਦਰਸ਼ਕ ਜਦੋਂ ਵੀ ਕੋਈ ਆਰਗੇਨਾਈਜੇਸ਼ਨ ਕੋਈ ਇਦਾਂ ਦਾ ਕੰਮ ਕਰਦੀ ਹੈ ਤਾਂ ਦਰਸ਼ਕ ਉਹਦੇ ਬਾਰੇ ਜਾਣਨਾ ਚਾਹੁੰਦੇ ਆ ਕਿ ਉਹ ਆਰਗੇਨਾਈਜੇਸ਼ਨ ਵਾਲੇ ਕੌਣ ਨੇ, ਕਿਹੜੇ ਬੰਦੇ ਨੇ ਇਸ ਸੰਸਥਾ ਨੂੰ ਚਲਾ ਰਹੇ ਨੇ, ਇਸ ਸੁਸਾਇਟੀ ਦੇ ਨਾਲ ਹੋਰ ਕੌਣ ਜੁੜਿਆ ਹੈ। ਥੈਂਕ ਯੂ ਜੀ। ਜੀ ਇਹ ਸੰਸਥਾ ਬਾਰੇ ਕਾਫੀ ਦੇਰ ਦਾ ਮੇਰੇ 'ਚ ਵਿਚਾਰ ਚੱਲਦਾ ਪਿਆ ਇਸ ਵੀ ਇਹਨੂੰ ਕੁਛ ਕਿਸੇ ਤਰੀਕੇ ਮਤਲਬ ਵਿਦਿਆਰਥੀਆਂ ਦੀ ਹੈਲਪ ਕੀਤੀ ਜਾ ਸਕੇ ਜਾਂ ਜਿਹੜੇ ਹੋਰ ਵੀ ਲੋੜਵੰਦ ਲੋਕ ਹੈਗੇ ਨੇ। ਇਸ ਸੰਸਥਾ ਨੂੰ ਜਦੋਂ ਮੈਂ ਸੋਚਿਆ ਵੀ, ਕਿਉਂਕਿ ਕਰਦੇ ਤਾਂ ਅਸੀਂ ਪਹਿਲਾਂ ਵੀ ਸੀਗੇ ਹੈਲਪ, ਕਿਉਂਕਿ ਮੈਂ ਤਕਰੀਬਨ 8-10 ਸਾਲਾਂ ਤੋਂ ਮੇਰੇ ਸਟੂਡੈਂਟ ਮੇਰੇ ਨਾਲ ਕੰਮ ਵੀ ਕਰਦੇ ਰਹੇ ਨੇ, ਸਮਾਜ 'ਚ ਵੀ ਅਸੀਂ ਵੀ ਦਿਖਦੇ ਹਾਂ, ਵਿਚਰਦੇ ਹਾਂ। ਕਾਫੀ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦੇ ਵੀ ਆ, ਬਜ਼ੁਰਗ ਖਾਸ ਤੌਰ 'ਤੇ ਜਿਨ੍ਹਾਂ ਦੇ ਇੱਥੇ ਮਤਲਬ ਬੇਸਮੈਂਟ 'ਚ ਰਹਿੰਦੇ ਨੇ, ਜਿਨ੍ਹਾਂ ਦਾ ਕੋਈ ਨਹੀਂ ਹੈਗਾ, ਉਹਨਾਂ ਦੀ ਹੈਲਪ ਬਾਰੇ ਜਾਂ ਉਹਨਾਂ ਦੀ ਰਾਈਡ ਬਾਰੇ ਅਸੀਂ ਕਈ ਵਾਰ ਸੋਚਦੇ ਹਾਂ। ਕਈ ਵਾਰ ਤੁਰ ਕੇ ਗੁਰਦੁਆਰੇ ਜਾਂ ਉਹਨਾਂ ਨੇ ਗਰੋਸਰੀ ਵਾਰ ਨੂੰ ਜਾਣਾ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਾਲ, ਇਹ ਨਹੀਂ ਹੈ ਕਿ ਸਿਰਫ ਮੈਂ ਹੀ ਦੇਖਿਆ, ਹੋਰ ਲੋਕ ਵੀ ਬਹੁਤ ਹੈਗੇ ਆ, ਮਦਦ ਕਰਦੇ ਆ, ਸੋਚਦੇ ਆ। ਪਰ ਕਈ ਵਾਰ ਇੱਥੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਕਈ ਵਾਰ ਤੁਹਾਨੂੰ ਲੀਗਲ ਕੁਛ ਇਹੋ ਜਿਹੇ ਤੁਹਾਨੂੰ ਪੇਪਰ ਵਰਕ ਕਰਨਾ ਪੈਂਦਾ, ਜਿਹਦੇ ਲਈ ਤੁਸੀਂ ਕਿਸੇ ਨੂੰ ਆਮ ਜਾ ਕੇ ਸਿੱਧਾ ਕਹਿ ਨਹੀਂ ਸਕਦੇ ਜੀ ਅਸੀਂ ਤੁਹਾਨੂੰ ਰਾਈਡ ਦਈਏ ਜਾਂ ਅਸੀਂ ਤੁਹਾਡੀ ਹੈਲਪ ਕਰਨਾ ਚਾਹੁੰਦੇ ਹੋ। ਉਹ ਦੇਖਦਾ ਪਤਾ ਨਹੀਂ ਕੀ ਰੀਜ਼ਨ ਹੈ ਇਹਦਾ, ਪਤਾ ਨਹੀਂ ਕਿਉਂ ਸਾਨੂੰ ਇੱਦਾਂ ਕਹੀ ਜਾਂਦਾ, ਗੱਡੀ 'ਚ ਬਿਠਾਉਣ ਨੂੰ ਕਾਹਤੋਂ ਕਹੀ ਜਾਂਦਾ ਵੀ ਚੱਲ ਮੇਰੀ ਗੱਡੀ 'ਚ ਬੈਠੋ ਜਾਂ ਫਲਾਣਾ, ਰਾਈਟ। ਸੋ ਇਸ ਕਰਕੇ ਇਹਨੂੰ ਹੋਂਦ ਵਿੱਚ ਲਿਆਂਦਾ ਗਿਆ ਇਸ ਸੰਸਥਾ ਨੂੰ, ਤਾਂ ਕਿ ਅਸੀਂ ਆਫੀਸ਼ੀਅਲੀ ਤੌਰ ਤੇ ਮਤਲਬ ਲੀਗਲਾਈਜ਼ ਤਰੀਕੇ ਨਾਲ ਅਸੀਂ ਵਿਦਿਆਰਥੀਆਂ ਦੀ, ਬਜ਼ੁਰਗਾਂ ਦੀ ਹੈਲਪ ਕਰ ਸਕੀਏ। ਬਿਲਕੁਲ। ਜਸਵੀਰ ਕੌਰ ਜੀ, ਤੁਸੀਂ ਵੀ ਇਸ ਆਰਗੇਨਾਈਜੇਸ਼ਨ ਦੇ ਨਾਲ ਜੁੜੇ ਹੋ, ਤੁਹਾਡਾ ਇਸ ਦੇ ਵਿੱਚ ਮੇਨ ਰੋਲ ਕੀ ਹੈ? ਤੁਸੀਂ ਕੀ ਕੰਮ ਕਰਦੇ ਹੋ ਇਸ ਸੁਸਾਇਟੀ ਦੇ ਨਾਲ ਜਦੋਂ ਜੁੜੇ ਹੋ, ਤਾਂ ਪਲੀਜ਼ ਆਪਣੇ ਕੰਮ ਬਾਰੇ ਥੋੜਾ ਜਿਹਾ ਐਕਸਪਲੇਨ ਕਰੋਗੇ? ਸ਼ੋਰ। ਹਾਂਜੀ, ਮੈਂ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਹਾਂ, UNIC ਇਮੀਗ੍ਰੇਸ਼ਨ ਦੇ ਨਾਲ ਕੰਮ ਕਰਦੀ ਹਾਂ, ਐਂਡ ਮੈਂ ਐਜ਼ ਅ ਵੋਲੰਟੀਅਰ ਨਾਲ ਇਹਨਾਂ ਤੇ ਜੁੜੀ ਹੋਈ ਹਾਂ। ਤੇ ਜਿਹੜੀਆਂ ਵੀ ਇਮੀਗ੍ਰੇਸ਼ਨ ਰਿਲੇਟਡ ਸੇਵਾਵਾਂ ਆ, ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਹੋਣ ਜਾਂ ਸੀਨੀਅਰਸ ਜਾਂ ਰਿਲੇਟਡ ਹੋਣ, ਐਕਸਟੈਂਸ਼ਨ ਹੈਗੇ ਆ, ਉਹ ਸਾਰਾ ਕੁਝ ਅਸੀਂ ਹੈਂਡਲ ਕਰਨ ਨੂੰ ਰੈਡੀ ਹਾਂ ਜੀ। ਅਮਰਜੀਤ ਜੀ, ਜਸਬੀਰ ਕੌਰ ਨਾਲ ਜੁੜੇ ਹੋਏ ਨੇ, ਸਾਰੀਆਂ ਇਹਨਾਂ ਨੇ ਦੱਸਿਆ ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀਆਂ ਪ੍ਰੋਬਲਮਸ ਨੇ ਉਹ ਇਹ ਸੋਲਵ ਕਰਨਗੇ। ਉਸ ਰਿਗਾਰਡਿੰਗ ਮੈਂ ਇਹਨਾਂ ਨਾਲ ਕਰਾਂਗੀ ਗੱਲ, ਉਸ ਬਾਬਤ ਵੀ ਆਪਾਂ ਸਵਾਲ ਜਵਾਬ ਜਿਹੜਾ ਕਰਾਂਗੇ। ਅਮਰਜੀਤ ਜੀ, ਜਦੋਂ ਤੁਸੀਂ ਇਸ ਸੰਸਥਾ ਬਾਰੇ ਸੋਚਿਆ, ਇਸ ਕੰਮ ਬਾਰੇ ਜਦੋਂ ਸੋਚਿਆ, ਤਾਂ ਉਦੋਂ ਤੁਹਾਡੇ ਜ਼ਿਹਨ ਦੇ ਵਿੱਚ ਕੀ ਆ ਰਿਹਾ ਸੀ, ਕੀ ਚੱਲ ਰਿਹਾ ਸੀ ਮਾਈਂਡ ਦੇ ਵਿੱਚ ਵੀ ਇਹ ਵਾਲਾ ਕੰਮ ਜਿਹੜਾ ਇਹ ਕੀਤਾ ਜਾਏ? ਪਹਿਲਾਂ ਵੀ ਕਰਦੇ ਰਹੇ ਹੋ ਜਾਂ ਹੁਣ ਹੀ ਸ਼ੁਰੂ ਕੀਤਾ ਹੈ? ਨਹੀਂ ਜੀ, ਤਕਰੀਬਨ ਕੰਮ ਤਾਂ ਕਾਫੀ ਦੇਰ ਤੋਂ ਹੀ ਕਰ ਰਹੇ ਹਾਂ। ਮਤਲਬ ਉਹ ਸਿਰਫ ਉਹ ਉਦੋਂ ਇਸ ਤਰੀਕੇ ਨਾਲ ਕਰਦੇ ਸੀ ਜਿਵੇਂ ਕੋਈ ਮੇਰਾ ਜਾਣ ਪਹਿਚਾਣ ਜਾਂ ਮੇਰੇ ਕੋਲ ਕੋਈ ਵਰਕਰ ਕੰਮ ਕਰਦਾ, ਕੋਈ ਸਟੂਡੈਂਟ, ਉਹ ਕਿਸੇ ਵੀ ਭੈਣ ਭਰਾ ਨੇ ਕਹਿਣਾ ਜੀ ਵੀ ਭਾਜੀ ਸਾਡੀ ਮੂਵਿੰਗ ਕਰਾ ਦਿਓ, ਭਾਜੀ ਸਾਨੂੰ ਗਰੋਸਰੀ ਦਵਾ ਦਿਓ, ਜਾਂ ਕਿਸੇ ਬਜ਼ੁਰਗ ਨੇ, ਕਈ ਵਾਰ ਅਸੀਂ ਮੈਂ ਗੁਰਦੁਆਰੇ ਜਾਣਾ ਤਾਂ ਉਹਨਾਂ ਨੇ ਮੈਨੂੰ ਕਹਿ ਦੇਣਾ ਜੀ ਉਹ ਖੜੇ ਆ, ਜਿਵੇਂ ਮੈਂ ਮਤਲਬ ਗੁਰਦੁਆਰਾ ਅੰਦਰ ਮੱਥਾ ਟੇਕਣ ਗਿਆ ਉਦੋਂ ਵੀ ਖੜੇ ਸੀ, ਜਦੋਂ ਮੈਂ ਬਾਹਰ ਆਇਆ ਤਾਂ ਉਦੋਂ ਵੀ ਹੋਰ ਕਿਸੇ ਰਾਈਡ ਦੀ ਵੇਟ ਕਰ ਰਹੇ ਸੀ ਜੀ। ਮਤਲਬ ਕਈ ਵਾਰ ਇਹ ਚੀਜ਼ਾਂ ਸੋਚਣੀਆਂ ਵੀ ਮੈਨੂੰ ਨਹੀਂ ਸਮਝ ਆਉਂਦੀ ਵੀ ਇਹ ਕਾਹਤੋਂ ਵੇਟ ਕਰ ਰਹੇ ਆ, ਜਾਂ ਇਹਨਾਂ ਕੋਲੇ ਪੈਸੇ ਹੈ ਨਹੀਂ, ਜਾਂ ਕੀ ਚੱਕਰ ਆ, ਜਾਂ ਕਾਹਤੋਂ। ਪਰ ਵਿੱਚ ਜਦੋਂ ਮੈਂ ਇਹਨਾਂ ਚੀਜ਼ਾਂ 'ਚ ਵੜ ਕੇ ਦੇਖਿਆ, ਮਤਲਬ ਉਹਨਾਂ ਨੂੰ ਵਾਕਈ ਲੋੜ ਹੈਗੀ ਆ ਇਹਨਾਂ ਚੀਜ਼ਾਂ ਦੀ, ਤਾਂ ਫਿਰ ਇਹ ਸੋਚਿਆ ਕਿ ਵੀ ਮਤਲਬ ਇਹਨੂੰ ਸੰਸਥਾ ਨੂੰ ਇੱਕ ਹੋਂਦ ਵਿੱਚ ਲਿਆਂਦਾ ਜਾਵੇ, ਤਾਂ ਕਿ ਇਹਨਾਂ ਦੀ ਖੁੱਲ੍ਹੇ ਤੌਰ 'ਤੇ ਮਦਦ ਕੀਤੀ ਜਾਵੇ, ਇਹਨਾਂ ਵਿਦਿਆਰਥੀਆਂ ਦੀ, ਇਹਨਾਂ ਬਜ਼ੁਰਗਾਂ ਦੀ ਜੀ। ਤਾਂ ਫਿਰ ਇਹਦਾ ਪੇਪਰ ਵਰਕ ਅਸੀਂ ਸ਼ੁਰੂ ਕਰਕੇ ਫਿਰ ਅਸੀਂ ਤਕਰੀਬਨ 2-3 ਹਫ਼ਤੇ ਪਹਿਲਾਂ ਇਹਨੂੰ ਅਸੀਂ ਅਫੀਸ਼ੀਅਲੀ ਤੌਰ 'ਤੇ ਅਸੀਂ ਲੈ ਕੇ ਆਉਣਾ। ਜਦੋਂ ਅਮਰਜੀਤ ਜੀ ਲੋਕਾਂ ਨੇ ਕਿਸੇ ਤੋਂ ਸੇਵਾਵਾਂ ਲੈਣੀਆਂ ਹੁੰਦੀਆਂ, ਖਾਸ ਕਰਕੇ ਰਾਈਡ ਦੀ ਫੈਸਿਲਿਟੀ ਜਿਹੜੀ ਕਿ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋ, ਵੀ ਜਿਹਨੂੰ ਵੀ ਲੋੜ ਹੈ ਵੀ ਰਾਈਡ ਰੂਡੋ ਲੈ ਸਕਦੇ ਨੇ, ਹੈ ਨਾ, ਜਦੋਂ ਇਦਾਂ ਦਾ ਕੰਮ ਆਉਂਦਾ ਨਾ, ਤਾਂ ਜ਼ਿਹਨ ਦੇ ਵਿੱਚ ਸ਼ਾਇਦ ਬੀਇੰਗ ਅ ਫੀਮੇਲ ਵੀ ਮੈਂ ਗੱਲ ਕਰ ਰਹੀ ਹਾਂ ਵੀ ਜਦੋਂ ਵੀ ਕਿਸੇ ਨੇ ਕਿਸੇ ਉਹ ਕਹਿ ਸਕਦੇ ਆ ਨਾ ਓਪਰੇ ਬੰਦੇ ਦੀ ਗੱਡੀ ਦੇ ਵਿੱਚ ਬੈਠਣਾ ਹੁੰਦਾ ਹੈ, ਤਾਂ ਬੜੇ ਸਾਰੇ ਦਿਮਾਗ ਦੇ ਵਿੱਚ ਸਵਾਲ ਹੁੰਦੇ ਨੇ ਵੀ ਕੌਣ ਸ਼ਖਸ ਹੈ, ਇਹਨੇ ਗੱਡੀ ਦੇ ਵਿੱਚ ਬੈਠਣਾ ਸੇਫ ਹੈ ਜਾਂ ਨਹੀਂ, ਜਾਂ ਇਹ ਕਿਉਂ ਸੇਵਾਵਾਂ ਪ੍ਰਦਾਨ ਕਰ ਰਹੇ ਨੇ, ਜਾਂ ਫਿਰ ਇਹਨਾਂ ਨੂੰ ਕੀ ਇਹਦੇ ਵਿੱਚ ਫਾਇਦਾ। ਇਹ ਗੱਲਾਂ ਬਾਰੇ ਦੱਸੋ ਵੀ ਇਹ ਕਲੀਅਰਿਟੀ ਫਿਰ ਤੁਸੀਂ ਕਿਵੇਂ ਕੀਤੀ ਵੀ ਤਾਂ ਕਿ ਲੋਕ ਤੁਹਾਡੇ ਤੇ ਟਰਸਟ ਕਰਨ? ਉਸ ਤੋਂ ਸਭ ਤੋਂ ਪਹਿਲਾਂ ਜੀ ਅਸੀਂ ਪਹਿਲਾਂ, ਕਿਉਂਕਿ ਫਿਰ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਬਹੁਤ ਸਾਰੇ ਲਿੰਕ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਦੀ ਤਾਂ ਮੈਂ ਹੈਲਪ ਕਰ ਦਿੰਦਾ ਸੀ। ਕਈ ਵਾਰ ਅਨਨੋਨ ਪਰਸਨ ਦੀ ਵੀ ਮੈਨੂੰ ਕਾਲ ਆਉਂਦੀ ਸੀ ਵੀ ਜੀ ਵੀ ਫਲਾਣਾ ਇਹਦਾ ਤੁਸੀਂ ਇਹਦੀ ਹੈਲਪ ਕਰ ਦਿਓ। ਮੈਂ ਕਿਹਾ ਵੀ ਮੈਂ ਨਹੀਂ ਜਾਣਾ, ਕਿਉਂਕਿ ਮੈਨੂੰ ਨਹੀਂ ਪਤਾ ਉਹ ਪਰਸਨ ਕਿਹੋ ਜਿਹਾ ਹੈਗਾ ਜੀ, ਠੀਕ ਹੈ। ਕਈ ਵਾਰ ਸ਼ਾਇਦ ਉਹ ਮੈਨੂੰ ਨਹੀਂ ਜਾਣਦੇ, ਹੈ ਨਾ, ਕਿਉਂਕਿ ਕੱਲ੍ਹ ਨੂੰ ਕੋਈ 19 ਕੀ ਗੱਲ ਹੋਣ ਲੱਗੇ ਗੱਡੀ 'ਚ, ਕਿਉਂਕਿ ਬਿਠਾਉਣ ਵਾਲੇ ਦਾ ਵੀ ਰਿਸਕ ਹੁੰਦਾ ਤੇ ਬੈਠਣ ਵਾਲੇ ਦਾ ਜੀ ਬਿਲਕੁਲ ਹੁੰਦਾ, ਇਹ 'ਚ ਕੋਈ ਸ਼ੱਕ ਨਹੀਂ ਹੈ ਜੀ। ਤਾਂ ਉਹਦੇ ਲਈ ਫਿਰ ਅਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਵੀ ਜਿਹੜੀ ਤੇਰੀ ਓਟ ਫ੍ਰੀ ਸਰਵਿਸਿਜ਼ ਦੇ ਜ਼ਰੀਏ ਅਸੀਂ ਇਹ ਸਾਰਾ ਪੇਪਰ ਗਵਰਨਮੈਂਟ ਤੋਂ ਮਨਜ਼ੂਰ ਸ਼ੁਦਾ ਇਹ ਸੰਸਥਾ ਹੈਗੀ ਆ
ਜੀ ਇਹਦੇ ਵਿੱਚ ਅਸੀਂ ਸਾਰੇ ਜਿਹੜੇ ਵਰਕਰ ਨੇ ਤਕਰੀਬਨ ਕ੍ਰਿਮੀਨਲ ਰੈਕੋਰਡ ਇਹਦਾ ਚੈੱਕ ਕੀਤਾ ਹੋਇਆ ਸੀ। ਉਹਦਾ ਸਾਡਾ ਪੇਪਰ ਵਰਕ ਜਿਹੜਾ ਵੀ ਕੋਈ ਰਾਈਡ ਲਊਗਾ ਉਹ ਗੱਡੀ ਦੇ ਵਿੱਚ ਉਹ ਪੇਪਰ ਹੋਊਗਾ। ਕਿਸੇ ਨੇ ਵੀ ਭੈਣ ਭਰਾ ਨੇ ਜਾਂ ਬਜ਼ੁਰਗ ਨੇ ਕਿਸੇ ਨੇ ਵੀ ਰਾਈਡ ਲੈਣ ਤੋਂ ਪਹਿਲਾਂ ਅਗਰ ਉਹ ਚੈੱਕ ਕਰਨਾ ਚਾਹਵੇ ਤਾਂ ਉਹ ਪੇਪਰ ਚੈੱਕ ਕਰ ਸਕਦਾ। ਸਾਡਾ ਕ੍ਰਿਮੀਨਲ ਰੈਕੋਰਡ ਜਿਹੜਾ ਹੈਗਾ ਸਾਡੇ ਕੋਲ ਸਿਟੀ ਵੱਲੋਂ ਲਾਇਸੈਂਸ ਅਪਰੂਵਡ ਹੈਗਾ ਜੀ, ਗਵਰਨਮੈਂਟ ਵੱਲੋਂ ਮਨਜ਼ੂਰਸ਼ੁਦਾ ਰਜਿਸਟਰੀ ਇਹਦੀ ਸੰਸਥਾ ਦੀ ਹੋਈ ਵੀ ਆ। ਠੀਕ ਹੈ ਜੀ, ਮੈਨੂੰ ਨਹੀਂ ਲੱਗਦਾ ਕਿ ਇਸ ਪੇਪਰ ਵਰਕ ਤੋਂ ਬਾਅਦ ਸ਼ਾਇਦ ਕਿਸੇ ਲਈ ਵਿਸ਼ਵਾਸ ਕਰਨਾ ਕੋਈ ਔਖਾ ਹੋ ਜਾਏਗਾ। ਤਾਂ ਸੋ ਉਹ ਬੇਝਿਜਕ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ, ਸਾਡੇ ਤੋਂ ਰਾਈਡ ਲੈ ਸਕਦੇ ਆ। ਇਹ ਜਿਹੜਾ ਨਾਮ ਹੈ ਤੇਰੀ ਓਟ ਫ੍ਰੀ ਸਰਵਿਸ ਸੁਸਾਇਟੀ, ਇਹ ਨਾਮ ਕਿੱਦਾਂ ਤੁਹਾਡੇ ਜ਼ਿਹਨ 'ਚ ਆਇਆ? ਇਹੀ ਚੂਜ਼ ਕਿਉਂ ਕੀਤਾ ਤੁਸੀਂ? ਹਾਂਜੀ, ਇਹ ਇੰਟਰਸਟਿੰਗ ਆ ਜੀ ਕਿਉਂਕਿ ਸੋਚ ਹੀ ਰਿਹਾ ਸੀ ਵੀ ਇਹਨੂੰ ਕਿੱਦਾਂ ਹੁਣ ਚ ਲਿਆਂਦਾ ਜਾਵੇ। ਇਹਨੂੰ ਮੈਂ ਤਕਰੀਬਨ 3-4 ਹਫ਼ਤੇ ਲੱਗੇ। ਤਾਂ ਕਿਉਂਕਿ ਉੱਥੇ ਜਦੋਂ ਤੁਸੀਂ ਇਹ ਅਪਰੂਵਡ ਕਰਾਉਣਾ ਹੁੰਦਾ ਨਾਮ ਗਵਰਨਮੈਂਟ ਵੱਲੋਂ ਤਾਂ ਉੱਥੇ 3 ਨਾਮ ਭੇਜਣੇ ਪੈਂਦੇ ਆ। ਮੈਨੂੰ ਤਾਂ ਇੱਕ ਨਹੀਂ ਲੱਭਦਾ ਸੀਗਾ, ਮਤਲਬ ਇੱਕ ਚੂਜ਼ ਕਰਨਾ ਇੱਕ ਹੈ ਬਹੁਤ ਕੁਛ ਸੀਗਾ। ਗੁਰੂ ਆਸਰਾ, ਗੁਰੂ ਕਿਰਪਾ, ਤੇਰੀ ਓਟ, ਬਾਬਾ ਨਾਨਕ, ਇਹ ਉਹ ਮਤਲਬ ਕਾਫੀ ਕੁਛ ਬਹੁਤ ਦਿਮਾਗ 'ਚ ਚੱਲ ਰਹੇ ਸੀ ਨਾਮ। ਤਾਂ ਫਿਰ ਮੈਂ ਆਪਦੇ ਜਿਹੜੇ ਮੇਰੇ ਫਰੈਂਡ ਨੇ ਹੈਗੇ ਆ ਜਾਂ ਸੱਜਣ ਮਿੱਤਰ, ਮੈਂ ਉਹਨਾਂ ਨਾਲ ਡਿਸਕਸ ਕੀਤੀ ਵੀ ਇਸ ਨਾਮ ਬਾਰੇ ਵੀ ਆਪਾਂ ਭੇਜਣੇ ਆ। ਤਾਂ ਜਿਨ੍ਹਾਂ ਨੇ ਵੀ ਇਹ ਸੋਚਿਆ, ਯਾਨੀ ਕਿ ਮੇਰੀ ਵੀ ਪ੍ਰੈਫਰੈਂਸ ਇਸੇ ਨਾਮ ਨੂੰ ਸੀਗੀ ਵੀ ਤੇਰੀ ਓਟ ਫ੍ਰੀ ਸਰਵਿਸਿਜ਼ ਦੇ ਨਾਂ ਤੇ। ਉਦੋਂ ਬਾਅਦ ਸੈਕੰਡ ਨਾਮ ਸੀਗਾ ਗੁਰੂ ਆਸਰਾ, ਉਦੋਂ ਬਾਅਦ ਥਰਡ ਨਾਮ ਸੀਗਾ, ਕਿਉਂਕਿ 3 ਨਾਮ ਭੇਜਣੇ ਪੈਂਦੇ ਆ, ਤੇ ਤੀਸਰਾ ਨਾਮ ਸੀਗਾ ਗੁਰੂ ਕਿਰਪਾ। ਤਾਂ ਮੈਂ ਪਹਿਲੇ ਨੰਬਰ ਤੇ ਇਹੀ ਲਿਖਿਆ ਸੀ। ਮੈਨੂੰ ਸ਼ਾਇਦ ਲੱਗਦਾ ਸੀ ਕਿ ਇੱਥੇ ਸ਼ਾਇਦ ਹੋਰ ਵੀ ਕੋਈ ਸੰਸਥਾ ਹੋਗੀ ਇੱਦਾਂ ਦੀ, ਕਿਉਂਕਿ ਇਹ ਪੇਪਰ ਵਰਕ ਜਦੋਂ ਕਰਨਾ ਹੋਵੇ ਤਾਂ ਇਹ ਚੀਜ਼ਾਂ ਤੁਹਾਨੂੰ ਰੱਖਣੀਆਂ ਪੈਂਦੀਆਂ ਮੂਹਰੇ। ਤਾਂ ਤਕਰੀਬਨ ਸਾਰਿਆਂ ਨੇ ਪ੍ਰੈਫਰੈਂਸ ਤੇਰੀ ਓਟ ਵੱਲ ਹੀ ਦਿੱਤੀ। ਮੇਰੀ ਆਦੀ ਪਰਸਨਲ ਵੀ ਝੁਕਾਅ ਇਹਦੇ ਵੱਲ ਹੀ ਸੀਗਾ। ਤੇ ਈਵਨ ਕਿ ਜਦੋਂ ਮੈਂ ਇਹ ਅਪਰੂਵ ਕਰਨ ਲਈ ਭੇਜਿਆ ਤਾਂ ਗਵਰਨਮੈਂਟ ਨੇ ਮੋਹਰ ਵੀ ਇਸੇ ਨਾਮ ਤੇ ਲਗਾਈ। ਜੀ ਬਿਲਕੁਲ। ਜਸਵੀਰ ਜੀ, ਜਦੋਂ ਤੁਹਾਨੂੰ ਇਸ ਚੀਜ਼ ਬਾਰੇ ਪਤਾ ਲੱਗਿਆ ਵੀ ਇਦਾਂ ਦਾ ਆਪਾਂ ਕੋਈ ਕੰਮ ਜਿਹੜਾ ਸ਼ੁਰੂ ਕਰਨਾ ਹੈ, ਸਪੈਸ਼ਲੀ ਤੇਰੀ ਓਟ ਫ੍ਰੀ ਸਰਵਿਸ ਸੁਸਾਇਟੀ ਦੇ ਨਾਮ ਦੇ ਹੇਠ ਜਦੋਂ ਅਸੀਂ ਇਹ ਸਾਰਾ ਕਰਨਾ ਹੈ ਕੰਮ, ਤਾਂ ਤੁਹਾਡਾ ਇਹਦੇ ਵਿੱਚ ਕੀ ਰੋਲ ਹੁੰਦਾ ਹੈ? ਆਈ ਮੀਨ ਜਦੋਂ ਕੋਈ ਸਟੂਡੈਂਟਸ ਹੈ, ਲਾਈਕ ਜਿੱਦਾਂ ਅਮਰਜੀਤ ਜੀ ਨੇ ਦੱਸਿਆ, ਕੋਈ ਸਟੂਡੈਂਟਸ ਹੈ, ਅਗਰ ਉਹਨੂੰ ਕੋਈ ਲੋੜ ਹੈ ਜਾਂ ਉਹਦਾ ਪ੍ਰੋਸੈਸ ਕਰਨਾ ਹੈ, ਇਹਦੇ ਵਿੱਚ ਲੀਗਲ ਚੀਜ਼ ਕਿਵੇਂ ਫਿੱਟ ਆਉਂਦੀ ਹੈ? ਤਾਂ ਤੁਸੀਂ ਕਿਵੇਂ ਉਸ ਚੀਜ਼ ਨੂੰ ਪਿਕ ਕਰਦੇ ਹੋ? ਮੈਨੂੰ ਕੁਝ ਪਲੀਜ਼ ਐਗਜ਼ਾਮਪਲਸ ਦੇ ਤੌਰ ਤੇ ਸਮਝਾ ਸਕਦੇ ਹੋ ਇਸ ਚੀਜ਼ ਨੂੰ? ਹਾਂਜੀ, ਅਮਰਜੀਤ ਜਿੱਦਾਂ ਇਹ ਹੈਂਡਲ ਕਰਦੇ ਆ ਸਾਰਾ ਐਡਮਿਨਿਸਟ੍ਰੇਸ਼ਨ, ਠੀਕ ਹੈ, ਜਿਹੜੀਆਂ ਵੀ ਕਾਲਸ ਆਉਂਦੀਆਂ ਆ ਜਾਂ ਈਮੇਲਸ ਆਉਂਦੀਆਂ ਆ, ਸੋ ਇਹ ਲਿੰਕ ਕਰਕੇ ਉਸ ਤੋਂ ਬਾਅਦ ਮੇਰੇ ਨਾਲ ਕਲੈਕਟ ਕਰਦੀ ਆ ਜਿਹੜੀ ਚੀਜ਼ ਮੇਰੇ ਕੰਮ ਕਰਨ ਵਾਲੀ ਹੈ। ਫੋਰ ਐਗਜ਼ਾਮਪਲ ਜਿੱਦਾਂ ਸਟੂਡੈਂਟਸ, ਇੰਟਰਨੈਸ਼ਨਲ ਸਟੂਡੈਂਟਸ ਆ, ਉਹਨਾਂ ਨੂੰ ਜੇ ਇਮੀਗ੍ਰੇਸ਼ਨ ਰਿਲੇਟਡ ਕੋਈ ਇਸ਼ੂ ਹੈਗਾ ਆ, ਫੋਰ ਐਗਜ਼ਾਮਪਲ ਉਹਨਾਂ ਨੇ ਸਕੂਲ ਚੇਂਜ ਕਰਨਾ ਆ, ਉਹਨਾਂ ਦਾ ਇਮੀਗ੍ਰੇਸ਼ਨ ਨਾਲ ਲਿੰਕ ਬਣਾਉਣਾ ਆ ਕਿ ਸਕੂਲ ਚੇਂਜ ਕੀਤਾ ਹੈ ਉਹਨੂੰ ਦੱਸਣਾ ਆ, ਜਾਂ ਐਕਸਟੈਂਸ਼ਨ ਅਪਲਾਈ ਕਰਨਾ ਆ, ਸੋ ਇਹ ਫਿਰ ਮੇਰੇ ਨਾਲ ਰਾਬਤਾ ਕਾਇਮ ਕਰਦੇ ਆ। ਸੋ ਫਿਰ ਮੈਂ ਉਹਨਾਂ ਨਾਲ ਡਾਇਰੈਕਟ ਲਿੰਕ ਕਰਕੇ ਉਹਨਾਂ ਨੂੰ ਤੋਂ ਡਾਕੂਮੈਂਟਸ ਲੈ ਕੇ ਫਿਰ ਮੈਂ ਉਹਨਾਂ ਦੀ ਹੈਲਪ ਕਰਦੀ ਹਾਂ। ਓਕੇ, ਸੋ ਅਮਰਜੀਤ ਜੀ, ਮੈਂ ਜਸਵੀਰ ਕੌਰ ਜੀ ਫਿਰ ਤੋਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ। ਉਸ ਤੋਂ ਪਹਿਲਾਂ ਅਮਰਜੀਤ ਜੀ ਮੈਨੂੰ ਇਹ ਦੱਸਣਾ ਕਿ ਕੰਮ ਸਿਰਫ ਮਤਲਬ ਹੈਲਪ ਜਿਹੜੀ ਹੈ, ਹੈਲਪ ਸਿਰਫ ਤੁਸੀਂ ਰਾਈਡ ਦੀ ਹੀ ਪ੍ਰੋਵਾਈਡ ਕਰਵਾਈ ਜਾਂ ਇਹਦੇ 'ਚ ਕੀ ਚੀਜ਼ਾਂ ਸ਼ਾਮਿਲ ਨੇ? ਕਿਸ ਤਰ੍ਹਾਂ ਦੀਆਂ ਮਦਦ ਤੁਸੀਂ ਸੇਵਾਵਾਂ ਦਿੰਦੇ ਹੋ? ਜੀ ਨਹੀਂ, ਕਾਫੀ ਵਿਸਥਾਰ ਦੇ ਵਿੱਚ ਇਹ ਹੈਗਾ ਕੰਮ। ਸਟਾਰਟਿੰਗ ਦੇ ਵਿੱਚ ਹੈਗਾ ਕਿ ਇਸ ਫੇਸਬੁੱਕ ਦੇ ਜਰੀਏ, ਇਸ ਕੰਟੈਕਟ ਦੇ ਜਰੀਏ ਅਸੀਂ ਇੰਡੀਆ ਬੈਠੇ ਸਟੂਡੈਂਟ ਜਿਹੜੇ ਹੈਗੇ ਨੇ ਉਹਨਾਂ ਤੱਕ ਵੀ ਇਹ ਮੈਸੇਜ ਵੀ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਨੂੰ ਪਹਿਲਾਂ ਕਾਲ ਕਰੋ, ਅਸੀਂ ਤੁਹਾਨੂੰ 에ਅਰਪੋਰਟ ਤੋਂ ਲੈ ਕੇ ਆਵਾਂਗੇ। ਓਕੇ, 에ਅਰਪੋਰਟ ਤੋਂ ਲੈ ਕੇ ਆਵਾਂਗੇ। ਅਗਰ ਉਹਨਾਂ ਕੋਲੇ ਕੋਈ ਵੀ ਭੈਣ ਭਰਾ ਉਹਨਾਂ ਦਾ ਇੱਥੇ ਹੈਗਾ ਜਾਂ ਕੋਈ ਰਿਸ਼ਤੇਦਾਰ ਹੈਗਾ, ਜੇ ਅਗਰ ਉਹ ਰੱਖਣ ਨੂੰ ਉਹਨੂੰ ਤਿਆਰ ਹੈਗੇ ਤਾਂ ਫਾਈਨ। ਅਗਰ ਨਹੀਂ ਰੱਖਣ ਨੂੰ ਤਿਆਰ ਹੈਗੇ ਉਹਨੂੰ, ਜਾਂ ਉਹਦਾ ਕੋਈ ਵੀ ਨਹੀਂ ਹੈ ਜੀ, ਉਹ ਸਾਨੂੰ ਦੱਸਦਾ ਜੀ ਮੇਰਾ ਇੱਥੇ ਕੋਈ ਨਹੀਂ ਹੈ, ਤਾਂ ਅਸੀਂ ਉਹਨੂੰ ਆਪਣੇ ਘਰ ਦੇ ਵਿੱਚ ਰੱਖਾਂਗੇ। ਠੀਕ ਹੈ ਜੀ। ਅਗਰ ਜੇ ਸਾਡੇ ਘਰ ਦੇ ਵਿੱਚ ਮੰਨ ਲਓ ਵੀ ਮੇਰੇ ਕੋਲ 4 ਸਟੂਡੈਂਟ ਪਹਿਲਾਂ ਆਏ ਆ, ਮੇਰੇ ਕੋਲ 4 ਦੀ ਅਕੋਮੋਡੇਸ਼ਨ ਹੈਗੀ ਆ, ਤਾਂ ਅਗਰ 5ਵਾਂ ਆ ਗਿਆ ਤਾਂ ਉਹ ਫਿਰ ਸਾਡੇ ਕੋਲ ਹੋਰ ਵਲੰਟੀਅਰ ਹੈਗੇ ਨੇ, ਨਵਰੂਪ ਸੱਗੂ ਜੀ ਆ, ਰਸ਼ਪਾਲ ਗੋਤਰਾ ਜੀ ਆ, ਹੋਰ ਬਹੁਤ ਸਾਰੇ ਮੇਰੇ ਫਰੈਂਡੀ ਸਰਕਲ ਦੇ ਵਿੱਚ ਸਾਡੇ ਵਲੰਟੀਅਰ ਹੈਗੇ ਨੇ, ਉਹ ਕਰਨ ਨੂੰ ਤਿਆਰ ਨੇ ਉਹ ਸੇਵਾ। ਉਹ ਕਹਿੰਦੇ ਜੀ ਕੋਈ ਨਹੀਂ, ਤੁਸੀਂ ਸਾਡੇ ਘਰ ਰੱਖ ਦਿਓ। 1-2 ਸਟੂਡੈਂਟ ਅਸੀਂ ਵੀ ਉਹਨੂੰ ਹੈਗਾ, ਅਸੀਂ 15 ਦਿਨ ਅਸੀਂ ਉਹਨੂੰ ਰੋਟੀ ਪਾਣੀ ਅਸੀਂ ਦੇਵਾਂਗੇ। ਓਕੇ, ਉਹਨਾਂ 15 ਦਿਨਾਂ ਦੇ ਵਿੱਚ ਅਸੀਂ ਉਹਦੀ ਜਿਹੜੀਆਂ ਬੇਸਿਕ ਐਲੀਮੈਂਟਰੀ ਜਿਹੜੀਆਂ ਸਰਵਿਸਿਜ਼ ਹੈਗੀਆਂ, ਜਿਹੜੀਆਂ ਆਪਾਂ ਨੂੰ ਜਿਹੜੀ ਲੋੜ, ਜਿਵੇਂ ਕਿ BCID ਕਾਰਡ, ਠੀਕ ਹੈ, MSP, SIN ਕਾਰਡ, ਉਹ ਸਾਰਾ ਉਹਨੂੰ ਤਿਆਰ ਕਰਵਾ ਕੇ ਉਹਦਾ ਪੇਪਰ ਵਰਕ ਸਾਰਾ ਅਸੀਂ 15 ਦਿਨਾਂ ਦੇ ਵਿੱਚ ਉਹਨੂੰ ਡਨ ਕਰਵਾ ਕੇ, ਯਾਨੀ ਕਿ 15 ਦਿਨਾਂ ਵਿੱਚ ਉਹਨੂੰ ਪੂਰਾ ਪ੍ਰੋਪਰ ਅਸੀਂ ਜਿਹੜੀਆਂ ਉਹਨੂੰ ਬੇਸਿਕ ਚੀਜ਼ਾਂ ਦੀ ਲੋੜ ਆ, ਉਹਨੂੰ ਗਰੋਸਰੀ ਸਾਰੇ ਦਿਖਾ ਕੇ, ਕਿੱਥੇ ਲਾਂਡਰੀ ਕਰਨੀ ਆ ਉਹਨੇ, ਕਿੱਥੇ ਜਾਣਾ, ਕਿਹੜਾ ਕਾਲਜ ਆ, ਉਹਨੂੰ ਕਾਲਜ ਦਿਖਾ ਕੇ ਉਹਨੂੰ ਅਸੀਂ ਮਤਲਬ ਆਉਣ ਵਾਲੇ 15 ਦਿਨਾਂ ਦੇ ਵਿੱਚ ਉਹਨੂੰ ਤਿਆਰ ਕਰ ਦੇਣਾ। ਉਦੋਂ ਬਾਅਦ 15 ਦਿਨ ਤੋਂ ਬਾਅਦ ਅਸੀਂ ਉਹਨੂੰ ਬੇਸਮੈਂਟ ਵੀ ਲੱਭ ਕੇ ਉਹਦੀ ਲੱਭਣ 'ਚ ਹੈਲਪ ਕਰਨੀ ਆ। ਅਗਰ ਜੇ ਉਹਨੂੰ ਕੋਈ ਉਹਦੇ ਪਿੰਡ ਦਾ ਜਾਂ ਉਹਦੇ ਕੋਈ ਸ਼ਹਿਰ ਦਾ ਉਹਨੂੰ ਕੋਈ ਸਾਥੀ ਮਿਲਦਾ, ਉਹ ਚਾਹੇ ਉਹਨਾਂ ਨਾਲ ਸ਼ੇਅਰਿੰਗ ਕਰ ਸਕਦਾ, ਜਾਂ ਅਸੀਂ ਉਹਦੀ ਹੈਲਪ ਕਰ ਸਕਦੇ ਹਾਂ। ਉਹ ਕਿਸੇ ਵੀ ਬੇਸਮੈਂਟ ਜਾਂ ਉਹ ਆਪਣੀ ਸੈਪਰੇਟ ਲੱਭਣਾ ਚਾਹੁੰਦਾ ਜਾਂ ਕਿਸੇ ਨਾਲ ਸ਼ੇਅਰ ਕਰਨਾ ਚਾਹੇ, ਇਹ ਉਹਦੀ ਮਰਜ਼ੀ ਆ। ਉਸ ਤੋਂ ਮੂਵ ਹੋਣ ਤੋਂ ਬਾਅਦ ਉਹਨੂੰ 1 ਮਹੀਨੇ ਦਾ ਅਸੀਂ ਰਾਸ਼ਨ ਵੀ ਅਸੀਂ ਉਹਨੂੰ ਕੋਲੋਂ ਲੈ ਕੇ ਦੇਵਾਂਗੇ।
ਓਕੇ ਠੀਕ ਹੈ ਜੀ। ਅਗਰ 1 ਮਹੀਨੇ ਤੋਂ ਬਾਅਦ ਜੇ ਉਹਨੂੰ ਕੋਈ ਜੌਬ ਲੱਭ ਜਾਂਦੀ ਆ ਤਾਂ ਕੋਸ਼ਿਸ਼ ਹੈਗੀ ਆ ਕਿ ਸਾਡੀ ਉਹਨੂੰ ਕੰਟੀਨਿਊ ਸੇਵਾਵਾਂ ਉਹਨੂੰ ਕਰਨ ਦੀ, ਤੇ ਅਗਰ ਜੇ ਉਹਨੂੰ ਜੌਬ ਮਿਲ ਜਾਂਦੀ ਆ ਤਾਂ ਦੈਨ ਇਟਸ ਫਾਈਨ। ਓਕੇ, ਸੋ ਇਹ ਸਾਰੀਆਂ ਸੇਵਾਵਾਂ ਜੀ, ਤੁਸੀਂ ਬਿਲਕੁਲ, ਪ੍ਰਦਾਨ ਹਾਂਜੀ। ਕਰਵਾਉਂਦੇ ਹੋ। ਓਕੇ, ਤੇ ਜਦੋਂ ਅਮਰਜੀਤ ਜੀ ਇਸ ਦੌਰ ਦੇ ਵਿੱਚ ਜਦੋਂ ਕਰੋਨਾ ਵਾਇਰਸ ਹੈ ਤੇ ਫੈਡਰਲ ਗਵਰਨਮੈਂਟ ਦੇ ਵੱਲੋਂ ਜਿਸ ਤਰੀਕੇ ਨਾਲ ਗਾਈਡਲਾਈਨਸ ਨੇ ਬਹੁਤ ਸਾਰੀਆਂ ਹੈ ਨਾ, ਤੇ ਉਹ ਗਾਈਡਲਾਈਨਸ ਦੇ ਵਿੱਚ ਫਿਰ ਤੁਸੀਂ ਕਿੱਦਾਂ ਇਹ ਸਭ ਚੀਜ਼ਾਂ ਕਰ ਰਹੇ ਹੋ? ਕਿਉਂਕਿ ਜਿਹੜਾ ਵੀ ਸ਼ਖਸ ਆਣਾ, ਚਾਹੇ ਉਹ ਕੋਈ ਸਟੂਡੈਂਟ ਹੈ ਜਾਂ ਕੋਈ ਵੀ ਆ ਰਿਹਾ ਹੈ, ਉਹਨੂੰ ਇਹਨਾਂ ਦਿਨਾਂ ਦੇ ਵਿੱਚ ਕੁਆਰੰਟੀਨ ਹੋਣਾ ਪੈਣਾ। ਸੋ ਇਹ ਫਿਰ ਇਸ ਅਜਿਹੇ ਦੇ ਵਿੱਚ ਕਿਵੇਂ ਸਾਰੀ ਪ੍ਰਕਿਰਿਆ ਨੂੰ ਕੰਪਲੀਟ ਕਰ ਰਹੇ ਹੋ? ਇਹ ਤਕਰੀਬਨ ਜਦੋਂ ਆਪਾਂ ਸੰਸਥਾ ਖੋਲੀ ਸੀ ਉਦੋਂ ਇਹੋ ਜਿਹਾ ਰੂਲ ਹੈ ਨਹੀਂ ਸੀ ਕੋਈ, ਉਹਦਾ 3 ਦਿਨਾਂ ਦਾ ਹੋਟਲ ਵਾਲਾ ਹੈਗਾ, ਠੀਕ ਹੈ। ਮਤਲਬ ਥੋੜਾ ਜਿਹਾ ਉਹਨਾਂ ਨੇ ਸਖਤਾਈ ਵਧਾਈ ਹੋਈ ਹੈ ਗਵਰਨਮੈਂਟ ਨੇ, ਤਦ ਤੱਕ ਇਹ ਸੇਵਾਵਾਂ ਤਕਰੀਬਨ ਰੱਦ ਨੇ, ਠੀਕ ਹੈ ਜੀ। ਹਾਂਜੀ, ਕਿਉਂਕਿ ਪਹਿਲਾਂ ਅਸੀਂ ਪਲਾਨ ਕੀਤਾ ਸੀ ਜੇ ਕੋਈ ਆਊਗਾ ਤਾਂ ਅਸੀਂ ਮਤਲਬ ਸੈਪਰੇਟ ਰੂਮ ਦੇ ਵਿੱਚ ਦੇ ਦਿਆਂਗੇ, ਪਰ ਹੁਣ ਉਹਦੇ ਵਿੱਚ ਕੀ ਹੈਗਾ ਕਿ ਗਵਰਨਮੈਂਟ ਵੱਲੋਂ CVS ਵੱਲੋਂ ਮੇਰੇ ਖਿਆਲ ਆਉਂਦੇ ਵੀ ਆ, ਰਾਈਟ, ਚੈੱਕ ਕਰਨ ਆਉਂਦੇ ਆ ਵੀ ਉਹ ਕਿੱਥੇ ਆ, ਕੋਈ ਹੋਰ ਫੈਮਿਲੀ ਦਾ ਮੈਂਬਰ ਹੈ ਜਾਂ ਨਹੀਂ ਹੈ ਉੱਤੇ, ਉਹ ਸਾਰਾ ਕੁਝ ਚੈੱਕ ਕਰਦੇ ਆ। ਕਿਉਂਕਿ ਮੈਨੂੰ ਹੁਣ ਮੈਸੇਜ ਵੀ ਆਇਆ ਅੱਜ ਸਵੇਰ ਵੀ ਉੱਠ ਕੇ, ਇੱਕ ਇੰਡੀਆ ਤੋਂ 2 ਜਣਾਂ ਦਾ ਮੈਸੇਜ ਆਇਆ ਕਿ ਵੀ ਭਾਜੀ ਵੀ ਸਾਨੂੰ ਇੱਦਾਂ ਅਕੋਮੋਡੇਸ਼ਨ ਚਾਹੀਦੀ ਹੈ ਵੀ ਇੱਦਾਂ ਕਰਕੇ। ਮੈਂ ਕਿਹਾ ਜੀ ਪਹਿਲਾਂ ਤਾਂ ਤੁਹਾਨੂੰ ਲੀਗਲੀ ਉੱਥੇ ਹੋਣਾ ਪੈਣਾ, ਬਾਕੀ ਮੈਨੂੰ ਨਹੀਂ ਲੱਗਦਾ ਕਿ ਅਕੋਰਡਿੰਗ ਟੂ ਗਵਰਨਮੈਂਟ ਕਿ ਮੈਂ ਕਿਸੇ ਨੂੰ ਆਪਣੇ ਘਰੇ ਰੱਖ ਸਕਦਾ ਹਾਲ ਦੀ ਘੜੀ, ਠੀਕ ਹੈ। ਸੋ ਜਿੰਨੀ ਦੇਰ ਇਹ ਕੋਵਿਡ ਦੀਆਂ ਸਮੱਸਿਆਵਾਂ ਚੱਲਦੀਆਂ ਪਈਆਂ, ਸੋ ਅਨਫੋਰਚੂਨੇਟਲੀ ਆਪਾਂ ਇਸ ਸੇਵਾਵਾਂ ਤੋਂ ਹਲੇ ਆਪਾਂ ਵੰਚਿਤ ਹੀ ਰਵਾਂਗੇ। ਸੋ ਜਦੋਂ ਤੱਕ ਇਹ ਨਿਯਮ ਜਦੋਂ ਹਟ ਜਾਣਗੇ ਤਾਂ ਉਸ ਤੋਂ ਬਾਅਦ ਫਿਰ ਸਾਰਾ ਇਦਾਂ ਹੀ ਚੱਲੇਗਾ। ਜੀ, ਸੋ ਮੈਂ ਇਹਦੇ ਤੇ ਥੋੜਾ ਜਿਹਾ ਐਡ ਕਰਨਾ ਚਾਹੁੰਦੀ ਹਾਂ। ਜਿੱਦਾਂ 14 ਦਿਨ ਹੈਗਾ ਜਿਹੜਾ ਗਵਰਨਮੈਂਟ ਦੇ ਥਰੂ ਰੂਲ ਬਣਿਆ ਆ, ਸੋ ਜਦੋਂ 14 ਦਿਨਾਂ ਤੋਂ ਬਾਅਦ ਜਿਹੜੀਆਂ ਇਹੀ ਸਰਵਿਸਿਜ਼ ਇਹਨਾਂ ਨੇ ਪਹਿਲਾਂ ਐਕਸਪਲੇਨ ਕੀਤੀਆਂ ਉਹ ਉਸ ਤੋਂ ਸ਼ੁਰੂ ਹੋ ਸਕਦਾ। ਓਕੇ, 14 ਦਿਨਾਂ ਤੋਂ ਬਾਅਦ ਬਿਲਕੁਲ, ਯਾਨੀ ਕਿ ਸਾਰਾ ਪ੍ਰੋਸੈਸ ਤੋਂ ਫਿਰ ਤੁਸੀਂ ਜਿਹੜਾ ਸਿਰ ਨੰਬਰ ਅਪਲਾਈ ਕਰਨਾ ਆ ਜਾਂ MSP ਅਪਲਾਈ ਕਰਨਾ ਹੈ, ਸੋ ਉਸ ਤੋਂ ਬਾਅਦ ਉਹ ਸਟਾਰਟ ਹੋ ਸਕਦਾ ਹੈ। ਓਕੇ, ਬਿਲਕੁਲ ਠੀਕ ਹੈ। ਹੁਣ ਉਹ ਸਵਾਲ ਜਦੋਂ ਇੰਟਰਵਿਊ ਅਸੀਂ ਕਰ ਰਹੇ ਹਾਂ, ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹ ਸਾਡੇ ਦੇਖ ਰਹੇ ਨੇ, ਤੇ ਮੈਨੂੰ ਪਤਾ ਹੈ ਕਿ ਸਭ ਦੇ ਜ਼ਿਹਨ ਦੇ ਵਿੱਚ ਇਹ ਹੁਣ ਸਵਾਲ ਜ਼ਰੂਰ ਹੋਏਗਾ ਕਿ ਜਿੰਨੀਆਂ ਸੇਵਾਵਾਂ ਦੀ ਹੁਣ ਤੱਕ ਤੁਸੀਂ ਗੱਲ ਕੀਤੀ ਹੈ ਅਮਰਜੀਤ ਜੀ, ਜਸਵੀਰ ਕੌਰ ਜੀ, ਇਹ ਦੱਸੋ ਕਿ ਇਹ ਬਿਲਕੁਲ ਫ੍ਰੀ ਹੈ ਸਾਰੀ ਸੇਵਾ? ਟੋਟਲੀ 100% ਫ੍ਰੀ ਹੈ ਜੀ, ਫ੍ਰੀ ਹੈ, ਕੋਈ ਚਾਰਜ ਨਹੀਂ ਹੈ ਜੀ। ਇਮੀਗ੍ਰੇਸ਼ਨ ਦੀ ਜਿਹੜੀ ਵੀ ਸਰਵਿਸਿਜ਼ ਆ ਲੋੜਵੰਦਾਂ ਨੂੰ, ਯੈਸ, ਫ੍ਰੀ ਆਫ ਕਾਸਟ। ਇਮੀਗ੍ਰੇਸ਼ਨ ਦੇ ਉੱਤੇ ਜਸਵੀਰ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਵੀ ਸਟੂਡੈਂਟ ਆਂਦਾ ਜਾਂ ਕੋਈ ਵਿਜ਼ਿਟਰ ਆ ਗਿਆ, ਮਤਲਬ ਵਿਜ਼ਿਟਰ ਵਾਸਤੇ ਇਹ ਹੈ ਸਹੂਲਤ? ਕਿਉਂਕਿ ਦੇਖੋ ਇੰਪੋਰਟੈਂਟ ਕੀਵਰਡ ਹੈ ਇਹਦੇ ਵਿੱਚ ਲੋੜਵੰਦ, ਜਿਹਨੂੰ ਵੀ ਜ਼ਰੂਰਤ ਹੈ। ਓਕੇ, ਸੋ ਜ਼ਰੂਰਤਮੰਦ ਕੋਈ ਵੀ ਹੋਵੇ। ਓਕੇ, ਸੋ ਉਹ ਵਾਕਈ ਕਿਉਂਕਿ ਕਲੀਅਰ ਕਰਨਾ ਮੇਰੇ ਲਈ ਵੀ ਇਹ ਚੀਜ਼ ਜ਼ਰੂਰੀ ਸੀਗੀ, ਕਿਉਂਕਿ ਹਰ ਤਰ੍ਹਾਂ ਦੇ ਲੋਕ ਜਿਹੜੇ ਇਸ ਟਾਈਮ ਸਾਨੂੰ ਦੇਖ ਰਹੇ ਨੇ, ਸੁਣ ਰਹੇ ਨੇ, ਵਿਜ਼ਿਟਰ ਦੇ ਦਿਮਾਗ 'ਚ ਇਹ ਹੁੰਦਾ ਵੀ ਸ਼ਾਇਦ ਸਾਡੇ ਲਈ ਇਹ ਫੈਸਿਲਿਟੀ ਹੈ ਜਾਂ ਨਹੀਂ ਹੈ, ਸਿਰਫ ਸ਼ਾਇਦ ਸਟੂਡੈਂਟਸ ਲਈ ਹੈ, ਸੀਨੀਅਰ ਸਿਟੀਜ਼ਨਸ ਲਈ ਹੈ। ਇਹਦੇ ਵਿੱਚ ਇਹ ਹੈਗਾ ਕਿ ਮੋਸਟਲੀ ਵਿਜ਼ਿਟਰ ਦਾ ਮੀਨਸ ਇਹ ਆ ਕਿ ਉਹਨੂੰ ਕਿਸੇ ਨੇ ਅਪਲਾਈ ਕੀਤਾ। ਓਕੇ, ਬਿਲਕੁਲ, ਰਾਈਟ, ਸੋ ਮੀਨਸ ਉਹਦਾ ਕੋਈ ਨਾ ਕੋਈ ਹੈਗਾ ਇੱਥੇ। ਬਿਲਕੁਲ, ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਬਟ ਜੇ ਕੋਈ ਹੈ, ਪਰ ਜੇ ਹੈ ਤਾਂ ਮੋਸਟ ਵੈਲਕਮ, ਸਾਡੇ ਵੱਲੋਂ ਕੋਈ ਨਾ ਨਹੀਂ ਹੈ। ਅਮਰਜੀਤ ਜੀ, ਇਹਦਾ ਦੀ ਕੰਡੀਸ਼ਨ ਦੇ ਵਿੱਚ ਇਹ ਹੋ ਜਾਂਦਾ ਕਿ ਨੋ ਡਾਊਟ ਜਦੋਂ ਵਿਜ਼ਿਟਰ ਆਇਆ ਤਾਂ ਉਹਨੂੰ ਕਿਸੇ ਨਾ ਕਿਸੇ ਨੇ ਬੁਲਾਇਆ, ਪਰ ਇੱਥੇ ਕੈਨੇਡਾ ਦੇ ਵਿੱਚ ਸਾਰੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਬਹੁਤ ਰਹਿੰਦੇ ਨੇ, ਸੋ ਘੱਟ ਸਮਾਂ ਕੱਢ ਪਾਉਂਦੇ ਨੇ, ਤੇ ਜਿਹੜਾ ਸ਼ਖਸ ਆਇਆ ਹੁੰਦਾ ਉਹ ਆਪਣੇ ਆਪ ਨੂੰ ਬੋਰ ਵੀ ਫੀਲ ਕਰਦਾ, ਉਹਨੂੰ ਲੱਗਦਾ ਕਿ ਮੈਂ ਕਿਤੇ ਵਿਜ਼ਿਟ ਕਰਨਾ ਚਾਹੁੰਦਾ ਜਾਂ ਮੈਨੂੰ ਕੋਈ ਕਿਤੇ ਲੈ ਜਾਵੇ। ਸੋ ਇਸ ਲਈ ਸਵਾਲ ਮੇਰਾ ਤੁਹਾਨੂੰ ਹੈ ਵੀ ਇਹ ਫਿਰ ਅਜਿਹੇ ਦੇ ਵਿੱਚ ਤੁਸੀਂ ਕੀ ਕਰਦੇ ਹੋ, ਹੈਲਪ ਕਰਦੇ ਹੋ ਇਦਾਂ ਦੇ ਬੰਦੇ ਦੀ ਵੀ? ਮੈਨੂੰ ਇਸ ਕੁਐਸਚਨ ਦੇ ਵਿੱਚ ਥੋੜਾ ਜਿਹਾ ਹੈਗਾ ਹੈ, ਕਿਉਂਕਿ ਦੇਖੋ ਹੁਣ ਜੇ ਤੁਸੀਂ ਘੁੰਮਣ ਫਿਰਨ ਜਾਣਾ ਹੈ, ਆਫ ਕੋਰਸ ਉਹਦੇ ਲਈ ਤਾਂ ਸਰਵਿਸ ਨਹੀਂ ਹੈ, ਪਰ ਲੋੜਵੰਦ ਇਹ ਸਰਵਿਸ ਉਹਦੇ ਲਈ ਜੇ ਮੰਨ ਲਓ ਨੇ ਗਰੋਸਰੀ ਵਗੈਰਾ ਕਰਨੀ ਜਾਂ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੀ ਪੈ ਗਈ ਹੈ ਦਾਦੀ, ਤਾਂ ਉਦੋਂ ਤੁਸੀਂ ਇਹ ਸੇਵਾ ਪ੍ਰੋਵਾਈਡ ਕਰਵਾਓ। ਹੁਣ ਜਿਵੇਂ ਇੱਕ ਫੈਮਿਲੀ ਪਰਸਨ ਦਾ ਫੋਨ ਆਇਆ ਜੀ, ਉਹ ਕਹਿੰਦੇ ਜੀ ਅਸੀਂ ਜੇ ਤੁਸੀਂ ਬਜ਼ੁਰਗਾਂ ਨੂੰ ਰਾਈਡ ਦਿੰਦੇ ਹੋ? ਮੈਂ ਕਿਹਾ ਹਾਂਜੀ ਦਿੰਦੇ ਆ ਜੀ। ਕਹਿੰਦੇ ਜੀ ਅਸੀਂ ਕਈ ਵਾਰ ਕੰਮ ਤੇ ਹੁੰਦੇ ਆ ਤੇ ਤੁਸੀਂ ਇਹਨਾਂ ਨੂੰ ਲਿਜਾ ਸਕਦੇ ਹੋ? ਮੈਂ ਕਿਹਾ ਜੀ ਵੀ ਅਸੀਂ ਵੀ ਕੰਮਾਂ ਕਾਰ ਵਾਲੇ ਆ, ਠੀਕ ਹੈ ਜੀ, ਅਸੀਂ ਵੀ 4-5 ਘੰਟੇ ਮਤਲਬ ਸ਼ਾਮ ਨੂੰ ਟਾਈਮ ਕੱਢਦੇ ਆ, 5 ਵਜੇ ਤੱਕ 4 ਵਜੇ ਤੱਕ ਜਿਹੜੇ ਵੀ ਵਲੰਟੀਅਰ ਹੈਗੇ ਅਸੀਂ ਕੰਮ ਕਰਦੇ ਆ। ਅੱਛਾ ਅਮਰਜੀਤ ਜੀ, ਵਾਕਈ ਦੇ ਵਾਸਤੇ ਇਹ ਵੀ ਮੇਰਾ ਸਵਾਲ ਮੈਂ ਪੁੱਛਣਾ ਸੀ ਤੁਹਾਨੂੰ ਵੀ ਤੁਸੀਂ ਆਪ ਵੀ ਕੋਈ ਕੰਮ ਕਰਦੇ ਹੋ ਤੇ ਫਿਰ ਤੁਹਾਡੀ ਕੋਈ ਟਾਈਮਿੰਗ ਫਿਕਸ ਹੈ? ਬਿਲਕੁਲ ਜੀ, ਬਿਲਕੁਲ ਸਾਰੀ ਟਾਈਮਿੰਗ ਹੈਗਾ ਜੀ। ਜਿਹੜਾ ਵੀਕਡੇ ਦੇ ਵਿੱਚ ਟਾਈਮ ਹੈਗਾ ਜੀ ਉਹ ਸਾਡਾ 5 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਵੀਕਡੇਜ਼ ਤੋਂ। ਹਾਂਜੀ, ਉਹਦੇ ਵਿੱਚ ਵਿਦਿਆਰਥੀਆਂ ਨੇ ਜਾਂ ਬਜ਼ੁਰਗਾਂ ਨੇ ਕਿਤੇ ਗਰੋਸਰੀ ਜਾਂ ਕਿਤੇ ਲਾਉਂਡਰੀ ਵਗੈਰਾ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਜਾਂ ਇਹਨਾਂ ਨੂੰ ਕੋਈ ਕੋਈ ਜ਼ਰੂਰੀ ਕੰਮ ਆ ਜਾਂ ਡਾਕਟਰ ਦੀ ਅਪਾਇੰਟਮੈਂਟ ਹੈਗੀ ਆ ਜਾਂ ਐਕਸ-ਰੇ ਕੁਛ ਵੀ ਹੈਗਾ, ਉਹ ਸਾਨੂੰ ਤੋਂ ਕਾਲ ਬੇਸ ਤੇ ਕਰ ਸਕਦੇ ਆ, ਠੀਕ ਹੈ ਜੀ। ਉਸ ਤੋਂ ਇਲਾਵਾ ਜਿਹੜਾ ਵੀਕਐਂਡ ਹੈਗਾ ਉਹ ਹੈਗਾ ਦੁਪਹਿਰ ਦੇ 12 ਵਜੇ ਤੋਂ ਲੈ ਕੇ ਰਾਤ ਦੇ 9-10 ਵਜੇ ਤੱਕ ਹੈਗਾ ਟਾਈਮ ਦਾ, ਠੀਕ ਹੈ। ਉਹ ਵੀਕਐਂਡ ਤੇ ਕਿਉਂਕਿ ਮੋਸਟਲੀ ਸਟੂਡੈਂਟ ਵੀਕਐਂਡ ਤੇ ਫ੍ਰੀ ਹੁੰਦੇ ਆ, ਜੇ ਉਹਨਾਂ ਨੇ ਕੋਈ ਗਰੋਸਰੀ ਆ ਉਹਦੀ ਜਾਂ ਜੀ ਉਹ ਸਾਨੂੰ ਕਰ ਸਕਦੇ ਆ। ਸੌਰੀ ਫॉर दैट, ਇੱਕ ਕਿਉਂਕਿ ਵਲੰਟੀਅਰ ਦੀ ਘਾਟ ਹੋਣ ਕਰਕੇ ਸਾਡੀਆਂ ਇਹ ਟਾਈਮ ਇਸ ਵਾਰੀ ਲਿਮਟਡ ਨੇ। ਅਸੀਂ ਚਾਹੁੰਦੇ ਆ ਕਿ ਹੋਰ ਵਲੰਟੀਅਰ ਸਾਡੇ ਨਾਲ ਜੁੜਨ ਤਾਂ ਕਿ ਅਸੀਂ ਇਹ ਸੇਵਾਵਾਂ ਵਧਾ ਸਕੀਏ, ਕਿਉਂਕਿ ਲੋੜ ਤਾਂ ਹੁਣ ਸਾਰਾ ਦਿਨ ਹੀ ਆ, ਕਿਉਂਕਿ ਕਿਸੇ ਨੂੰ ਵੀਕਐਂਡ ਤੇ ਛੁੱਟੀ ਆ, ਕਿਸੇ ਨੂੰ ਵੀਕਡੇ ਦੇ ਵਿੱਚ ਛੁੱਟੀ ਆ, ਕੋਈ ਵੀਕਐਂਡ ਤੇ ਕੰਮ ਕਰਦਾ, ਕਿਸੇ ਨੂੰ ਫੁੱਲ ਟਾਈਮ ਸਾਨੂੰ ਡੇ ਟਾਈਮ ਉਹਨਾਂ ਨੂੰ ਲੋੜ ਹੁੰਦੀ ਆ। ਅਸੀਂ ਕਈ ਵਾਰ ਉਦੋਂ ਅਵੇਲੇਬਲ ਨਹੀਂ ਹੈਗੇ ਕਿਉਂਕਿ ਹਲੇ ਸਾਡੇ ਕੋਲ ਵਲੰਟੀਅਰ ਦੀ ਘਾਟ ਹੋਣ ਕਰਕੇ, ਡਰਾਈਵਰਾਂ ਦੀ ਘਾਟ ਹੋਣ ਕਰਕੇ
ਕੇ ਵੀ ਇਹ ਸਮੱਸਿਆ ਦਾ ਸਾਨੂੰ ਸਾਹਮਣਾ ਕਰ ਰਿਹਾ ਕਿ ਸਾਨੂੰ ਲਿਮਟਡ ਟਾਈਮ ਦੇਣਾ ਪੈ ਰਿਹਾ। ਅਮਰ ਜੀ, ਜਿਹੜੇ ਵਲੰਟੀਅਰਸ ਨਾਲ ਜੁੜ ਰਹੇ ਨੇ, ਕਿ ਉਹਨਾਂ ਨੂੰ ਕੁਝ ਪੇ ਕਰਨਾ ਪੈਂਦਾ ਹੈ ਜਾਂ ਉਹ ਵੀ ਫਿਰ ਫ੍ਰੀ ਸੇਵਾ ਲਈ? ਕਈ ਤੁਹਾਨੂੰ ਲੋਕ ਇਦਾਂ ਦੇ ਟੱਕਰੇ ਨੇ ਜਿਹੜੇ ਫ੍ਰੀ ਸੇਵਾ ਲਈ ਤਿਆਰ ਨੇ। ਨਹੀਂ ਜੀ, ਫ੍ਰੀ ਬਹੁਤ ਹੈਗੇ। ਹੁਣ ਫੋਨ ਆਏ ਆ, ਕਾਫੀ ਜਾਣਦੇ, ਉਹ ਕਹਿੰਦੇ ਜੀ ਅਸੀਂ ਕਰਨ ਨੂੰ ਤਿਆਰ ਆ। ਮਤਲਬ ਕਿਉਂਕਿ ਨੈਚੁਰਲੀ ਗੱਲ ਇਹ ਫ੍ਰੀ ਸੁਸਾਇਟੀ ਹੈਗੀ ਆ, ਜਿਹੜਾ ਵੀ ਇਹਦੇ ਨਾਲ ਫ੍ਰੀ ਜੁੜੂਗਾ ਉਹ ਫ੍ਰੀ ਉਹਨੂੰ ਸੇਵਾ ਹੀ ਪ੍ਰਦਾਨ ਕਰਨੀ ਪੈਣੀ ਆ। ਓਕੇ, ਜਸਵੀਰ ਕੌਰ ਜੀ, ਜਦੋਂ ਕੋਈ ਸਟੂਡੈਂਟ ਆਉਂਦੇ ਨੇ ਹੈ ਨਾ, ਔਰ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਹੈ, ਕਈ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਲੱਗਦੀਆਂ, ਅਮਰਜੀਤ ਜੀ ਨੇ ਦੱਸਿਆ ਵੀ ਉਹ ਵੀ ਤੁਸੀਂ ਸਾਰੀਆਂ ਪ੍ਰੋਵਾਈਡ ਕਰਵਾਉਂਦੇ ਹੋ। ਤੁਹਾਡੇ ਇਮੀਗ੍ਰੇਸ਼ਨ ਦਾ ਤੁਸੀਂ ਉਹਨਾਂ ਦਾ ਸਾਰਾ ਦੇਖਦੇ ਹੋ ਹੈ ਨਾ, ਉਸ ਦੇ ਵਿੱਚ ਤੁਸੀਂ ਕਿਹੜੀਆਂ ਚੈੱਕ ਕਰਨੀਆਂ ਹੁੰਦੀਆਂ ਨੇ ਚੀਜ਼ਾਂ? ਤੇ ਜਦੋਂ ਕਿਸੇ ਸਟੂਡੈਂਟਸ ਨੂੰ ਲਾਈਕ ਲੋੜ ਹੈ, ਉਹਨੂੰ ਸਮਝ ਨਹੀਂ ਆ ਰਹੀ ਜਾਂ ਉਹਨੇ ਅੱਗੇ ਪੇਪਰ ਵਰਕ ਲਗਾਉਣਾ, ਕਈ ਸਟੂਡੈਂਟਸ ਇੱਦਾਂ ਦੇ ਹੁੰਦੇ ਨੇ ਜਿਹੜੇ ਕੰਮਕਾਰ ਕਰਦੇ ਨੇ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਦੀ ਵੀ ਲੋੜ ਪੈਂਦੀ ਹੈ ਨਾ ਕੰਮ ਤੋਂ ਬਾਅਦ। ਤੇ ਕਈ ਲੋਕ ਹੁੰਦੇ ਨੇ ਜਿਹੜੇ ਆਪਣੇ ਕਿਸੇ ਨਾ ਕਿਸੇ ਪ੍ਰੋਫਾਈਲ ਨਾਲ ਆਲਰੇਡੀ ਜੁੜ ਕੇ ਆਏ ਨੇ, ਤੇ ਉਹ ਇੱਥੇ ਵੀ ਇਹੀ ਕੋਸ਼ਿਸ਼ ਦੇ ਵਿੱਚ ਹੁੰਦੇ ਨੇ ਕਿ ਜਿਹੜਾ ਮੈਂ ਪਹਿਲਾਂ ਕੰਮ ਕਰਦਾ ਆ ਰਿਹਾ ਜਾਂ ਕਰਦੀ ਆ ਰਹੀ ਹਾਂ, ਮੈਨੂੰ ਉਹੀ ਕੈਨੇਡਾ ਦੇ ਵਿੱਚ ਕੰਮ ਮਿਲ ਜਾਏ, ਉਹੀ ਨੌਕਰੀ ਮਿਲ ਜਾਏ। ਸੋ ਅਜਿਹੇ ਦੇ ਵਿੱਚ ਤੁਹਾਡਾ ਕੀ ਰੋਲ ਰਹਿੰਦਾ ਹੈ? ਓਕੇ, ਤੁਹਾਡੇ ਦੋ ਕੁਐਸਚਨ ਆ। ਥੈਂਕ ਯੂ ਵੈਰੀ ਮਚ, ਬਹੁਤ ਵਧੀਆ ਕੁਐਸਚਨ। ਹਾਂਜੀ, ਸੋ ਜਿਹੜਾ ਪਹਿਲਾ ਕੁਐਸਚਨ ਹੈ ਮੈਂ ਉਹਦਾ ਆਨਸਰ ਇਹ ਕਰੂੰਗੀ ਕਿ ਜਿਹੜੇ ਸਟੂਡੈਂਟਸ ਇੱਥੇ ਆਉਂਦੇ ਆ ਉਹਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਆ ਰਹੀ ਹੈ ਕਿ ਉਹਨਾਂ ਨੇ ਕਾਲਜ ਆਪਣਾ ਜਾਂ ਯੂਨੀਵਰਸਿਟੀ ਚੇਂਜ ਕਰਨਾ ਹੈ, ਠੀਕ ਹੈ, ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਆ, ਅਸੀਂ ਉਹਨਾਂ ਦੀ ਫ੍ਰੀ ਦੇ ਵਿੱਚ ਹੈਲਪ ਕਰ ਸਕਦੇ ਹਾਂ ਜਿਹੜੀ ਵੀ ਚੇਂਜ ਕਰਨਾ ਚਾਹੁੰਦੇ ਆ ਕੋਰਸ। ਸੈਕੰਡ ਹੁੰਦਾ ਹੈ ਉਹਨਾਂ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਕਰਨਾ ਆ, ਪਹਿਲਾਂ ਉਹਨਾਂ ਦਾ ਉਹਨੇ ਟਾਈਮ ਦੇ ਵਿੱਚ ਫਿਨਿਸ਼ ਨਹੀਂ ਹੋਇਆ ਜਾਂ ਫਿਰ ਉਹਨਾਂ ਨੇ ਚੇਂਜ ਕੀਤਾ ਸੀ ਕੋਰਸ, ਉਹ ਉਹਨਾਂ ਟਾਈਮ ਲੱਗਿਆ ਨਹੀਂ, ਠੀਕ ਹੈ, ਸੋ ਉਹਨਾਂ ਨੇ ਉਹ ਚੇਂਜ ਐਕਸਟੈਂਡ ਕਰਨਾ, ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਤੀਸਰੀ ਗੱਲ ਤੁਸੀਂ ਕਹੀ ਹੈ ਕਿ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਅਪਲਾਈ ਕਰਦੇ ਆ, ਯੈਸ, ਉਹਦੇ ਵਿੱਚ ਵੀ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਇਹ ਮੈਂ ਨਾਲ ਕੀਵਰਡ ਜ਼ਰੂਰ ਯੂਜ਼ ਕਰਨਾ ਚਾਹੂੰਗੀ, ਜਿਨ੍ਹਾਂ ਨੂੰ ਲੋੜ ਹੈ, ਬਿਲਕੁਲ ਲੋੜ ਬੰਦਾ, ਠੀਕ ਹੈ। ਨੈਕਸਟ ਤੁਸੀਂ ਗੱਲ ਕੀਤੀ ਆ ਕਿ ਸਟੂਡੈਂਟਸ ਜਿਨ੍ਹਾਂ ਨੂੰ ਜੌਬ ਦੇ ਨਾਲ ਰਿਲੇਟਡ ਉਹਨਾਂ ਦਾ ਜੇ ਕੋਈ ਪਿਛਲਾ ਕੰਮ ਹੈਗਾ ਤਾਂ ਹੁਣ ਇੱਥੇ ਇਹਦੇ ਲਈ ਅਸੀਂ ਹੋਰ ਸਾਰੇ ਈਵਨ EMPLOYERS ਨੂੰ ਵੀ ਅਸੀਂ ਕਹਿੰਦੇ ਆ ਕਿ ਉਹ ਸਾਨੂੰ ਕੰਟੈਕਟ ਕਰਨ ਜਿਨ੍ਹਾਂ ਨੂੰ ਐਕਚੁਅਲੀ ਵਰਕਰਸ ਦੀ ਲੋੜ ਆ, ਠੀਕ ਹੈ। ਸੋ ਜੇ ਅਸੀਂ ਇੱਕ ਬ੍ਰਿਜ ਬਣਨਾ ਚਾਹੁੰਦੇ ਆ ਉਹਨਾਂ ਦੇ ਵਿਚਕਾਰ, ਤਾਂ ਕਿ EMPLOYERS ਜਿਨ੍ਹਾਂ ਨੂੰ ਲੋੜ ਆ ਵਰਕਰਸ ਦੀ ਐਂਡ EMPLOYEES ਜਿਨ੍ਹਾਂ ਨੂੰ ਕੰਮ ਦੀ ਲੋੜ ਆ, ਇਹ ਇੱਕ ਆਪਸ 'ਚ ਕਨੈਕਟ ਹੋ ਸਕਣ। ਜੀ, ਯੈਸ, ਬਿਲਕੁਲ। ਸੋ ਜਦੋਂ ਲੀਗਲੀ ਕਈ ਚੀਜ਼ਾਂ ਹੁੰਦੀਆਂ ਨੇ, ਜਦੋਂ ਤੁਸੀਂ ਇਸ ਦਾ ਅਪਰੂਵਲ ਵੀ ਜਦੋਂ ਸੁਸਾਇਟੀ ਦੇ ਵੱਲੋਂ ਲਿਆ ਗਿਆ ਤਾਂ RCMP ਨੂੰ ਵੀ, ਕਿਉਂਕਿ ਮੈਨੂੰ ਲੱਗਦਾ ਕਿ ਕੈਨੇਡਾ ਦੇ ਵਿੱਚ ਕਿੰਨੀਆਂ ਸੰਸਥਾਵਾਂ ਨੇ ਇੱਦਾਂ ਦੀਆਂ ਕੰਮ ਕਰਦੀਆਂ, ਉਹਦੇ ਬਾਰੇ ਮੈਨੂੰ ਇੰਨਾ ਪਤਾ ਨਹੀਂ ਹੈ, ਜੇ ਤੁਹਾਨੂੰ ਪਤਾ ਤਾਂ ਤੁਸੀਂ ਪਲੀਜ਼ ਉਸ ਬਾਰੇ ਵੀ ਸਾਨੂੰ ਦੱਸਿਓ। ਤੇ ਜਦੋਂ ਤੁਸੀਂ ਵੀ ਹੁਣ ਜੁੜੇ ਹੋ ਤੇ ਤੁਹਾਨੂੰ ਨੋ ਡਾਊਟ ਪੇਪਰ ਵਰਕ ਅਗਰ ਤੁਸੀਂ ਕਿਸੇ ਦਾ ਕਰਵਾ ਰਹੇ ਹੋ, ਸਟੂਡੈਂਟਸ ਦਾ ਜਾਂ ਸਭ ਚੀਜ਼ਾਂ ਦਾ, ਤੁਹਾਨੂੰ ਵੀ ਬਹੁਤ ਸਾਰਾ ਪੇਪਰ ਵਰਕ ਕਰਨਾ ਪਿਆ ਹੋਏਗਾ, ਰਾਈਟ? ਸੋ ਇਹਨਾਂ ਚੀਜ਼ਾਂ ਨੂੰ ਕੰਪਲੀਟ ਕਰਨ ਲਈ, ਸੋ ਮੈਨੂੰ ਪਲੀਜ਼ ਉਹ ਰੋਲ ਬਾਰੇ ਵੀ ਸਮਝਾਉਣਾ ਕਿ ਤੁਸੀਂ ਇਹਦੇ ਬਾਰੇ ਭਾਜੀ ਤੁਹਾਨੂੰ ਬਹੁਤ ਡਿਟੇਲ ਅਮਰਜੀਤ ਜੀ ਪਲੀਜ਼ ਇਹਨਾਂ ਚੀਜ਼ਾਂ ਬਾਰੇ ਦੱਸਿਓ। ਜਿਹੜਾ ਪੇਪਰ ਵਰਕ ਦੇਖੋ ਜੀ, ਇਹ ਸੇਵਾਵਾਂ ਜਿਹੜੀਆਂ ਹੈਗੀਆਂ, ਜਿਹੜੀਆਂ ਲੀਗਲ ਵਰਕ ਹੈ, ਜਿਵੇਂ ਹੁਣ ਸਪੋਜ਼ ਕਰ ਲਓ ਕਿਸੇ ਨੇ ਹੁਣ ਜੌਬ ਲਈ ਆਉਣਾ, ਰਾਈਟ? ਜੌਬ ਲਈ ਸਾਡਾ ਹੁਣ ਕ੍ਰਾਈਟੇਰੀਆ, ਉਹਦੇ ਲਈ ਅਸੀਂ ਪੇਪਰ ਵਰਕ ਨਹੀਂ ਰੱਖਿਆ ਕੋਈ ਵੀ ਉਹਦਾ, ਕਿਉਂਕਿ ਇਹਦੇ 'ਚ ਹੈ ਨਹੀਂ, ਕਿਉਂਕਿ ਹੁਣ ਕਿਸੇ ਨੇ ਕੰਮ ਸਿਰਫ ਇੱਕ ਲੋੜਵੰਦ ਦੀ ਆ, ਮਤਲਬ ਸਾਨੂੰ ਸਟੂਡੈਂਟ ਕੰਟੈਕਟ ਕਰਦਾ ਜੀ ਭਾਜੀ ਸਾਨੂੰ ਜੌਬ ਚਾਹੀਦੀ ਹੈ ਜੀ। ਹੁਣ ਪਿਛਲੇ ਅਸੀਂ ਫੇਸਬੁੱਕ ਪੇਜ ਤੇ ਮੇਰੇ ਇੱਕ ਹੈਗਾ ਨਵਰੂਪ ਸੱਗੂ ਜੀ, ਸਾਡੇ ਵਲੰਟੀਅਰ ਨੇ, ਉਹਨਾਂ ਨੇ ਹੁਣ ਜੌਬ ਫਾਈਂਡ, ਮੈਂ ਉਹਨੂੰ ਦੱਸਿਆ ਵੀ ਇੱਦਾਂ ਕਰਕੇ ਕੋਈ ਜੌਬ ਲੱਭ ਰਿਹਾ ਆਪਣੇ ਕੋਲੇ, ਉਹਨਾਂ ਨੇ ਫਾਈਂਡ ਆਊਟ ਕਰਕੇ ਉਹਨਾਂ ਨੂੰ ਜਿਹੜੇ ਲਿੰਕ 'ਚ ਸੀਗੇ, ਮਤਲਬ 2-3 ਜੌਬਾਂ ਉਹਨਾਂ ਨੇ ਪੋਸਟ ਕੀਤੀਆਂ ਫੇਸਬੁੱਕ ਪੇਜ ਤੇ ਵੀ ਜੀ ਉਹਨਾਂ ਨੂੰ ਜੇ ਕਿਸੇ ਨੂੰ ਜੌਬ ਦੀ ਲੋੜ ਹੈਗੀ, ਮਤਲਬ ਫੇਸਬੁੱਕ ਪੇਜ ਬਣਿਆ, ਉਹਦੇ ਵਿੱਚ ਸਾਨੂੰ ਕੋਈ ਮੈਸੇਜ ਕਰਦਾ ਜੀ ਕਿ ਸਾਨੂੰ ਜੌਬ ਚਾਹੀਦੀ ਆ ਫਲਾਨੀ ਜਗ੍ਹਾ, ਅਸੀਂ ਉੱਥੇ ਰਹਿੰਦੇ ਹਾਂ, ਉੱਥੇ ਜੌਬ ਚਾਹੀਦੀ ਆ, ਅਸੀਂ ਸਰੀ ਰਹਿੰਦੇ ਹਾਂ, ਅਸੀਂ ਵੈਨਕੂਵਰ ਰਹਿੰਦੇ ਹਾਂ, ਤਾਂ ਉਹਨਾਂ ਨੂੰ ਇੱਕ ਸਾਡਾ ਵਲੰਟੀਅਰ ਹੈਗੇ ਆ, ਉਹ ਫਾਈਂਡ ਆਊਟ ਕਰਦੇ ਆ ਉਹਨਾਂ ਦੇ ਰਿਲੇਟਡ ਜੌਬ, ਉਹ ਫਾਈਂਡ ਆਊਟ ਕਰਕੇ ਅਸੀਂ ਉੱਥੇ ਪੋਸਟ ਕਰਦੇ ਹਾਂ, ਉੱਥੋਂ ਉਹ ਕੰਟੈਕਟ ਕਰਕੇ ਉਹ ਸਿੱਧਾ ਉਹਨਾਂ ਨੂੰ ਫੋਨ ਕਰਦੇ ਆ ਜਾਂ ਜਿਹੜੇ ਵੀ ਡਿਪਾਰਟਮੈਂਟ ਨੂੰ ਲੋੜ ਆ ਉੱਥੇ। ਸਾਡੇ ਕੋਲੇ ਸਿਰਫ ਇਹ ਹੁਣ ਅਸੀਂ ਤਾਂ ਹੁਣ ਇਸ ਟਾਈਮ ਗੂਗਲ ਤੋਂ ਜਾਂ ਕਿਤੇ ਹੋਰ ਜਾ ਸਾਨੂੰ ਕੋਈ ਭਾਵੇਂ ਦੱਸ ਦਿੰਦਾ ਵੀ ਜੀ ਆਹ ਸਾਡੇ ਕੋਲੇ ਜੌਬ ਹੈਗੀ ਆ, ਤਾਂ ਤੁਸੀਂ ਕੋਈ ਹੈਗਾ ਤਾਂ ਦੱਸੋ। ਅਸੀਂ ਚਾਹੁੰਦੇ ਇਹ ਵਿਸਥਾਰ ਹੋਰ ਹੋ ਜੇ ਥੋੜਾ ਜਿਹਾ, ਕਿਉਂਕਿ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਆ ਹੈਲਪਫੁਲ ਬਹੁਤ ਨੇ ਲੋਕ, ਬਹੁਤ ਲੋਕ ਲੱਭਦੇ ਨੇ ਕਿ ਸਾਨੂੰ ਅਸੀਂ ਹੈਲਪ ਕਰਨਾ ਚਾਹੀਏ ਕਿਸੇ ਨਾ ਕਿਸੇ ਤਰੀਕੇ। ਅਸੀਂ ਇਹਦੇ ਵਿੱਚ ਤਾਂ ਅਸੀਂ ਬਹੁਤ ਛੋਟੇ ਜਿਹੇ ਆ, ਇਹ ਸੰਸਥਾ ਇੱਕ ਬਹੁਤ ਛੋਟੀ ਜਿਹੀ ਆ, ਕਿਉਂਕਿ ਇਦੋਂ ਇਲਾਵਾ ਮੈਨੂੰ ਐਂ ਲੱਗਦਾ ਕਿ ਲੋਕ ਬਿਨਾਂ ਇਸ ਸੰਸਥਾ ਤੋਂ ਇੱਕ ਦੂਜੇ ਦੀ ਹੈਲਪ ਕਰਦੇ ਨੇ, ਵਿਦਿਆਰਥੀਆਂ ਦੀ ਹੈਲਪ ਕਰਦੇ ਨੇ, ਬਜ਼ੁਰਗਾਂ ਦੀ ਹੈਲਪ ਕਰਦੇ ਨੇ, ਠੀਕ ਹੈ ਜੀ। ਹੁਣ ਇੱਕ ਸਾਡੀ ਇੱਕ ਭੈਣ ਦਾ ਮੈਨੂੰ ਫੋਨ ਆਇਆ, ਉਹ ਦੱਸਦੇ ਪਏ, ਉਹਨਾਂ ਨੇ ਦੱਸਿਆ ਆਪਣੇ ਬਾਰੇ, ਉਹ ਕਹਿੰਦੇ ਜੀ ਅਸੀਂ ਸਪੈਸ਼ਲ, ਅਸੀਂ ਖੁਦ ਸਟੂਡੈਂਟ ਸੀ, ਸਟੂਡੈਂਟ ਹੀ ਅਸੀਂ, ਉਦੋਂ ਬਾਅਦ PR ਹੋਏ ਆ, ਉਦੋਂ ਬਾਅਦ ਅਸੀਂ ਕਹਿੰਦੇ ਹੁਣ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਹਾਇਰ ਅਸੀਂ ਸਟੂਡੈਂਟ ਹੀ ਕਰੀਏ। ਉਹ ਕਹਿੰਦੇ ਤਕਰੀਬਨ ਜੀ ਸਾਡੇ ਕੋਲ 4 ਸਟੂਡੈਂਟ ਨੇ, ਉਹਨਾਂ ਨੇ ਦੱਸਿਆ ਕਿ ਉਹਨਾਂ 4 ਦੀ ਰੋਟੀ, 4 ਦਾ ਸਵੇਰ ਦਾ ਬ੍ਰੇਕਫਾਸਟ, 4 ਦਾ ਲੰਚ, ਈਵਨ ਕਿ 5ਵੇਂ ਮੇਰੇ ਹਸਬੈਂਡ ਨੇ ਜੀ, ਕਹਿੰਦੇ ਘਰੋਂ ਤਿਆਰ ਹੋ ਕੇ ਜਾਂਦਾ। ਬਿਲਕੁਲ ਠੀਕ ਹੈ ਜੀ। ਔਰ ਇਹੋ ਜਿਹੀਆਂ ਭੈਣਾਂ ਔਰ ਇਹੋ ਜਿਹੇ ਭਰਾ ਮੈਨੂੰ ਲੱਗਦਾ ਹਜ਼ਾਰਾਂ ਦੀ ਗਿਣਤੀ ਵਿੱਚ ਨੇ ਇੱਥੇ, ਠੀਕ ਹੈ ਜੀ। ਸਿਰਫ ਐਂ ਹੁੰਦਾ ਕਿ ਚਲੋ
ਅਗਰ ਉਹਨਾਂ ਨੇ ਮੈਨੂੰ ਇਹੀ ਕਿਹਾ, ਕਹਿੰਦੇ ਜੇ ਸਾਨੂੰ ਕਿਸੇ 6ਵੇਂ ਸਟੂਡੈਂਟ ਦੀ ਲੋੜ ਪਈ, ਜੇ ਅਗਰ ਕਿਸੇ ਨੂੰ 20 ਘੰਟੇ ਦੀ ਉਹ ਕੰਮ ਕਰਨਾ ਚਾਹੁੰਦਾ ਤਾਂ ਉਹ ਦੱਸੋ ਸਾਨੂੰ, ਕਹਿੰਦੇ ਸਾਡੇ ਕੋਲ ਭੇਜ ਦਿਓ, ਅਸੀਂ ਉਹਨੂੰ ਕੰਮ ਤੇ ਰੱਖ ਲਾਂਗੇ। ਹੋਰ ਵੀ ਬਹੁਤ ਇੰਡਸਟਰੀ ਵਾਲੇ ਲੋਕ ਨੇ ਜਿਹੜੇ ਮੈਨੂੰ ਜਾਣਦੇ ਨੇ, ਜਿਨ੍ਹਾਂ ਨੇ ਕਿਹਾ ਵੀ ਭਾਜੀ ਜੇ ਕੋਈ ਵਿਸ਼ਵਾਸ ਵਾਲਾ ਮੁੰਡਾ ਹੋਇਆ, ਜੇ ਕੋਈ ਟਿਕਣ ਵਾਲਾ ਹੋਇਆ ਜੌਬ ਤੇ, ਤਾਂ ਕਈ ਹੈਗੇ ਆ ਕਿ ਵਿਦਿਆਰਥੀ ਨਹੀਂ ਉਹਨਾਂ ਨੂੰ ਕੰਮ ਪਸੰਦ ਆਉਂਦਾ, 15 ਦਿਨ ਕਰਦੇ ਆ ਨਹੀਂ ਕਰਦੇ, ਈਵਨ ਕਿ ਆਉਣ ਲੱਗੇ ਵੀ ਕਈ ਵਾਰ ਦੱਸ ਨਹੀਂ, ਪਰੇਸ਼ਾਨ ਵੀ ਬਹੁਤ ਨੇ ਲੋਕ, ਪਰ ਉਹ ਕਹਿੰਦੇ ਜੇ ਕੋਈ ਚੰਗਾ ਕੰਮ ਕਰਨ ਵਾਲਾ ਹੋਇਆ ਕੋਈ ਮੁੰਡਾ, ਅਸੀਂ ਉਹਨੂੰ ਕੰਮ ਦੇਣ ਨੂੰ ਤਿਆਰ, ਅਸੀਂ ਉਹਨੂੰ ਜੇ ਉਹਦੀ PR ਦੇ ਵਿੱਚ ਵੀ ਹੈਲਪ ਕਰਾਂਗੇ। ਬਹੁਤ ਸਾਰੇ ਕੰਟੈਕਟ ਕਰਦੇ ਆ। ਮੈਂ ਤਾਂ ਹੋਰ ਵੀ ਕਹਿਣਾ ਕਿ ਅਗਰ ਹੋਰ ਵੀ ਸਾਡੇ ਭਾਈਚਾਰੇ ਦੇ ਵਿੱਚ ਲੋਕ ਹੈਗੇ ਨੇ ਜਿਹੜੇ ਉਹ ਇਸ ਸੰਸਥਾ ਦੇ ਜ਼ਰੀਏ ਸਾਡੀ ਸੇਵਾਵਾਂ ਲੈਣਾ ਚਾਹੁੰਦੇ ਨੇ ਜਾਂ ਵਿਦਿਆਰਥੀਆਂ ਦੀ ਹੈਲਪ ਕਰਨਾ ਚਾਹੁੰਦੇ ਨੇ, ਤਾਂ ਪਲੀਜ਼ ਸਾਨੂੰ ਸੰਪਰਕ ਕਰਨਾ। ਅਮਰਜੀਤ ਜੀ, ਜਦੋਂ ਤੁਸੀਂ ਦੱਸਿਆ ਵੀ ਤੁਸੀਂ ਵੀ ਬਿਜ਼ੀ ਹੁੰਦੇ ਹੋ, ਕਿ ਕੋਈ ਇਦਾਂ ਦਾ ਫੋਨ ਨੰਬਰ ਜਾਂ ਕੋਈ ਇਦਾਂ ਦਾ ਰਾਬਤਾ ਜਿਹੜਾ ਤੁਸੀਂ ਉਹ ਪ੍ਰੋਵਾਈਡ ਕਰਵਾਇਆ ਹੋਇਆ ਵੀ ਜਿਹਦੇ ਤੇ ਮੰਨ ਲਓ ਕਿਸੇ ਨੂੰ ਐਮਰਜੈਂਸੀ ਪੈ ਜਾਂਦੀ ਹੈ, ਪਰ ਤੁਹਾਡਾ ਟਾਈਮਿੰਗ 'ਚ ਉਹ ਚੀਜ਼ ਫਿਕਸ ਨਹੀਂ ਆ ਰਹੀ, ਜਿਹੜੀ ਤੁਸੀਂ ਦੱਸਿਆ ਵੀ ਵੀਕਡੇਜ਼ ਦੇ ਵਿੱਚ ਇਹ ਟਾਈਮਿੰਗ ਹੈ, ਵੀਕਐਂਡ ਤੇ ਇਹ ਟਾਈਮ ਹੈ ਹੈਲਪ ਕਰਨ ਦੀ, ਤੇ ਜੇ ਮੰਨ ਲਓ ਕਿਸੇ ਨੂੰ ਉਸ ਦੌਰਾਨ ਕੋਈ ਬਹੁਤ ਐਮਰਜੈਂਸੀ ਇਦਾਂ ਦੀ ਪੈ ਜਾਂਦੀ ਵੀ ਤੁਹਾਡੀ ਲੋੜ ਹੈ, ਕਿਉਂਕਿ ਤੁਸੀਂ ਆਪਣੇ ਜਦੋਂ ਕੰਮਾਂ ਕਾਰਾਂ ਤੇ ਜ਼ਾਹਿਰ ਜੀ ਗੱਲ ਹੈ ਕਿ ਜਿੰਨੇ ਵੀ ਫੋਨ ਵੱਜੀ ਜਾਣਗੇ ਤੁਸੀਂ ਹਰ ਕਾਲ ਅਟੈਂਡ ਨਹੀਂ ਕਰ ਪਾਓਗੇ, ਤੁਸੀਂ ਆਪਣੇ ਕੰਮ 'ਚ ਬਿਜ਼ੀ ਹੋ, ਸੋ ਕੋਈ ਇਦਾਂ ਦੀ ਫੈਸਿਲਿਟੀ ਤੁਸੀਂ ਰੱਖੀ ਹੋਈ ਹੈ ਵੀ ਫੋਨ ਕਾਲਸ ਜਿਹੜਾ ਵੀ ਕੋਈ ਕਰਦਾ ਪਿਆ, ਕੋਈ ਇਹੋ ਜਿਹਾ ਸ਼ਖਸ ਜਿਹੜਾ ਪੂਰਾ ਦਿਨ ਉਹ ਫੋਨ ਕਾਲਸ ਐਟਲੀਸਟ ਸੁਣ ਪਾ ਰਿਹਾ ਵੀ ਇਹਨੂੰ ਬੰਦੇ ਨੂੰ ਇੱਥੇ ਲੋੜ ਹੈ? ਉਹਦੇ ਲਈ ਹੈਗਾ ਜੀ, ਹਾਂਜੀ, ਕਿਉਂਕਿ ਇਹ ਜਿਹੜਾ ਨੰਬਰ ਆ, ਕਿਉਂਕਿ ਮੈਂ ਇਹ ਇੱਕ ਅਲੱਗ ਤੋਂ ਤੇਰੀ ਓਟੋ ਫ੍ਰੀ ਸਰਵਿਸ ਸੁਸਾਇਟੀ ਦੇ ਇੱਕ ਅਲੱਗ ਤੋਂ ਨੰਬਰ ਇਹ ਆ। ਓਕੇ। ਜਦੋਂ ਮੈਂ ਕੰਮ ਤੇ ਹੁੰਨਾ, ਘਰੋਂ ਜਾਣ ਲੱਗਿਆ, ਤਾਂ ਉਹ ਜਿਹੜਾ ਫੋਨ ਨੰਬਰ ਮੈਂ ਆਪਦੇ ਫੋਨ ਤੇ ਡਿਵਰਟ ਕਰ ਲੈਣਾ ਉਹ ਨੰਬਰ। ਓਕੇ। ਅਗਰ ਜੇ ਕਿਸੇ ਦੀ ਐਮਰਜੈਂਸੀ ਹੁੰਦੀ ਆ ਤਾਂ ਮੈਂ ਕੋਸ਼ਿਸ਼ ਕਰਦਾ ਕਿ ਅਗਰ ਮੇਰੇ ਕੋਲ ਕੰਮ ਦੇ ਵਿੱਚ ਟਾਈਮ ਨਿਕਲ ਸਕਦਾ ਤਾਂ ਮੈਂ ਲੱਗਦਾ ਕਿ ਮੁੰਡਿਆਂ ਨੂੰ ਮੈਂ ਕੰਮ ਤੇ ਲਾਦਾ ਤੇ ਮੈਂ ਆਪ ਜਾ ਕੇ ਵੀ ਮੈਂ ਉਹਨਾਂ ਦੀ ਸੇਵਾ ਕਿਸੇ ਤਰ੍ਹਾਂ, ਅਗਰ ਜੇ ਕੋਈ ਐਮਰਜੈਂਸੀ ਹੈਗੀ ਆ ਤਾਂ, ਨਹੀਂ ਤਾਂ ਮੈਂ ਉਹਨਾਂ ਨੂੰ ਇਹ ਫੋਨ ਚੱਕ ਕੇ ਜ਼ਰੂਰ ਕਹਿੰਦਾ ਜੀ ਤੁਸੀਂ ਸ਼ਾਮ ਤੱਕ ਵੇਟ ਕਰ ਲਓ। ਅਗਰ ਤੇ ਹਾਲ ਤੱਕ ਤਕਰੀਬਨ ਇਦਾਂ ਦੀ ਕੋਈ ਐਮਰਜੈਂਸੀ ਵਾਲੇ 1-2 ਹੀ ਫੋਨ ਆਏ ਸੀਗੇ, ਤੇ ਬਟ ਉਹਨਾਂ ਦਾ ਮਸਲਾ ਹੱਲ ਹੋ ਗਿਆ ਸੀਗਾ, ਤੇ ਤਕਰੀਬਨ ਮਤਲਬ ਇਹ ਫੈਸਿਲਿਟੀ ਹੈਗੀ, ਆਪਾਂ ਚੱਕ ਸਕਦੇ ਆ ਫੋਨ ਐਮਰਜੈਂਸੀ ਦੇ ਵਿੱਚ, ਉਹ ਕਿਸੇ ਵੀ ਟਾਈਮ ਮੈਨੂੰ ਐਨੀ ਟਾਈਮ ਫੋਨ ਕਰ ਸਕਦੇ ਨੇ ਜੀ। ਜਸਵੀਰ, ਇਮੀਗ੍ਰੇਸ਼ਨ ਵਾਲੇ ਜਦੋਂ ਕੋਈ ਵੀ ਸ਼ਖਸ ਇਮੀਗ੍ਰੇਸ਼ਨ ਵੱਲ ਨੂੰ ਜਾਂਦਾ ਹੈ ਤਾਂ ਉਹਦੇ ਦਿਮਾਗ ਦੇ ਵਿੱਚ ਇਹ ਪਹਿਲੀ ਚੀਜ਼ ਹੁੰਦੀ ਵੀ ਇਮੀਗ੍ਰੇਸ਼ਨ ਵਾਲਿਆਂ ਨੂੰ ਪੈਸੇ ਬਹੁਤ ਦੇਣੇ ਪੈਣੇ ਆ, ਹੈ ਨਾ, ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਇਸ ਚੀਜ਼ ਦਾ। ਤੇ ਜਦੋਂ ਤੁਸੀਂ ਇਸ ਚੀਜ਼ ਨੂੰ, ਤੁਸੀਂ ਪਹਿਲਾਂ ਵੀ ਇਮੀਗ੍ਰੇਸ਼ਨ ਦੇ ਨਾਲ ਹੀ ਜੁੜੇ ਹੋਏ ਹੋ ਜਾਂ ਇਸ ਸੁਸਾਇਟੀ ਦੇ ਥਰੂ ਆਏ ਹੋ, ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ, ਉਹਦੇ ਬਾਰੇ ਪਲੀਜ਼ ਥੋੜਾ ਦੱਸਿਓ। ਹਾਂਜੀ, ਮੈਂ ਤਕਰੀਬਨ 10-12 ਸਾਲ ਤੋਂ ਇਮੀਗ੍ਰੇਸ਼ਨ ਬਿਜ਼ਨਸ ਦੇ ਵਿੱਚ ਹੈਗੀ ਆ, ਤੇ ਮੇਰੀ ਆਪਣੀ ਕੰਪਨੀ ਆ, ਤੇ 3 ਸਾਲ ਤੋਂ 4 ਸਾਲ ਤੋਂ ਅਸੀਂ ਉਹ ਰਨ ਕਰ ਰਹੇ ਹਾਂ, ਮੈਂ ਆਪਣੀ ਪਾਰਟਨਰਸ਼ਿਪ ਦੇ ਵਿੱਚ ਹੈਗੀ ਜੀ। ਓਕੇ। ਸੋ ਮੇਰਾ 10 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਆ, ਮੈਂ ਪੂਰੀ ਤਰ੍ਹਾਂ ਨਾਲ ਵਾਕਿਫ ਆ ਕਿ ਇਸ ਇੰਡਸਟਰੀ ਦੇ ਵਿੱਚ ਕਿੱਦਾਂ ਕੀ ਹੈਗਾ, ਇਸ ਚੀਜ਼ ਦੀ ਬਹੁਤ ਜ਼ਰੂਰਤ ਆ ਇਸ ਆਪਣੇ ਹੁਣ ਸਪੈਸ਼ਲੀ ਹੁਣ ਏਰੀਆਜ਼ ਦੇ ਵਿੱਚ, ਬਿਕਾਜ਼ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੇ, ਬਹੁਤ ਸਾਰੇ ਵਰਕਰਸ ਨੇ, ਬਹੁਤ ਸਾਰੇ ਵਿਜ਼ਿਟਰਸ ਵੀ ਨੇ। ਯੈਸ, ਇਸ ਚੀਜ਼ ਦੀ ਬਹੁਤ ਜ਼ਰੂਰਤ ਆ। ਐਂਡ ਇਹ ਹਮੇਸ਼ਾ ਮੈਂ ਤੁਹਾਨੂੰ ਇਹ ਜ਼ਰੂਰ ਤੁਹਾਡੇ ਪ੍ਰੋਗਰਾਮ ਅਸੀਂ ਕਹਿਣਾ ਚਾਹੁੰਦੀ ਹਾਂ ਕਿ ਯੈਸ, ਇਮੀਗ੍ਰੇਸ਼ਨ ਦੇ ਵਿੱਚ ਬਹੁਤ ਇੱਕ ਪਾਸਾ ਇਦਾਂ ਦਾ ਆ ਕਿ ਸਾਰੇ ਜਾਣੇ ਇੱਕ ਡਰਦੇ ਆ, ਇੱਕ ਡਰ ਆ ਉਸ ਇੰਡਸਟਰੀ ਤੋਂ, ਹੈ ਨਾ, ਬਟ ਮੈਂ ਇਸ ਜ਼ਰੀਏ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹਦਾ ਇੱਕ ਪੋਜ਼ਿਟਿਵ ਸਾਈਡ ਵੀ ਹੈਗਾ ਹੈ। ਜਦੋਂ ਬੰਦਾ ਤੁਹਾਡੀ ਫ੍ਰੀ ਦੇ ਵਿੱਚ, ਤੁਹਾਨੂੰ ਇੱਕ ਮੈਂ ਲਾਇਸੈਂਸਡ ਹਾਂ, ਯੈਸ, ਐਂਡ ਮੈਂ ਇਸ ਗੱਲ ਕਹਿ ਰਹੀ ਹਾਂ ਕਿ ਜਿਹੜੇ ਲੋੜਵੰਦ ਆ ਉਹਨਾਂ ਦੀ ਫ੍ਰੀ ਦੇ ਵਿੱਚ ਆਪਾਂ ਸਰਵਿਸ ਦੇਣ ਨੂੰ ਤਿਆਰ ਆ, ਨੋ ਪ੍ਰੋਬਲਮ। ਓਕੇ, ਕੋਈ ਇਸ ਚੀਜ਼ ਦੇ ਪੈਸੇ ਨਹੀਂ ਹੈ? ਨੋ। ਯੈਸ, ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਸਟੱਡੀ ਪਰਮਿਟ ਐਕਸਟੈਂਸ਼ਨ। ਸੇਵਾਵਾਂ ਦੱਸਣਾ ਕਿਹੜੀਆਂ ਦੇ ਵਿੱਚ ਸ਼ਾਮਿਲ ਹੋਣਗੀਆਂ ਤਾਂ ਕਿ ਜਿਹੜੇ ਸਟੂਡੈਂਟਸ ਹੈ ਜਿਨ੍ਹਾਂ ਨੇ ਜੋ ਵੀ ਬਾਰੀਕੀਆਂ ਉਹ ਵੀ ਉਹ ਸਮਝ ਪਾਣ ਤੇ ਤੁਹਾਡੇ ਨਾਲ ਕੰਟੈਕਟ ਕਰ ਸਕਣ। ਹਾਂਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਸਟੂਡੈਂਟਸ ਜਦੋਂ ਨਵੇਂ ਉਤਰਦੇ ਆ, ਕਈ ਵਾਰੀ ਉਹਨਾਂ ਨੂੰ ਕਾਲਜ ਚੇਂਜ ਕਰਨ ਦਾ ਪ੍ਰੋਬਲਮ ਆਉਂਦਾ ਆ, ਸੋ ਕਾਲਜ ਚੇਂਜ ਕਰਨ ਦੇ ਵਿੱਚ ਅਸੀਂ ਹੈਲਪ ਕਰ ਸਕਦੇ ਹਾਂ। ਦੂਸਰੀ ਗੱਲ ਉਹਨਾਂ ਨੂੰ ਹੁੰਦੀ ਆ, ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਇਮੀਗ੍ਰੇਸ਼ਨ ਨੂੰ ਦੱਸਣਾ ਚਾਹੀਦਾ ਕਿ ਉਹਨਾਂ ਨੇ ਕਾਲਜ ਚੇਂਜ ਕੀਤਾ ਹੈ, ਸੋ ਅਸੀਂ ਉਹ ਵੀ ਫ੍ਰੀ ਦੇ ਵਿੱਚ ਸਰਵਿਸ ਉਹਨਾਂ ਨੂੰ ਦਿੰਦੇ ਆ। ਸਟੱਡੀ ਪਰਮਿਟ ਦਾ ਐਕਸਟੈਂਸ਼ਨ ਕਰਨਾ ਆ, ਕਈ ਵਾਰੀ ਕਈ ਰੀਜ਼ਨਸ ਕਰਕੇ ਉਹਨਾਂ ਨੂੰ ਉਹ ਫਿਨਿਸ਼ ਨਹੀਂ ਕਰ ਪਾਉਂਦੇ ਆਪਦੀ ਸਟੱਡੀ ਪਹਿਲੇ ਹੀ ਪੀਰੀਅਡ ਦੇ ਵਿੱਚ, ਸੋ ਉਹਨਾਂ ਨੇ ਐਕਸਟੈਂਡ ਕਰਨੀ ਆ, ਜਾਂ ਕੋਰਸ ਚੇਂਜ ਕੀਤੇ ਕਰਕੇ ਵੀ ਉਹ ਨਹੀਂ ਫਿਨਿਸ਼ ਕਰ ਪਾਉਂਦੇ, ਸੋ ਐਕਸਟੈਂਸ਼ਨ ਆ ਜਿਹੜੀ ਉਹ ਵੀ ਇਹਦੇ ਵਿੱਚ ਅਸੀਂ ਇਨਕਲੂਡ ਕਰਦੇ ਹਾਂ। ਚੌਥੀ ਚੀਜ਼ ਹੈਗੀ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ। ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵੀ ਬਹੁਤ ਜ਼ਰੂਰੀ ਆ, ਜਿਹੜੇ ਬੱਚਿਆਂ ਨੇ ਫਿਨਿਸ਼ ਕੀਤਾ ਆਪਣਾ ਕੋਰਸ, ਕਹਾਂ ਉਹਨਾਂ ਨੇ ਆਪਦਾ ਕੰਮ ਦਾ ਵਰਕ ਪਰਮਿਟ ਲੈਣਾ ਹੈ, ਸੋ ਉਹ ਵੀ ਇਹਦੇ ਵਿੱਚ ਇਨਕਲੂਡਡ ਆ। ਇਸ ਤੋਂ ਇਲਾਵਾ ਮੈਂ ਇਹ ਵੀ ਅਪੀਲ ਕਰਨਾ ਚਾਹੂੰਗੀ ਸਾਰਿਆਂ ਨੂੰ ਕਿ ਜੇ ਉਹਨਾਂ ਨੂੰ ਰੀਅਲੀ ਕੋਈ ਪ੍ਰੋਬਲਮ ਆ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਈਵਨ PR ਦੇ ਵਿੱਚ ਉਹਨਾਂ ਨੂੰ ਇੱਕ ਐਡਵਾਈਸ ਚਾਹੀਦੀ ਆ ਕਿ ਅਸੀਂ ਕਿੱਧਰ ਨੂੰ ਤੁਰਨਾ ਆ, ਗਾਈਡ, ਮੈਂ ਉਹ ਵੀ ਫ੍ਰੀ ਆਫ ਕਾਸਟ ਟਾਈਮ ਮੈਂ ਆਪਣਾ ਵੋਲੰਟੀਅਰ ਇਸ ਸਰਵਿਸ ਸੁਸਾਇਟੀ ਦੇ ਨਾਲ ਜੁੜੀ ਹੋਈ ਆ, ਮੈਂ ਉਹ ਵੀ ਆਪਣਾ ਟਾਈਮ ਵਿੱਚ ਲਗਾਉਣ ਨੂੰ ਤਿਆਰ ਆ, ਨੋ ਪ੍ਰੋਬਲਮ। ਓਕੇ, ਬਹੁਤ ਵਧੀਆ ਗੱਲ ਹੈ, ਕਿਉਂਕਿ ਸਭ ਤੋਂ ਵੱਡੀ ਮੇਨ ਪ੍ਰੋਬਲਮ ਇਮੀਗ੍ਰੇਸ਼ਨ ਨਾਲ ਰਿਲੇਟਡ ਇਹੀ ਆਉਂਦੀ ਵੀ ਖਰਚਾ ਬਹੁਤ ਜ਼ਿਆਦਾ ਹੋਏਗਾ, ਗਾਈਡ ਕੌਣ ਸਹੀ ਕਰੇਗਾ ਕੌਣ ਨਹੀਂ, ਬਹੁਤ ਕਨਫਿਊਜ਼ਨ ਰਹਿੰਦੀ ਹੈ। ਔਰ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਇਦਾਂ ਦੀਆਂ ਸਾਰੀਆਂ ਸੇਵਾਵਾਂ ਜਿਹੜੀਆਂ ਪ੍ਰੋਵਾਈਡ ਕਰਵਾ ਰਹੇ ਹੋ, ਵਾਕਈ ਕਾਬਿਲੇ ਤਾਰੀਫ ਹੈ। ਅਮਰਜੀਤ ਜੀ, ਮੈਂ ਇੱਕ ਗੱਲ ਇਹ ਐਡ ਕਰਨਾ ਚਾਹੁੰਦਾ ਜੀ, ਬਿਲਕੁਲ, ਕਿਉਂਕਿ ਇਹ ਵਾਕਈ ਇਹ ਬਹੁਤ ਵੱਡਾ ਇਸ਼ੂ ਆ ਸਾਡੇ, ਖਾਸ ਕਰਕੇ ਵਿਦਿਆਰਥੀ ਵਰਗ ਲਈ। ਬਿਲਕੁਲ।
ਹੁਣ ਤਕਰੀਬਨ ਇਹ ਛੋਟੇ ਕੰਮ ਨੇ, $100 ਤੋਂ ਲੈ ਕੇ ਤਕਰੀਬਨ $800-900 ਤੱਕ ਦੇ ਇਹ ਕੰਮ ਹੈਗੇ ਆ। ਮਤਲਬ ਲੈਣ ਵਾਲੇ $1500 ਤੱਕ ਵੀ ਇੱਥੇ ਸੁਣਨ ਚ ਆਇਆ ਕਿ ਇਹ ਛੋਟੇ ਕੰਮਾਂ ਦੇ $1500 ਤੱਕ ਵੀ ਲੈਂਦੇ ਆ। ਸਾਡੇ ਇਹੋ ਜਿਹਾ ਕੁਝ ਵੀ ਨਹੀਂ ਹੈ, ਕੋਈ ਪੈਸਾ ਨਹੀਂ ਹੈ, ਕੋਈ ਇੱਕ ਪੈਨੀ ਤੱਕ ਨਹੀਂ ਹੈ ਜੀ, ਫ੍ਰੀ ਆਫ ਕਾਸਟ ਨੇ ਇਹ ਸਾਰੇ ਕੰਮ। ਠੀਕ ਹੈ ਜੀ, ਲੋੜਵੰਦਾਂ ਲਈ ਤਾਂ ਖਾਸ ਕਰਕੇ, ਅਗਰ ਉਹਨਾਂ ਨੂੰ ਹੋਰ ਵੀ ਇਦਾਂ ਲੱਗਦਾ ਵੀ ਉਹਨਾਂ ਨੂੰ ਕਿਸੇ ਹੋਰ ਹੈਲਪ ਦੀ ਲੋੜ ਆ ਤਾਂ ਉਹ ਵੀ ਅਸੀਂ ਕਰਨ ਨੂੰ ਤਿਆਰ ਹੈਗੇ। ਮੈਂ ਇਹ ਐਡ ਕਰਨਾ ਚਾਹੁੰਦੀ ਕਿ ਕੇਸ ਬਾਈ ਕੇਸ ਐਨਾਲਿਸਿਸ ਲਾਈਕ ਅਸੀਂ ਦੇਖ ਸਕਦੇ ਹਾਂ ਅਸੈਸਮੈਂਟ ਕਰਕੇ ਕਿ ਜੇ ਰੀਅਲੀ ਉਹਨੂੰ ਜ਼ਰੂਰਤ ਆ, ਈਵਨ ਉਹਨਾਂ ਨੂੰ ਸਲਾਹ ਮਸ਼ਵਰਾ ਜਿੱਦਾਂ ਵੀ ਚਾਹੀਦਾ, ਗਾਈਡੈਂਸ, ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ, ਅਸੀਂ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜਿੱਦਾਂ ਆਪਾਂ ਗੱਲ ਕੀਤੀ ਹੈ ਜੌਬ ਦੇ ਨਾਲ ਰਿਲੇਟਡ, ਕਈ ਬੱਚਿਆਂ ਨੂੰ ਜਾਂ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ, ਉਹਨਾਂ ਨੇ ਜਦੋਂ ਪੜ੍ਹਾਈ ਫਿਨਿਸ਼ ਕੀਤੀ ਆ ਉਹਨਾਂ ਨੂੰ ਪਤਾ ਨਹੀਂ ਰੈਜ਼ੂਮੇ ਜਾਂ ਜੌਬ ਇੰਟਰਵਿਊ ਪ੍ਰੈਪਰੇਸ਼ਨ, ਹੈ ਨਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਵੀ ਸਾਡੇ ਕੋਲ ਵੋਲੰਟੀਅਰਸ ਹੈਗੇ ਜਿਹੜੇ ਹੈਲਪ ਕਰ ਸਕਦੇ ਆ ਅਪਲਾਈ ਕਰਨ ਨੂੰ ਜੌਬਸ। ਇੱਕ ਪੁਆਇੰਟ ਮੈਂ ਹੋਰ ਐਡ ਕਰਨਾ ਚਾਹੁੰਦਾ ਜੀ, ਅਗਰ ਕਿਸੇ ਵੀ ਵਿਦਿਆਰਥੀ ਦੇ ਇੱਥੇ ਪੇਰੈਂਟਸ ਆਏ ਹੋਏ ਨੇ, ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ 6 ਮਹੀਨੇ, ਵਿਦਿਆਰਥੀਆਂ ਨੂੰ ਹੋਰ ਲੋੜ ਆ ਜਾਂ ਪੇਰੈਂਟਸ ਨੂੰ ਉਹਨਾਂ ਦੇ ਹੋਰ ਲੋੜ ਆ ਇੱਥੇ, ਉਹਨਾਂ ਦੀ ਵੀ ਐਕਸਟੈਂਸ਼ਨ ਅਗਰ ਜੇ ਮਤਲਬ ਵਿਦਿਆਰਥੀ ਪਾਉਣਾ ਚਾਹੁੰਦੇ ਆਦੇ ਮਾਪਿਓ ਦੀ, ਉਹ ਵੀ ਤਕਰੀਬਨ ਅਸੀਂ ਇਨਕਲੂਡ ਹੈ ਇਹਦੇ ਵਿੱਚ। ਕਿਉਂਕਿ ਕੋਵਿਡ ਕਰਕੇ ਬਹੁਤ ਹਾਰਡ ਆ ਹੁਣ ਵਾਪਸ ਜਾਣਾ, ਹੈ ਨਾ, ਸੋ ਕਾਫੀਆਂ ਨੂੰ ਇਦਾਂ ਲੱਗਦਾ ਕਿ ਅਸੀਂ ਐਕਸਟੈਂਸ਼ਨ ਪਾਉਣੀ ਆ ਤਾਂ ਫਿਰ ਪਰ ਮਨੀ ਉਹਨਾਂ ਲਈ ਇਸ਼ੂ ਆ, ਸੋ ਅਸੀਂ ਉਹ ਵੀ ਵਿੱਚ ਕਵਰ ਕਰ ਸਕਦੇ ਹਾਂ। ਓਕੇ, ਕੋਵਿਡ ਦੌਰਾਨ ਅਮਰਜੀਤ ਜੀ ਬਹੁਤ ਸਾਰੇ ਮਤਲਬ ਵਰਲਡ ਵਾਈਡ ਕਹਿ ਲਓ, ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਕ੍ਰਾਈਸਿਸ ਇੱਕ ਆਇਆ। ਬਹੁਤ ਕੰਮਕਾਰ ਜਿਹੜੇ ਨੇ, ਕਾਰੋਬਾਰ ਠੱਪ ਹੋ ਕੇ ਰਹਿ ਗਏ ਨੇ, ਜਿੱਤੇ ਹੁਣ ਸਭ ਦਾ ਇਹ ਧਿਆਨ ਹੈ ਵੀ ਕਾਰੋਬਾਰ ਜਿਹੜੇ ਆ ਉਹ ਸਾਡੇ ਉੱਠਣ, ਸਾਨੂੰ ਇੰਨਾ ਘਾਟਾ ਪੈ ਗਿਆ, ਇੰਨਾ ਘਾਟਾ ਪੈ ਗਿਆ। ਤੇ ਇੱਕ ਤੁਹਾਡੇ ਵਰਗੇ ਲੋਕ ਨੇ ਅਮਰਜੀਤ ਜੀ ਜਿਹੜੇ ਇਸ ਘਾਟੇ ਨੂੰ ਪੂਰਾ ਕਰਨ ਦਾ ਘੱਟ ਸੋਚ ਕੇ ਈਵਨ ਕਿ ਫ੍ਰੀ ਸੇਵਾਵਾਂ ਇੱਦਾਂ ਦੀਆਂ ਪ੍ਰੋਵਾਈਡ ਕਰਵਾ ਰਹੇ ਨੇ। ਇਹ ਕਿਉਂ, ਮਤਲਬ ਤੁਹਾਨੂੰ ਇੱਕ ਚੀਜ਼ ਕਿਉਂ ਲੱਗੀ ਵੀ ਤੁਹਾਨੂੰ ਇਹ ਚੀਜ਼ ਕਰਨੀ ਚਾਹੀਦੀ ਹੈ? ਕਿਉਂਕਿ ਮੈਨੂੰ ਲੱਗਦਾ ਜੀ ਜਦੋਂ ਅਸੀਂ ਇੱਥੇ ਆਏ ਸੀ ਨਾ, ਉਦੋਂ ਮੰਦਵਾੜਾ ਸੀ, ਉਦੋਂ ਵੀ ਚੱਲਦਾ, 2007 ਦੇ ਵਿੱਚ ਮੈਂ ਆਇਆ, ਉਹਦੇ ਵਿੱਚ ਉਦੋਂ ਵੀ ਜੌਬਾਂ ਹੈ ਨਹੀਂ ਸੀ ਲੋਕਾਂ ਕੋਲੇ, ਕਾਫੀ ਹਾਲਾਤ ਮੁਸ਼ਕਲ ਸੀਗੇ। ਸਾਡੀ ਵੀ ਉਦੋਂ ਕਿਸੇ ਨਾ ਕਿਸੇ ਨੇ ਹੈਲਪ ਕੀਤੀ, ਸਾਡੇ ਰਿਸ਼ਤੇਦਾਰਾਂ ਨੇ ਕੀਤੀ, ਮੇਰੇ ਫਰੈਂਡਲੀ ਸਰਕਲ ਨੇ ਵੀ ਕੀਤੀ, ਮਤਲਬ ਜਿਹਦਾ ਜਿੰਨਾ ਯੋਗਦਾਨ ਬਣਦਾ ਸੀ ਉਹਨਾਂ ਨੇ ਕੀਤਾ। ਈਵਨ ਕਿ ਅਸੀਂ ਆਪਸ ਵਿੱਚ ਇਸ ਤਕਰੀਬਨ 12-15 ਸਾਲ ਤੋਂ ਜੁੜੇ ਹੋਏ ਹਾਂ, ਇੱਕ ਦੂਜੇ ਦਾ ਬੜਾ ਅਸੀਂ ਸਾਥ ਦਿੱਤਾ, ਔਰ ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਦਾ ਵੀ ਸਾਥ ਦਿੱਤਾ ਜਿਨ੍ਹਾਂ ਨੂੰ ਲੋੜ ਸੀਗੀ। ਠੀਕ ਹੈ, ਔਰ ਅੱਜ ਦਾ ਜਿਹੜਾ ਸਮਾਂ ਕੋਵਿਡ ਕਰਕੇ ਨਹੀਂ, ਕੋਵਿਡ ਤੋਂ ਬਿਨਾਂ ਵੀ ਬਹੁਤ ਇਹੋ ਜਿਹੀਆਂ ਸਾਡੀਆਂ ਸਮੱਸਿਆ ਇਹ ਕਾਮਨ ਚੱਲਦੀਆਂ ਰਹਿੰਦੀਆਂ। ਹੁਣ ਵਿਦਿਆਰਥੀ ਆ, ਚਲੋ ਉਹਨਾਂ ਨੂੰ ਮਸਲਾ ਕੋਈ ਨਹੀਂ ਹੈ ਕੋਵਿਡ ਦਾ, ਉਹਨਾਂ ਦੇ 20 ਘੰਟੇ ਪਹਿਲਾਂ ਵੀ ਚੱਲਦੇ ਸੀ, ਹੁਣ ਵੀ ਚੱਲਦੇ ਆ, ਪਰ ਕੀ 20 ਘੰਟੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰ ਸਕਦੇ ਆ? ਨਹੀਂ। ਕਿੰਨੇ ਕੁ ਪੈਸੇ ਕਮਾ ਸਕਦੇ? ਉਹਨਾਂ ਦੀ ਫੀਸ 5-5, 6-6 ਹਜ਼ਾਰ ਫੀਸ ਇੱਕ ਸਮੈਸਟਰ ਦੀ, ਉਹਨਾਂ ਦੀ ਗਰੋਸਰੀ ਔਰ ਉੱਤੇ ਵਾਧੇ ਹੋਏ ਬੇਸਮੈਂਟਾਂ ਦੇ ਰੈਂਟ, ਮਤਲਬ ਇਹ ਬਹੁਤ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਇਹ ਸਾਡੇ ਲਈ ਕਿ ਉਹ ਅਫੋਰਡ ਕਰਦੇ ਕਿੱਦਾਂ ਹੈ। ਪਿੱਛੇ ਜੇ ਦੌਰ ਦੇ ਵਿੱਚ ਅਸੀਂ ਕੁਝ ਇਦਾਂ ਦੀਆਂ ਨਿਊਜ਼ ਸਾਡੇ ਤੱਕ ਪਹੁੰਚੀਆਂ ਜਿਨ੍ਹਾਂ ਦੇ ਵਿੱਚ ਕਈ ਸਟੂਡੈਂਟਸ ਇਦਾਂ ਦੇ ਸੀਗੇ ਜਿਹੜੇ ਕਿ ਅੰਡਰ ਪ੍ਰੈਸ਼ਰ, ਜਿਹੜੇ ਕਿ ਇੰਨਾ ਕੁ ਜ਼ਿਆਦਾ ਟੈਨਸ਼ਨ ਦੇ ਵਿੱਚ ਆ ਗਏ, ਮਾਈਂਡ ਤੋਂ ਇੰਨਾ ਡਿਸਟਰਬ ਹੋ ਗਏ, ਉਹ ਬਹੁਤ ਜ਼ਿਆਦਾ ਮਤਲਬ ਕਹਿ ਲਓ ਕਿ ਇਹੋ ਜਿਹੇ ਦੌਰ ਦੇ ਵਿੱਚ ਪਹੁੰਚ ਗਏ ਜਿੱਥੇ ਸੋਚ ਸਮਝ ਖਤਮ ਹੋ ਜਾਂਦੀ, ਡਿਪਰੈਸ਼ਨ ਜਿਹਨੂੰ ਅਸੀਂ ਕਹਿ ਲੈਂਦੇ ਹਾਂ, ਇੰਨਾ ਜ਼ਿਆਦਾ ਡਿਪਰੈਸਡ ਹੋ ਗਏ, ਕਈਆਂ ਨੇ ਸੁਸਾਈਡ ਕੀਤੀਆਂ ਇਦਾਂ ਦੇ ਦੌਰ ਦੇ ਵਿੱਚ। ਬਿਲਕੁਲ। ਸੋ ਸ਼ਾਇਦ ਉਹ ਇਹੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਜਦੋਂ ਮਾਪੇ ਉੱਥੇ ਬੈਠੇ ਨੇ ਇੰਡੀਆ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ, ਉਹ ਜਦੋਂ ਦੇਖ ਰਹੇ ਉਹਨਾਂ ਦੀ ਨਜ਼ਰ ਦੇ ਵਿੱਚ ਸਾਡਾ ਬੱਚਾ ਕੈਨੇਡਾ ਦੇ ਵਿੱਚ ਹੈ ਜੀ, ਤੇ ਕੈਨੇਡਾ ਇਜ਼ ਵਾਓ, ਲਾਈਕ ਮਤਲਬ ਕਿਉਂਕਿ ਉਹਨਾਂ ਨੂੰ ਅੰਦਰਲੀਆਂ ਇਹ ਚੀਜ਼ਾਂ ਬਾਰੇ, ਇਹ ਪਰੇਸ਼ਾਨੀਆਂ ਦਾ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਕੀ ਝੇਲਣਾ ਪੈ ਰਿਹਾ ਹੈਗਾ। ਤੇ ਬੱਚੇ ਵੀ ਸ਼ਾਇਦ ਉਹ ਪਰੇਸ਼ਾਨੀਆਂ ਉਹਨਾਂ ਨਾਲ ਡਿਸਕਸ ਨਹੀਂ ਕਰਨੇ ਕਿ ਹੁਣ ਇੱਥੇ ਆ ਗਿਆ, ਇੰਨਾ ਪੈਸਾ ਲਾ ਕੇ ਆਏ ਆ ਤਾਂ ਹੁਣ ਕਿਉਂ ਆਪ ਤਾਂ ਦੁਖੀਆਂ, ਉਹਨਾਂ ਨੂੰ ਵੀ ਉੱਥੇ ਤਰਫ ਤੋਂ ਪ੍ਰੈਸ਼ਰ ਫੀਲ ਹੁੰਦਾ ਹੈ। ਐਗਜ਼ੈਕਟਲੀ, ਸੋ ਬੜੀ ਇਦਾਂ ਦੀ ਕੰਡੀਸ਼ਨ ਰਹਿੰਦੀ ਹੈ। ਬਹੁਤ ਸਟੂਡੈਂਟ ਇਦਾਂ ਦੇ ਹੈਗੇ ਆ ਜੀ, ਮੈਂ ਤੁਹਾਨੂੰ ਦੱਸਿਆ ਵੀ, ਔਰ ਇਹੋ ਜਿਹੇ ਲੋਕਾਂ ਨੂੰ ਵੀ ਜਾਣਦਾ, ਕਈਆਂ ਕੋਲੇ ਇੱਥੇ ਜਿਵੇਂ ਹੁਣ ਆਪਣੇ ਭਾਈਚਾਰੇ ਦੇ ਵਿੱਚ ਹੀ ਜਿਹੜੀਆਂ ਫੀਮੇਲ ਸਟੂਡੈਂਟਸ ਨੇ, ਔਰ ਪੈਸਿਆਂ ਦੀ ਵਜ੍ਹਾ ਕਰਕੇ ਕਈ ਵਾਰ ਬਹੁਤ ਜਗ੍ਹਾ ਤੇ ਮੌਲਸਸ ਹੁੰਦੀਆਂ ਉਹ। ਬਿਲਕੁਲ, ਐਗਜ਼ੈਕਟਲੀ, ਉਹਨਾਂ ਨੂੰ ਹਰ ਤਰ੍ਹਾਂ ਦਾ ਕੰਮ ਕਰਨਾ, ਹਰ ਤਰ੍ਹਾਂ ਦਾ ਕੰਮ ਉਹਨਾਂ ਨੂੰ ਕਰਨਾ ਪੈਂਦਾ, ਮਜਬੂਰੀ ਆ। ਔਰ ਕਈ ਇਹੋ ਜਿਹੇ ਲੋਕ ਵੀ ਹੈਗੇ ਆ ਜਿਨ੍ਹਾਂ ਨੇ ਫੀਮੇਲ ਹੋ ਚਾਹੇ ਮੇਲ ਆ, ਉਹ ਉਹਨਾਂ ਦੀਆਂ ਫੀਸਾਂ ਤੱਕ ਵੀ ਭਰੀਆਂ ਉਹਨਾਂ ਦੀਆਂ ਜੀ, ਉਹਨਾਂ ਨੇ ਵਿਸ਼ਵਾਸ ਕਰਕੇ ਕੋਈ ਨਹੀਂ ਭਾਈ, ਜਦੋਂ ਤੁਸੀਂ ਹੋਏ, ਜਦੋਂ ਕੰਮ ਕਰਨ ਲੱਗੇ ਦੇ ਵੀ ਦਿਓ, ਹਨਾ। ਮਤਲਬ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਇਹੋ ਜਿਹੇ ਲੋਕਾਂ ਦਾ ਜਿਹੜੇ ਉਹਨਾਂ ਦੀ ਬਾਹ ਫੜਦੇ ਨੇ ਔਰ ਜਿਹੜੇ ਉਹਨਾਂ ਦੀ ਹੈਲਪ ਕਰਦੇ ਨੇ। ਔਰ ਕੁਝ ਲੋਕ, ਅਮਰਜੀਤ ਜੀ ਸੌਰੀ ਮੈਂ ਤੁਹਾਨੂੰ ਇੱਥੇ ਕੱਟ ਰਹੀ ਹਾਂ, ਤੁਹਾਡੀ ਗੱਲ ਤੋਂ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਈ ਹੈ ਕਿ ਕੁਝ ਲੋਕ ਅਜਿਹੇ ਨੇ ਜਿਹੜੇ ਮੈਂ ਦੇਖੇ ਕਿ ਸਟੂਡੈਂਟ ਨੂੰ ਬੜਾ ਕੋਸਦੇ ਨੇ। ਮੈਂ ਉਹਨਾਂ ਲੋਕਾਂ ਨੂੰ ਮੈਂ ਗਲਤ ਨਹੀਂ ਕਹਿ ਰਹੀ, ਮੈਂ ਇਸ ਵੇਲੇ ਦਰਸ਼ਕ ਵੀ ਜਿਹੜੇ ਸੁਣ ਰਹੇ ਨੇ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿ ਰਹੀ, ਠੀਕ ਹੈ, ਹੋ ਸਕਦਾ ਉਹਨਾਂ ਦਾ ਤਜਰਬਾ ਮਾੜਾ ਹੋਇਆ ਹੋਵੇ ਜਾਂ ਸਟੂਡੈਂਟਾਂ ਨੇ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਹੋਵੇ, ਕਿਸੇ ਸਟੂਡੈਂਟ ਕਰਕੇ ਉਹਨਾਂ ਦੀ ਬੇਸਮੈਂਟ ਖਰਾਬ ਹੋ ਗਈ ਹੈ, ਇਹ, ਪਰ ਮੈਂ ਬਹੁਤ ਤਰ੍ਹਾਂ ਦੇ ਲੋਕ ਇੱਦਾਂ ਦੇ ਮੈਂ
ਜ਼ਿਆਦਾ ਕੈਟਾਗਰੀ ਇਦਾਂ ਦੇ ਲੋਕਾਂ ਦੀ ਮੈਂ ਦੇਖ ਰਹੀ, ਜਿੰਨਿਆਂ ਕੁ ਨੂੰ ਮੈਂ ਮਿਲ ਜੁਲ ਪਾ ਰਹੀ ਹਾਂ, ਉਹ ਸਟੂਡੈਂਟ ਦੇ ਨਾਮ ਤੋਂ ਘਬਰਾਉਂਦੇ ਨੇ, ਨਹੀਂ ਯਾਰ ਸਟੂਡੈਂਟ ਨਹੀਂ ਰੱਖਣੇ, ਮਤਲਬ ਕਪਲ ਰੱਖ ਲਓ, ਉਹ ਸਟੂਡੈਂਟਸ ਨਹੀਂ ਰੱਖਣੇ। ਇਹ ਸਟੂਡੈਂਟਸ ਦੀ ਜਿਹੜੀ ਇਹ ਇਮੇਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜੀ ਗਲਤ ਬਣੀ ਪਈ ਹੈ, ਇਹਦਾ ਕੀ ਕਰੀਏ? ਮਤਲਬ ਇਹਦੇ ਬਾਰੇ ਤੁਸੀਂ ਕੀ ਬਿਲਕੁਲ ਜੀ ਬਿਲਕੁਲ, ਇਹ ਬਹੁਤ ਮਹੱਤਵਪੂਰਨ ਵਿਸ਼ਾ ਜੀ ਜੀ। ਇਹਦੇ ਵਿੱਚ ਇਹ ਜਿਹੜੀ ਇਹ ਸਟੂਡੈਂਟਾਂ ਦੇ ਜਿਹੜੀ ਲੋਕ ਗੱਲ ਕਰਦੇ ਨੇ, ਉਹ ਖੁਦ ਪਹਿਲੇ ਨੰਬਰ ਤੇ ਖੁਦ ਆਪ ਹੀ ਜ਼ਿੰਮੇਵਾਰ ਨੇ ਇਹ ਜੀ। ਹੁਣ ਸਾਰਿਆਂ ਨੂੰ ਪਤਾ ਕਿ ਉਹ ਉਸ ਉਮਰ ਦੇ ਵਿੱਚ ਆ ਜਿੱਥੇ ਉਹ ਸ਼ਰਾਰਤਾਂ ਮਾੜੇ ਮੋਟਾ ਇਹੋ ਜਿਹਾ ਕੁਛ ਉਹ ਕਰਦੇ ਰਹਿੰਦੇ ਨੇ, ਖੁਦ ਵੀ ਆਪਾਂ ਇਸ ਉਮਰ 'ਚ ਲੰਘੇ ਨੇ, ਰਾਈਟ, ਇਹ 'ਚ ਕੋਈ ਦੋ ਰਾਏ ਨਹੀਂ ਹੈ ਜੀ। ਅਗਰ ਉਹ ਤੁਹਾਡੇ ਕੋਲੇ ਕੋਈ ਹੁਣ ਅਸੀਂ ਆ ਜਿਹੜੀ ਆਹ 15 ਦਿਨ ਦੀ ਅਸੀਂ ਜਿਹੜੀ ਉਹਨੂੰ ਗਾਈਡੈਂਸ ਦੇਣੀ ਆ, ਜਾਂ ਅਸੀਂ ਜਿਹੜਾ ਇੱਕ ਉਹਨੂੰ ਤਿਆਰ ਕਰਨਾ, ਉਹ ਇਹ ਨੈਤਿਕਤਾ ਇਹਦੇ ਵਿੱਚ ਇੱਕ ਤਰ੍ਹਾਂ ਦੀ ਅਸੀਂ ਉਹਨੂੰ ਤਿਆਰ ਕਰਨਾ ਵੀ ਇੱਥੇ ਵਿਚਰਨਾ ਕਿਵੇਂ ਆ ਜੀ। ਈਵਨ ਕਿ ਛੋਟੀਆਂ ਗੱਲਾਂ, ਤੁਸੀਂ ਕਿਚਨ ਕਿਵੇਂ ਯੂਜ਼ ਕਰਨੀ ਆ, ਤੁਸੀਂ ਵਾਸ਼ਰੂਮ ਕਿਵੇਂ ਯੂਜ਼ ਕਰਨਾ, ਠੀਕ ਹੈ ਜੀ, ਉਹਦੇ ਵਿੱਚ ਰਹਿਣਾ ਕਿਵੇਂ ਆ, ਤੁਸੀਂ ਸਾਊਂਡ ਕਿੰਨਾ ਕੁ ਰੱਖਣਾ ਦੇ ਮਿਊਜ਼ਿਕ ਦਾ, ਜਾਂ ਤੁਸੀਂ ਖੱਪ ਖਾਣਾ, ਜਾਂ ਤੁਹਾਡੀ ਪਾਰਟੀ ਦਾ ਕਰਨ ਦਾ ਤਰੀਕਾ ਕਿਹੜਾ ਹੋਣਾ ਚਾਹੀਦਾ। ਕਿਉਂਕਿ ਮੈਂ ਹੁਣ ਸਪੋਜ਼ ਕਰ ਲਾਂ ਕਿ ਹੁਣ ਮੇਰੀ ਬੇਸਮੈਂਟ ਦੇ ਵਿੱਚ ਕੋਈ ਆਊਗਾ ਜਾਂ ਇਹਨਾਂ ਕੋਲੇ ਆਊ, ਤਾਂ ਇਹਨਾਂ ਦਾ ਫਰਜ਼ ਬਣਦਾ ਜੀ, ਉਹ ਬਈ ਤੂੰ ਕਿੰਨੇ ਦਿਨ ਹੋ ਗਏ ਤੈਨੂੰ ਆਏ ਨੂੰ? ਜੀ ਮੈਂ ਹਲੇ ਪਰਸੋਂ ਹੀ ਫਲੈਟ 'ਚ ਉਤਰਿਆ, ਠੀਕ ਹੈ ਜੀ, ਓਕੇ ਬਿੱਲਿਆ, ਫਿਰ ਐਂ ਕਰੋ ਆਪਾਂ ਪਹਿਲਾਂ ਦੋ ਚਾਰ ਗੱਲਾਂ ਕਰ ਲਈਏ। ਇਹ ਹਰੇਕ ਓਨਰ ਦਾ ਜਾਂ ਹਰੇਕ ਸਾਡੇ ਰਿਸ਼ਤੇਦਾਰ ਦਾ ਉਹਦਾ ਫਰਜ਼ ਬਣਦਾ ਕਿ ਉਹਨੂੰ ਲੈ ਕੇ ਬੈਠੇ, ਉਹਨੂੰ ਇਹ ਸਾਰੀਆਂ ਚੀਜ਼ਾਂ ਬਾਰੇ ਜਾਣੂ ਕਰਾਵੇ, ਕਿਉਂਕਿ ਉਹਨਾਂ ਨੂੰ ਨਹੀਂ ਪਤਾ। ਬਿਲਕੁਲ ਠੀਕ ਹੈ। ਉਹ ਜਿਹੜਾ ਕੁਝ ਉੱਥੇ ਮੀਡੀਆ ਦੇ ਵਿੱਚ ਕੈਨੇਡਾ ਨੂੰ ਦੇਖਦੇ ਨੇ, ਇੱਥੇ ਆ ਕੇ ਕੁਝ ਹੋਰ ਆ, ਠੀਕ ਹੈ ਜੀ। ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਉਹਨੂੰ ਉਹ ਸਾਰੀ ਤਿਆਰੀ ਕਰਾਵਾਂ ਵੀ ਇੱਥੇ ਵਿਚਰਨਾ ਕਿਵੇਂ ਆ, ਇੱਥੇ ਲੋਕਾਂ ਨਾਲ ਗੱਲ ਕਿਵੇਂ ਕਰਨੀ ਆ, ਇੱਥੇ ਤੁਸੀਂ ਰਹਿਣਾ ਕਿਵੇਂ ਆ, ਇੱਥੇ ਤੁਸੀਂ ਕਿਚਨ ਕਿੱਦਾਂ ਯੂਜ਼ ਕਰਨੀ ਆ, ਇੱਥੇ ਤੁਸੀਂ ਆਪਦਾ ਬੈੱਡਰੂਮ ਕਿੱਦਾਂ ਯੂਜ਼ ਕਰਨਾ, ਉਹਦੀ ਕਲੀਨ ਅਪ ਕਿੱਦਾਂ ਕਰਨੀ ਆ। ਮੈਨੂੰ ਲੱਗਦਾ ਕਿ ਇਹ ਇੱਕ ਸਾਡਾ ਫਰਜ਼ ਬਣਦਾ, ਪਹਿਲਾਂ ਉਹਨੂੰ ਨੈਤਿਕਤਾ ਦੇਣ ਦਾ, ਅੱਗੇ ਸਮਝਣਾ ਨਾ ਸਮਝਣਾ ਉਹ ਉਹਦੀ ਜ਼ਿੰਮੇਵਾਰੀ ਆ, ਪਰ ਪਹਿਲਾਂ ਅਸੀਂ ਆਪਦਾ ਫਰਜ਼ ਪੂਰਾ ਕਰੀਏ। ਮੈਨੂੰ ਲੱਗਦਾ ਬਹੁਤ ਸਾਰੇ ਇਹੋ ਜਿਹੇ ਪੇਰੈਂਟਸ ਹੈਗੇ ਜਿਨ੍ਹਾਂ ਨੇ, ਜਾਂ ਜਿਹੜੇ ਓਨਰ ਨੇ ਬੇਸਮੈਂਟਾਂ ਜਿਨ੍ਹਾਂ ਦੇ ਰਹਿੰਦੇ, ਉਹਨਾਂ ਨੇ ਇਹੋ ਜਿਹਾ ਕੁਝ ਕੀਤਾ, ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਉਹਨਾਂ ਨੂੰ ਇੱਕ ਚਾਨਣਾ ਪਾਇਆ, ਰੋਸ਼ਨੀ ਪਈ, ਆਹ ਚੀਜ਼ਾਂ ਨਹੀਂ, ਐਦਾਂ ਨਹੀਂ, ਇਹ ਐਦਾਂ ਨਹੀਂ, ਐਦਾਂ ਹੁੰਦਾ। ਉਹ ਸਮਝੇ ਵੀ, ਔਰ ਉਹਨਾਂ ਨੇ ਕਿਹਾ ਵੀ ਕਿ ਨਹੀਂ ਜੀ, ਇਹਨਾਂ ਨੇ ਸਾਨੂੰ ਲਿਸਨ ਕੀਤਾ, ਔਰ ਸਾਡਾ ਹੁਣ ਤੱਕ ਸਾਥ ਵੀ ਦਿੰਦੇ ਨੇ। ਔਰ ਹੁਣ ਜੇ ਮੈਂ ਕਹੂੰਗਾ ਜੀ ਮੈਂ ਆ ਕੇ ਉਹਨਾਂ ਨੂੰ ਸਮਝਾਉਣੇ ਕੁਛ ਨਹੀਂ, ਮੈਂ ਉਹਨਾਂ ਨੂੰ ਜਾ ਕੇ ਟੌਰਚਰ ਕਰੀ ਜਾਊਂਗਾ, ਤੂੰ ਐਦਾਂ ਨਹੀਂ, ਤੂੰ ਐਦਾਂ ਨਹੀਂ, ਤੂੰ ਨਹੀਂ, ਐਦਾਂ ਨਹੀਂ ਹੁੰਦਾ, ਰਾਈਟ। ਪਹਿਲਾਂ ਤਾਂ ਤੁਸੀਂ ਆਪਦਾ ਫਰਜ਼ ਪੂਰਾ ਕਰੋ, ਕਿਉਂਕਿ ਉਹ ਨਵਾਂ ਆਇਆ। ਬਿਲਕੁਲ। ਕਿਉਂਕਿ ਜਦੋਂ ਮੈਂ ਨਵਾਂ ਆਇਆ ਸੀ, ਮੇਰੇ ਸਰਕਲ ਨੇ, ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਬਹੁਤ ਬੈਠ ਕੇ ਗੱਲਾਂ ਸਮਝਾਈਆਂ, ਨਹੀਂ ਐਦਾਂ ਨਹੀਂ ਐਂ ਕਰਨਾ, ਕਿਸੇ ਦੇ ਘਰੇ ਜਾ ਕੇ ਐਦਾਂ ਕਰਨਾ, ਜਦੋਂ ਤੁਸੀਂ ਕੰਮ ਤੇ ਕਰਨਾ ਉੱਥੇ ਐਦਾਂ ਕੰਮ ਕਰਨਾ। ਮਤਲਬ ਇਹ ਸਾਰੀਆਂ ਚੀਜ਼ਾਂ, ਇਹ ਬੇਸਿਕ ਗੱਲਾਂ ਨੇ, ਠੀਕ ਹੈ। ਹੁਣ ਜੇ ਅਸੀਂ ਇਹਨਾਂ ਦੀ ਨੌਲੇਜ ਹੀ ਨਹੀਂ ਦੇਵਾਂਗੇ ਤੇ ਫਿਰ ਅਸੀਂ ਉਹਨੂੰ ਆਪ ਹੀ ਮਾੜਾ ਕਹੀ ਜਾਵਾਂਗੇ। ਨੋ ਡਾਊਟ ਸਟੂਡੈਂਟ ਸੁਣ ਕੇ ਵੀ ਨਹੀਂ ਸਮਝਦੇ, ਬਿਲਕੁਲ। ਬਾਕੀ ਇਹ ਹੁਣ ਉਹਦੇ ਵਿੱਚ ਆਪਾਂ ਕੱਲਾ ਸਟੂਡੈਂਟਾਂ ਨੂੰ ਨਾ ਕੋਸੀਏ, ਜਿਹੜੇ ਪੁਰਾਣੇ ਆਏ ਲੋਕ ਆ ਉਹਨਾਂ 'ਚ ਵੀ ਗੁਣ ਔਗਣ ਹੈਗੇ ਨੇ। ਹੁਣ ਕੱਲਾ ਆਪਾਂ ਉਹਨਾਂ ਨੂੰ ਹਾਈਲਾਈਟ ਨਾ ਕਰੀਏ ਕਿ ਇਹ ਸਟੂਡੈਂਟ ਐਦਾਂ ਜੀ, ਸਟੂਡੈਂਟ ਐਦਾਂ ਜੀ, ਸਟੂਡੈਂਟ ਆਪ ਵੀ ਤਾਂ ਸੁਪਨਾ ਕਈ ਇਹੋ ਜਿਹੇ ਨੇ। ਮੈਂ ਇਹਦੇ ਵਿੱਚ ਇੱਕ ਹੋਰ ਗੱਲ ਐਡ ਇਹ ਕਰਨਾ ਚਾਹੂੰਗੀ ਕਿ ਹਰ ਕਮਿਊਨਿਟੀ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਜੀ, ਬਿਲਕੁਲ। ਸੋ ਚੰਗੇ ਵੀ ਹੁੰਦੇ ਆ, ਮਾੜੇ ਵੀ ਹੁੰਦੇ ਆ, ਪਰ ਆਪਣਾ ਫਰਜ਼ ਬਣਦਾ ਹੈ ਜਿਹੜੇ ਪੋਜ਼ਿਟਿਵ ਹੈਗੀਆਂ ਚੀਜ਼ਾਂ ਉਹਨਾਂ ਨੂੰ ਉਭਾਰ ਕੇ ਉੱਪਰ ਲੈ ਕੇ ਆਉਣ ਨੂੰ, ਆਪਣੇ ਸਮਾਜ ਨੂੰ ਸਹੀ ਰੱਖਣ ਨੂੰ, ਸਹੀ ਸੇਧ ਦੇਣ ਨੂੰ, ਉਹਦੀ ਤਰਫ ਤੇ ਇੱਕ ਸਟੈਪ ਆ ਇਹ। ਜੀ ਬਿਲਕੁਲ। ਸੋ ਵਧੀਆ ਜੇ ਇਹ ਉਪਰਾਲਾ ਤੁਸੀਂ ਕਰ ਹੀ ਰਹੇ ਹੋ ਤਾਂ ਅਮਰਜੀਤ ਜੀ, ਇੱਕ ਹੋਰ ਬਹੁਤ ਇੱਕ ਮੇਰਾ ਇਹਦੇ ਨਾਲ ਰਿਲੇਟਡ ਤੁਹਾਨੂੰ ਵੀ ਸਵਾਲ ਹੈ ਕਿ ਇੱਕ ਕਿਸੇ ਦੀ ਵੀ ਜ਼ਿੰਮੇਵਾਰੀ ਚੱਕਣਾ, ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਰਿਸਪੌਂਸਿਬਿਲਿਟੀ ਨੂੰ ਨਿਭਾਉਣਾ। ਮੰਨ ਲਓ ਤੁਸੀਂ ਹੈਲਪ ਕਰ ਰਹੇ ਹੋ ਇਮੀਗ੍ਰੇਸ਼ਨ ਦੇ ਤੌਰ ਦੇ ਉੱਤੇ, ਤੁਸੀਂ ਜਿੰਨੀ ਹੈਲਪ ਕਰ ਸਕਦੇ ਸੀ ਤੁਸੀਂ ਉਹ ਕਰ ਦਿੱਤੀ, ਤੁਸੀਂ ਜੋ ਕਰ ਸਕਦੇ ਸੀਗੇ ਉਹ ਸਟੂਡੈਂਟ ਲਈ ਉਹ ਸਭ ਕੁਝ ਕੀਤਾ, ਰਾਈਟ। ਸੋ ਇਦਾਂ ਦੇ ਦੌਰ ਦੇ ਵਿੱਚ ਇੱਕ ਹੋਏ ਹੁੰਦਾ ਵੀ ਜ਼ਿੰਮੇਵਾਰੀ ਇਸ ਬੰਦੇ ਨੇ ਚੱਕੀ। ਤੁਸੀਂ ਜਿੱਦਾਂ ਦੱਸਿਆ ਵੀ ਤੁਹਾਡੇ ਬਹੁਤ ਸਾਰੇ ਦੋਸਤ ਕਹਿੰਦੇ ਨੇ, ਵਲੰਟੀਅਰਸ ਕਹਿੰਦੇ ਨੇ ਵੀ ਕੋਈ ਨਹੀਂ, ਇਹ ਸਟੂਡੈਂਟ ਸਾਡੇ ਘਰ ਰਖਵਾ ਦਿਓ ਤੁਸੀਂ, ਕੋਈ ਨਹੀਂ ਅਸੀਂ ਰੱਖ ਲਾਂਗੇ, ਹੈ ਨਾ, ਜੇ ਉਹਨੂੰ ਜ਼ਰੂਰਤ ਹੈ ਤਾਂ। ਪਰ ਇਹ ਰਿਸਪੌਂਸਿਬਿਲਿਟੀ ਐਡੀ ਵੱਡੀ, ਇਸ ਤਰੀਕੇ ਨਾਲ ਰਹਿਣਾ ਵੀ ਬਹੁਤ, ਮਤਲਬ ਕਹਿ ਸਕਦੇ ਹਾਂ ਰਿਸਕ ਵੀ ਹੁੰਦਾ ਹੈ। ਤੇ ਸਪੈਸ਼ਲੀ ਜਦੋਂ ਅਸੀਂ ਦੇਖਦੇ ਹਾਂ ਕਿ ਕਿਸੇ ਮੰਨ ਲਓ ਕੋਈ ਖੁਦਾ ਨਾ ਖਾਸਤਾ ਕੋਈ ਕ੍ਰਾਈਮ ਦੇ ਵਿੱਚ ਕੋਈ ਸ਼ਖਸ ਫਸ ਗਿਆ ਜਾਂ ਆ ਗਿਆ, ਜਾਂ ਸਟੂਡੈਂਟ ਦਾ ਕੋਈ ਇਦਾਂ ਦਾ ਹੋ ਗਿਆ, ਔਰ ਉਹ ਸਟੂਡੈਂਟ ਦੀ ਸਾਰੀ ਸਰਵਿਸਿਜ਼ ਜਿਹੜੀ ਆ ਤੁਹਾਡੇ ਵੱਲੋਂ ਪ੍ਰੋਵਾਈਡ ਕਰਵਾਈ ਗਈ ਸੀ, ਹੈ ਨਾ, ਤੁਸੀਂ ਹੈਲਪ ਕੀਤੀ, ਫਿਰ ਇਹਦੇ ਵਾਸਤੇ ਤੁਹਾਡੀ ਕੀ ਆਪਣੀ ਤਿਆਰੀ ਹੈ ਤੇ ਕੀ ਕਰਦੇ ਹੋ? ਦੇਖੋ ਜੀ, ਇਹ ਤਾਂ ਸੇਮ ਉਹੀ ਇੱਕ ਗੱਲ ਦੇ ਦੋ ਪਹਿਲੂ ਹੋਣ ਵਾਲੀਆਂ ਗੱਲਾਂ। ਐਗਜ਼ੈਕਟਲੀ, ਮੈਂ ਇਸ ਲਈ ਤੁਹਾਨੂੰ ਇਹ ਸਵਾਲ ਕੀਤਾ। ਅਸੀਂ ਤਾਂ ਹੁਣ ਸਾਰਾ ਕੁਝ ਪੋਜ਼ਿਟਿਵ ਵੇ ਨਾਲ ਕਰਨਾ ਜੀ, ਠੀਕ ਹੈ ਜੀ। ਤੇ ਹੁਣ ਨੈਗੇਟਿਵ ਵੇ ਨਾਲ ਸਾਡੇ ਨਾਲ ਕੀ ਹੋਣਾ ਬਾਅਦ ਵਿੱਚ, ਤੇ ਉਹ ਰੱਬ ਜਾਣਦਾ, ਠੀਕ ਹੈ ਜੀ। ਉਹਦੇ ਲਈ ਤਾਂ ਹੁਣ ਅਸੀਂ ਤਿਆਰ ਤਾਂ ਹੈਗੇ ਹੀ ਆ, ਕਿਉਂਕਿ ਨੈਚੁਰਲੀ ਜਦੋਂ ਤੁਸੀਂ ਇਸ ਰਾਹ ਤੇ ਚੱਲੋਗੇ ਉੱਥੇ ਲੋਕ ਚੰਗੇ ਵੀ ਮਿਲਣੇ ਆ ਤੇ ਮਾੜੇ ਵੀ ਮਿਲਣੇ ਆ। ਬਹੁਤ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਫਾਇਦਾ ਵੀ ਹੋਣਾ ਤੇ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਵੀ ਹੋਣਾ, ਠੀਕ ਹੈ ਜੀ। ਤੇ ਹੁਣ ਜਦੋਂ ਇਹ ਇਸ ਰਾਹ ਤੇ ਉਤਰਿਆ ਜਿਗਰਾ ਕਰਕੇ ਕੁਝ ਚੰਗੇ ਕਰਨ ਲਈ, ਤੇ ਨੈਚੁਰਲੀ ਵੀ ਦੂਜੇ ਪਾਸੇ ਇੱਕ ਜਿਗਰਾ ਉਹ ਵੀ ਹੋਣਾ ਚਾਹੀਦਾ ਵੀ ਜਿਹੜੀਆਂ ਚੀਜ਼ਾਂ ਨੂੰ ਫੇਸ ਕਰਨਾ ਪਵੇ। ਕੋਈ ਨਹੀਂ ਜੀ, ਤਿਆਰ ਬੈਠੇ ਆ ਫਿਲਹਾਲ ਤਾਂ, ਹਾਲ ਦੀ ਘੜੀ। ਆਰਸੀਐਮਪੀ ਤੋਂ ਵੀ ਤੁਸੀਂ ਪ੍ਰੋਪਰ ਅਪਰੂਵਲ ਵਗੈਰਾ ਸਾਰੀ ਇਹਦੇ ਵਿੱਚ ਸਾਡੇ ਜਿਹੜੇ ਵਰਕਰ ਨੇ, ਇਹ ਉਹਨਾਂ ਦਾ ਰੈਕੋਰਡ, ਠੀਕ ਹੈ ਜੀ, ਸਾਡੀ ਸੰਸਥਾ ਦਾ ਰੈਕੋਰਡ ਆ, ਸਾਡੇ ਜਿਹੜੇ ਵਲੰਟੀਅਰ ਰਾਈਡ ਦੇਣਗੇ ਉਹਨਾਂ ਦਾ ਰੈਕੋਰਡ ਆ। ਜਿਨ੍ਹਾਂ ਨੇ ਰਾਈਡ ਲੈਣੀ ਹੁਣ ਉਹਨਾਂ ਦਾ ਰੈਕੋਰਡ ਸਾਡੇ ਕੋਲ ਹੈ ਨਹੀਂ,
ਠੀਕ ਹੈ ਬਿਲਕੁਲ, ਜੀ। okay। ਹੁਣ ਉਹ ਸਾਨੂੰ ਕਿਸ ਤਰੀਕੇ ਨਾਲ ਉਹ ਕਰਦੇ ਆ ਰਾਈਟ, ਜਾਂ ਕਿਸੇ ਕਿਹੜੀਆਂ ਗੱਲਾਂ ਸਾਡੇ ਨਾਲ ਉਹ ਜਾਂ ਕੁਝ ਨੈਗੇਟਿਵ ਕਰਦੇ ਆ, ਇਹ ਉਹਨਾਂ ਦੀ ਜ਼ਿੰਮੇਵਾਰੀ ਆ। ਓਕੇ, ਕਿਉਂਕਿ ਸਾਡਾ ਕੰਮ ਆ ਤਾਂ ਪੋਜ਼ਿਟਿਵ ਵੇ ਨਾਲ ਕੰਮ, ਚੰਗਾ ਕੰਮ ਕਰਨਾ, ਉਹਨਾਂ ਨੂੰ ਸੇਵਾਵਾਂ ਪ੍ਰੋਵਾਈਡ ਕਰਨੀਆਂ। ਅਗਰ ਉਹ ਮਿਸਯੂਜ਼ ਕਰਦਾ ਤਾਂ ਹੁਣ ਇਹ ਉਹਦੀ ਸਮੱਸਿਆ, ਜਾਂ ਉਹ ਸਾਡੇ ਤੇ ਕੋਈ ਐਲੀਗੇਸ਼ਨ ਲਾਉਣਾ ਚਾਹੁੰਦਾ, ਜਾਂ ਸਾਨੂੰ ਕੁਝ ਉਹ ਨਾ ਚਾਹੁੰਦੇ ਹੈ ਵੀ ਇਦਾਂ ਦੇ ਕੁਝ ਸਾਡੇ ਤੇ ਲੱਗਦੇ ਆ, ਬਿਲਕੁਲ। ਤਾਂ ਉਹ ਤਾਂ ਫਿਰ ਕਿਸੇ ਨੂੰ ਨਹੀਂ ਬਖਸ਼ਿਆ ਇਸ ਤਰ੍ਹਾਂ ਤੇ ਚੱਲਣ ਵਾਲੇ ਨੇ। ਜੀ ਜਸਵੀਰ, ਤੁਸੀਂ ਕੋਈ ਇਦਾਂ ਦੀ ਹੋਰ ਗੱਲ ਦੱਸਣਾ ਚਾਹੋਗੇ ਜਿਹੜੀ ਕਿ ਸਟੂਡੈਂਟਾਂ ਨੂੰ ਜਾਣਨੀ ਹੋਰ ਜ਼ਰੂਰੀ ਹੈ, ਜਿਹੜੀ ਕਿ ਆਪਾਂ ਡਿਸਕਸ ਨਾ ਕੀਤੀ ਹੋਵੇ? ਆਈ ਥਿੰਕ ਮੇਨ ਗੱਲ ਤਾਂ ਇਹੀ ਹੈਗੀ ਹੈ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਸ਼ਵਰਾ ਚਾਹੀਦਾ ਹੈ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ, ਜੌਬ ਇੰਟਰਵਿਊਜ਼ ਦੇ ਨਾਲ ਰਿਲੇਟਡ, EMPLOYER ਦੇ ਨਾਲ ਰਿਲੇਟਡ, ਉਹ ਸਾਡੇ ਨਾਲ ਇੱਥੇ ਕੰਟੈਕਟ ਕਰ ਸਕਦੇ ਆ। ਬਾਕੀ ਇਹਦੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ EMPLOYERS ਨੂੰ ਵੀ ਐਕਚੁਅਲੀ ਅਪੀਲ ਕਰਨਾ ਚਾਹੂੰਗੀ ਕਿ ਜਿਨ੍ਹਾਂ ਨੂੰ ਲੋੜ ਹੈਗੀ ਆ ਹੋਰ ਸਟੂਡੈਂਟ ਹਾਇਰ ਕਰਨ ਨੂੰ, ਜਿਨ੍ਹਾਂ ਕੋਲ 20 ਘੰਟੇ ਵਰਕਰਸ ਉਹ ਹਾਇਰ ਕਰ ਸਕਦੇ ਆ, ਸ਼ੋਰ ਇਹਨਾਂ ਨੂੰ ਕੰਟੈਕਟ ਕਰ ਸਕਦੇ ਆ ਤਾਂ ਕਿ ਆਪਾਂ ਇਸ ਨੂੰ ਅੱਗੇ ਤੋਰ ਸਕੀਏ। ਬਿਲਕੁਲ। ਅਮਰਜੀਤ ਜੀ, ਕੋਈ ਹੋਰ ਇਦਾਂ ਦੀ ਗੱਲ ਜਿਹੜੀ ਤੁਸੀਂ ਵੀ ਕਹਿਣਾ ਚਾਹੁੰਦੇ ਹੋ, ਔਰ ਪਲੀਜ਼ ਤੁਸੀਂ ਉਹ ਵੀ ਕਹਿ ਸਕਦੇ ਹੋ, ਕਿਉਂਕਿ ਆਪਾਂ ਕਾਫੀ ਦੇਰ ਮੇਰੇ ਖਿਆਲ ਸਟੂਡੈਂਟ ਤੇ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਆਪਾਂ ਤੁਸੀਂ ਹੋਰ ਵੀ ਮੈਨੂੰ ਹਾਂਜੀ ਦੱਸ ਸਕਦੇ ਹੋ ਜਿਹੜੇ ਲੋਕਾਂ ਦੀ ਇਹ ਜਿਹੜਾ ਆਪਾਂ ਰਾਈਡ ਦੀ ਸੇਵਾ ਹੈਗੀ ਆ, ਇਹ ਬਜ਼ੁਰਗਾਂ ਵਾਸਤੇ ਵੀ ਆ ਜੀ। ਇਹ ਉਹਨਾਂ ਬਜ਼ੁਰਗਾਂ ਵਾਸਤੇ ਆ ਜਿਹੜੇ ਬੇਸਮੈਂਟਾਂ ਦੇ ਵਿੱਚ ਇਕੱਲੇ ਰਹਿੰਦੇ ਨੇ, ਬਿਲਕੁਲ, ਜਿਨ੍ਹਾਂ ਦੇ ਇੱਥੇ ਧੀ ਪੁੱਤ ਨਹੀਂ ਹੈਗੇ, ਜਾਂ ਜਿਨ੍ਹਾਂ ਦੇ ਹੈਗੇ ਆ ਨਾ ਹੋਇਆ ਬਰਾਬਰ ਆ, ਹਾਂਜੀ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ। ਅਗਰ ਉਹਨਾਂ ਦੀ ਸਾਡਾ ਜਿਹੜਾ ਐਕਚੁਅਲ ਜਿਹੜਾ ਟਾਈਮ ਦਿੱਤਾ ਹੋਇਆ, ਅਸੀਂ ਡਿਸਾਈਡ ਕੀਤਾ ਵੀ ਇਸ ਸਮੇਂ ਦੇ ਵਿੱਚ ਅਸੀਂ ਸੇਵਾਵਾਂ ਪ੍ਰੋਵਾਈਡ ਕਰਨੀਆਂ, ਉਸ ਸਮੇਂ ਦੇ ਵਿੱਚ ਅਗਰ ਉਹਨਾਂ ਦੀ ਕੋਈ ਵੀ ਸਮੱਸਿਆ, ਜਾਂ ਕਿਤੇ ਉਹਨਾਂ ਨੇ ਡਾਕਟਰ ਦੇ ਜਾਣਾ, ਜਾਂ ਉਹਨਾਂ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ, ਜਾਂ ਉਹਨਾਂ ਨੇ ਗਰੋਸਰੀ ਕਰਨੀ ਆ, ਜਾਂ ਉਹਨਾਂ ਨੇ ਲਾਉਂਡਰੀ ਕਰਨ ਕਿਤੇ ਜਾਣਾ, ਉਹ ਵੀ ਸਾਨੂੰ ਬਜ਼ੁਰਗ ਵੀ ਕੰਟੈਕਟ ਕਰ ਸਕਦੇ ਨੇ ਕਿਸੇ ਵੀ ਟਾਈਮ, ਜਿਹੜਾ ਵੀ ਅਸੀਂ ਆਪਾਂ ਉਸ ਟਾਈਮ ਦੇ ਵਿੱਚੋਂ ਜਿਹੜਾ ਅਸੀਂ ਸੇਵਾ ਪ੍ਰੋਵਾਈਡ ਕਰਦੇ ਹਾਂ। ਤੇ ਕਿਉਂਕਿ ਬਹੁਤ ਬਜ਼ੁਰਗ ਇੱਥੇ ਮੈਂ ਦੇਖਿਆ ਜੀ, ਈਵਨ ਕਿ ਸਟੂਡੈਂਟਾਂ ਨਾਲੋਂ ਵੀ ਵੱਡੀਆਂ ਸਮੱਸਿਆਵਾਂ ਉਹਨਾਂ ਦੀਆਂ, ਠੀਕ ਹੈ ਜੀ, ਕਿਉਂਕਿ ਉਹ ਵਿਚਾਰੇ ਘਰੇ ਬੈਠੇ ਰਹਿੰਦੇ ਆ ਜੀ। ਉਹ ਵੀ ਬਹੁਤ ਬਜ਼ੁਰਗ ਇਹੋ ਜਿਹੇ ਡਿਪਰੈਸ਼ਨ ਦਾ ਸ਼ਿਕਾਰ ਹੈਗੇ ਆ, ਰਾਈਡ ਦੇਣ ਵਾਲਾ ਕੋਈ ਹੈ ਨਹੀਂ, ਧੀਆਂ ਪੁੱਤਾਂ ਕੋਲੇ ਟਾਈਮ ਹੈ ਨਹੀਂਗਾ, ਔਰ ਇੰਨੀ ਠੰਡ ਦੇ ਵਿੱਚ ਰਸਤਿਆਂ ਦਾ ਨਹੀਂ ਉਹਨਾਂ ਨੂੰ ਪਤਾ ਲੱਗਦਾ, ਰੋਡ ਕ੍ਰੋਸ ਕਰਨ ਦਾ ਨਹੀਂ ਪਤਾ, ਬੱਸਾਂ ਦਾ ਨਹੀਂ ਪਤਾ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਜੀ, ਮੈਂ ਥੋੜੇ ਦਿਨ ਪਹਿਲਾਂ ਇੱਕ ਬਜ਼ੁਰਗਾਂ ਨੂੰ ਰਾਈਡ ਦਿੱਤੀ, ਤੇ ਮੇਰੇ ਖਿਆਲ ਉਹ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਾਣਾ ਸੀ ਉਹਨਾਂ ਨੇ, ਉਹਨਾਂ ਦੀਆਂ ਦੁਆਵਾਂ ਗੁਰਦੁਆਰਾ ਸਾਹਿਬ ਤੱਕ ਜਾਂਦੇ ਹੋਏ ਉੱਥੋਂ ਬੈਠ ਕੇ ਤੇ ਵਾਪਸ ਤੱਕ ਉਹਨਾਂ ਦੀਆਂ ਦੁਆਵਾਂ ਨਹੀਂ ਮੁੱਕੀਆਂ ਜੀ। ਮਤਲਬ ਮੈਨੂੰ ਇਹ ਫੀਲ ਹੋਇਆ ਕਿ ਉਹਨੂੰ ਲੋੜ ਕਿੰਨੀ ਕੁ ਜ਼ਿਆਦਾ ਇਸ ਚੀਜ਼ ਦੀ। ਬਿਲਕੁਲ ਬਿਲਕੁਲ, ਠੀਕ ਹੈ ਨਾ। ਤੇ ਉਹ ਮੈਨੂੰ ਉਤਰਨ ਤੱਕ ਵੀ ਉਹ ਥੈਂਕ ਯੂ, ਜਿਉਂਦਾ ਵਸਦਾ ਰਹਿ, ਜਵਾਨੀਆਂ ਮਾਣ, ਤੇਰੀਆਂ ਸਾਰੀਆਂ ਲੋੜਾਂ ਪੂਰੀਆਂ, ਇੰਨੀਆਂ ਮੈਂ ਦੁਆਵਾਂ, ਮੈਨੂੰ ਐਂ ਲੱਗਦਾ ਕਿ ਮੇਰੀ ਝੋਲੀ ਭਰ ਗਈ ਸਾਰਾ ਕੁਝ, ਹਨਾ। ਉਹ ਕਈ ਵਾਰ ਮੈਂ ਉਹ ਜਦੋਂ ਅਸੀਂ ਫਰੈਂਡਲੀ ਸਰਕਲ ਦੇ ਵਿੱਚ ਗੱਲਾਂ ਕਰਦੇ ਸੀ, ਜਦੋਂ ਮੈਂ ਦੱਸਿਆ ਵੀ ਇਦਾਂ ਕਰਕੇ, ਉਹ ਕਹਿੰਦੇ ਇਹਦਾ ਫਾਇਦਾ ਕੀ ਆ, ਹਨਾ। ਤਾਂ ਮੈਂ ਕਿਹਾ ਵੀ ਇਹਦਾ ਜਿਉਂਦੇ ਜੀ ਕੋਈ ਫਾਇਦਾ ਨਹੀਂ ਹੈ। ਬਿਲਕੁਲ, ਠੀਕ ਹੈ ਨਾ, ਵੀ ਜੇ ਤੁਸੀਂ ਕਹੋਗੇ ਵੀ ਇਹਦਾ ਜਿਉਂਦੇ ਜੀ ਤੁਹਾਨੂੰ ਕੋਈ ਫਾਇਦਾ ਹੋ ਜਾਊਗਾ, ਹਾਂ ਐਲੀਗੇਸ਼ਨ ਜ਼ਰੂਰ ਲੱਗ ਸਕਦੇ ਆ, ਤੁਹਾਨੂੰ ਚੰਗਾ ਮਾੜਾ ਜ਼ਰੂਰ ਕੋਈ ਕਹਿ ਸਕਦਾ, ਪਰ ਇਹਦਾ ਮਿਲਣਾ ਕੁਝ ਨਹੀਂ ਹੈ ਕੁਝ ਵੀ। ਇਹ ਸਿਰਫ ਇੱਕ ਨਿਸ਼ਕਾਮ ਸੇਵਾ, ਇਹ ਇਹਨਾਂ ਵੱਲੋਂ ਵੀ, ਸਾਡੇ ਵਲੰਟੀਅਰ ਵੱਲੋਂ ਵੀ, ਮੇਰੇ ਵੱਲੋਂ ਵੀ, ਜਾਂ ਜਿਹੜੇ ਇਹਨਾਂ ਦੇ ਵਿੱਚ ਆਉਣ ਵਾਲੇ ਜਿਹੜੇ ਵਲੰਟੀਅਰ ਨੇ ਜਿਨ੍ਹਾਂ ਨੇ ਜੁੜਨਾ, ਤਾਂ ਇਹ ਨਿਸ਼ਕਾਮ ਭਾਵ ਲੈ ਕੇ ਆਉਣ। ਇਹਦਾ ਜਿਉਂਦੇ ਜੀ ਕੋਈ ਲਾਭ ਨਹੀਂ ਹੈ ਸਿਵਾਏ ਦੁਆਵਾਂ ਤੋਂ। ਓਕੇ, ਠੀਕ ਹੈ ਅਮਰਜੀਤ ਜੀ। ਇੱਕ ਚੀਜ਼ ਹੋਰ ਹੈ ਕਿ ਜਦੋਂ ਵੀ ਕੋਈ ਆਰਗੇਨਾਈਜੇਸ਼ਨ ਇਦਾਂ ਦਾ ਕੰਮ ਕਰਦੀ ਹੈ, ਚਾਹੇ ਕਿਸੇ ਦੀ ਸੇਵਾਵਾਂ ਲੋੜਵੰਦਾਂ ਦੀ ਮਦਦ ਕਰਨ ਦੇ ਲਈ ਕੋਈ ਵੀ ਉਹ ਉਪਰਾਲਾ ਕਰਦੀਆਂ ਨੇ, ਤਾਂ ਕਈ ਵਾਰੀ ਉਹ ਸੁਸਾਇਟੀਆਂ ਨੂੰ ਵੀ ਫੰਡਸ ਵਗੈਰਾ ਲੋਕਾਂ ਦੇ ਵੱਲੋਂ ਦਿੱਤੇ ਜਾਂਦੇ ਨੇ, ਜਾਂ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਤੁਹਾਡੀ ਸੁਸਾਇਟੀ ਦਾ ਕੁਝ ਇਦਾਂ ਦਾ ਹੈ? ਅਸੀਂ ਜੀ ਫੰਡ ਹਾਂ ਅਸੀਂ ਲੈਂਦੇ ਹਾਂ ਜੀ, ਠੀਕ ਹੈ। ਜਿਹੜਾ ਵੀ ਕੋਈ ਸਾਨੂੰ ਫੰਡ ਦੇਣਾ ਚਾਹੁੰਦਾ ਉਹ ਜ਼ਰੂਰ ਦੇਵੇ ਸਾਨੂੰ, ਕਿਉਂਕਿ ਲੋੜ ਹੈਗੀ ਆ। ਫਿਲਹਾਲ ਤਾਂ ਅਸੀਂ ਸਾਰੇ ਭੈਣ ਭਰਾ ਇੱਕ ਦੂਜੇ ਨਾਲ ਰਲ ਕੇ ਹੀ ਅਸੀਂ, ਜਾਂ ਕਹਿ ਲਓ ਕਿ ਆਪਸ ਵਿੱਚ ਹੀ ਫੰਡ ਇਕੱਠਾ ਕਰਕੇ ਇਹ ਸੰਸਥਾ ਚਲਾ ਰਹੇ ਹਾਂ, ਕਿਉਂਕਿ ਹੁਣ ਤੱਕ ਕਾਫੀ ਖਰਚਾ ਹੋ ਚੁੱਕਾ ਸਾਡੀਆਂ ਇੰਸ਼ੋਰੈਂਸਾਂ ਦਾ, ਗੱਡੀਆਂ ਦਾ, ਪੇਪਰ ਵਰਕ ਦਾ, ਤੇ ਹੁਣ ਤੱਕ ਅਸੀਂ ਸਾਰਾ ਇਹ ਕੋਲੋਂ ਕੀਤਾ। ਜਾਂ ਫੋਰ ਸ਼ੋਰ ਜਿਹੜਾ ਵੀ ਕੋਈ ਭੈਣ ਭਰਾ ਸਾਨੂੰ ਫੰਡ ਦੇਣਾ ਚਾਹੁੰਦਾ ਹੋਵੇ ਉਹ ਅਸੈਪਟੇਬਲ ਹੈਗਾ ਜੀ। ਓਕੇ, ਤੇ ਇਸ ਤੋਂ ਇਲਾਵਾ ਜਦੋਂ ਲੋਕਾਂ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੈ, ਸਪੈਸ਼ਲੀ ਤੁਹਾਡੇ ਨਾਲ ਵੀ ਤੇ ਅਮਰਜੀਤ ਜੀ ਤੁਹਾਡੇ ਨਾਲ ਵੀ, ਤਾਂ ਉਹ ਕਿਵੇਂ ਤੁਹਾਡੇ ਨਾਲ ਕੰਟੈਕਟ ਕਰਨ? ਕਿਹੜੀਆਂ ਮਤਲਬ ਤੁਹਾਡੀ ਪਲੇਟਫਾਰਮ ਇਦਾਂ ਦੇ ਉਹਨਾਂ ਵਾਸਤੇ ਅਵੇਲੇਬਲ ਨੇ ਜਿੱਥੇ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ? ਜੀ, ਉਹਦੇ ਲਈ ਜਿਵੇਂ ਸਭ ਤੋਂ ਪਹਿਲਾਂ ਆਪਣਾ ਫੇਸਬੁੱਕ ਪੇਜ ਹੈਗਾ ਜੀ, ਤੇਰੀ ਓਟ ਫ੍ਰੀ ਸਰਵਿਸਿਜ਼ ਦੇ ਨਾਂ ਤੇ ਇਹਦਾ ਪੇਜ ਵੀ ਹੈ, ਇਹਦਾ ਗਰੁੱਪ ਵੀ ਬਣਿਆ ਹੋਇਆ। ਗਰੁੱਪ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਾਂ ਜਿਹੜੇ ਨੀਡੀ ਲੋਕ ਨੇ ਜੁੜੇ ਹੋਏ ਨੇ ਆਪਦੀਆਂ ਸੇਵਾਵਾਂ ਲੈਣ ਦੇ ਪ੍ਰਤੀ, ਉਹ ਇਸ ਪੇਜ ਨਾਲ ਜੁੜ ਸਕਦੇ ਨੇ ਜੀ। ਇਸ ਤੋਂ ਇਲਾਵਾ ਸਾਡਾ WhatsApp ਨੰਬਰ ਵੀ ਹੈ, ਕਾਲ ਨੰਬਰ ਵੀ ਹੈਗਾ ਜਿਹੜਾ 604 388 7770 6043887770। ਇਹਦੇ ਨਾਲ ਉਹ ਚਾਹੇ WhatsApp ਦੇ ਥਰੂ, ਚਾਹੇ ਉਹ ਟੈਕਸਟ ਮੈਸੇਜ ਦੇ ਥਰੂ, ਚਾਹੇ ਕਾਲ ਦੇ ਥਰੂ ਆਪਣੇ ਨਾਲ ਜੁੜ ਸਕਦੇ ਨੇ ਜੀ। ਹਾਂਜੀ, ਬਾਕੀ ਆ ਜਿਹੜਾ ਜਸਵੀਰ ਤੁਸੀਂ ਵੀ ਪਲੀਜ਼ ਦੱਸ ਦਿਓ, ਜੇ ਤੁਹਾਡੇ ਨਾਲ ਜਿਹਨੇ ਸ਼ਖਸ ਨੇ ਜੁੜਨਾ ਜਾਂ ਕੰਟੈਕਟ ਕਰਨਾ, ਤਾਂ ਉਹ ਵੀ ਸੇਮ ਪਲੇਟਫਾਰਮ ਦੇ ਉੱਤੇ ਸੇਮ ਹੀ, ਕਿਉਂਕਿ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ। ਸੋ ਇੱਕ ਨੰਬਰ ਹੋਣਾ ਚਾਹੀਦਾ ਹੈ ਐਂਡ ਇੱਕੋ ਹੀ ਪੇਜ ਹੈਗਾ ਸਾਡਾ, ਸੋ ਉਹਦੇ ਥਰੂ ਜਦੋਂ ਕੰਟੈਕਟ ਕਰਨਗੇ ਉਹ ਆਪਣੇ ਆਪ ਮੇਰੇ ਕੋਲ ਪਹੁੰਚ ਜਾਣਾ। ਓਕੇ ਜੀ, ਠੀਕ ਹੈ। ਸੋ ਅਖੀਰ ਦੇ ਵਿੱਚ ਕੀ ਤੁਸੀਂ ਕਹਿਣਾ ਚਾਹੋਗੇ ਜਲਦੀ ਆਪਣੀ ਗੱਲ? ਇਹਦੇ ਵਿੱਚ ਮੈਂ ਬਸ ਆਹੀ ਜ਼ਿਕਰ, ਕਿਉਂਕਿ ਇਹ ਸਾਡੇ
ਸਾਡੇ ਸਾਰੇ ਵਲੰਟੀਅਰ ਅਲੱਗ-ਅਲੱਗ ਸੇਵਾਵਾਂ ਜਿਵੇਂ ਇਮੀਗ੍ਰੇਸ਼ਨ ਨਾਲ ਜਿਹੜੇ ਬਾਕੀ ਕੰਪਿਊਟਰਾਈਜ਼ ਜਿਹੜਾ ਕਿਸੇ ਨੇ ਰੈਜ਼ੂਮੇ ਬਣਾਉਣੇ ਆ, ਉਹ ਸਾਰਾ ਕੰਮ ਹੈ ਇਹ ਇਸੇ ਪਲੇਟਫਾਰਮ ਦੇ ਥਰੀ ਹੁੰਦਾ, ਕਿਉਂਕਿ ਅਸੀਂ ਡਿਵਾਈਡ ਕੀਤੀਆਂ ਹੋਈਆਂ ਸਾਰੀਆਂ ਸੇਵਾਵਾਂ। ਅਖੀਰ ਦੇ ਵਿੱਚ ਮੇਰਾ ਸਾਰਾ ਇੱਥੇ ਆਪਣੀ ਜਿਹੜੀ ਕਮਿਊਨਿਟੀ ਆ, ਮੇਰਾ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਆ ਕਿ ਪਲੀਜ਼ ਇਹ ਬਹੁਤ ਛੋਟੀ ਸੰਸਥਾ, ਕਿਉਂਕਿ ਤੁਸੀਂ ਹੋਰ ਵੀ ਇਹਨੂੰ ਵੱਡਾ ਕਰ ਸਕਦੇ ਹੋ, ਇਸ ਨਾਲ ਜੁੜ ਕੇ ਹੋਰ ਲੋਕਾਂ ਦੀਆਂ ਸੇਵਾ ਕਰ ਸਕਦੇ ਹੋ, ਬਜ਼ੁਰਗਾਂ ਦੀਆਂ, ਵਿਦਿਆਰਥੀਆਂ ਦੀਆਂ, ਜਿੰਨਾ ਜਾਂ ਜਿਹੜੇ ਲੋੜਵੰਦ ਲੋਕ ਨੇ ਸਾਡੇ ਜ਼ਰੀਏ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ। ਈਵਨ ਕਿ ਜ਼ਰੂਰੀ ਨਹੀਂ ਹੈ ਕਿ ਇਹਦੇ ਨਾਲ ਜੁੜਨ ਦੀ ਲੋੜ ਆ, ਤੁਸੀਂ ਆਪਦੇ ਘਰੇ ਬੈਠੇ ਹੀ ਜਾਂ ਆਪਦੇ ਆਲੇ ਦੁਆਲੇ ਹੀ ਤੁਸੀਂ ਦੇਖ ਲਓ, ਬਜ਼ੁਰਗਾਂ ਨੂੰ ਤੁਸੀਂ ਰਾਈਡ ਦੇ ਸਕਦੇ ਹੋ, ਵਿਦਿਆਰਥੀਆਂ ਦੀ ਹੈਲਪ ਕਰ ਸਕਦੇ ਹੋ, ਉਹਨਾਂ ਨੂੰ ਕੰਮ ਤੇ ਰਖਵਾ ਕੇ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਹੈਲਪ ਕਰਕੇ। ਮੇਰੀ ਆਪਣੀ ਆਹ ਕਮਿਊਨਿਟੀ ਨੂੰ ਇਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਸਵੀਰ, ਤੁਸੀਂ ਕੁਝ ਕਹਿਣਾ ਚਾਹੋਗੇ? ਮੈਂ ਤੁਹਾਡਾ ਸਭ ਤੋਂ ਵੱਧ ਧੰਨਵਾਦ ਕਰਨਾ ਚਾਹੁੰਦੀ ਹਾਂ ਐਂਡ ਤੇ ਆ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਐਂਡ ਸਾਨੂੰ ਇੱਥੇ ਸਾਰਾ ਦੱਸਣ ਦਾ। ਥੈਂਕ ਯੂ ਜੀ, ਥੈਂਕ ਯੂ ਜੀ, ਐਂਡ ਥੈਂਕ ਯੂ ਅਮਰਜੀਤ ਜੀ, ਥੈਂਕ ਯੂ ਜਸਵੀਰ ਕੌਰ ਜੀ, ਤੁਸੀਂ ਸ਼ੋਅ ਦੇ ਵਿੱਚ ਜੁੜੇ, ਬਹੁਤ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਹੋਈ ਔਰ ਬਹੁਤ ਹੀ ਵਧੀਆ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਔਰ ਵਾਕਈ ਰੱਬ ਤੁਹਾਡਾ ਇਹ ਕੰਮ ਜਿਹੜਾ ਬਹੁਤ ਜ਼ਿਆਦਾ ਵਧਾਵੇ। ਅਸੀਂ ਵੀ ਚੈਨਲ ਪੰਜਾਬੀ ਦੀ ਟੀਮ ਵੀ ਤੁਹਾਨੂੰ ਇਹੀ ਸ਼ੁਭਕਾਮਨਾਵਾਂ ਦਿੰਦੀ ਹੈ। ਥੈਂਕ ਯੂ ਜੀ। ਸੋ ਸਾਡੇ ਦਰਸ਼ਕਾਂ ਨੇ ਇਸ ਇੰਟਰਵਿਊ ਨੂੰ ਦੇਖਿਆ ਔਰ ਜਿਨ੍ਹਾਂ ਨੂੰ ਵੀ ਹੁਣ ਲੋੜ ਹੈ, ਜਿਹੜੇ ਵਾਕਈ ਇਮੀਗ੍ਰੇਸ਼ਨ ਰਿਗਾਰਡਿੰਗ ਜਿਨ੍ਹਾਂ ਨੂੰ ਲੋੜ ਹੈ ਜਾਂ ਰਾਈਡ ਦੀ ਲੋੜ ਹੈ, ਗਰੋਸਰੀ ਕਰਨ ਜਾਣੀ ਹੈ, ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਬਟ ਉਹ ਕਿਤੇ ਜਾ ਨਹੀਂ ਪਾ ਰਹੇ, ਤਾਂ ਤੁਸੀਂ ਪਲੀਜ਼ ਇੰਟਰਵਿਊ ਦੇ ਹੇਠਾਂ ਵੀ ਇਹ ਨੰਬਰ ਆ ਰਿਹਾ ਇਹਨਾਂ ਦੀ ਸੁਸਾਇਟੀ ਦਾ, ਤੇ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਆਪਣੀ ਜ਼ਰੂਰਤ ਜਿਹੜੀ ਹੈ ਉਹ ਪੂਰੀ ਕਰ ਸਕਦੇ ਹੋ ਜੀ। ਤੇ ਤੁਸੀਂ ਸਾਰੇ ਵੀ ਕੋਸ਼ਿਸ਼ ਕਰਿਆ ਕਰੋ ਇਦਾਂ ਦੇ ਚੰਗੇ ਕੰਮ ਜਿਹੜੇ ਹੈ ਉਹ ਜ਼ਰੂਰ ਕਰੋ, ਕਿਉਂਕਿ ਇਦਾਂ ਦੇ ਚੰਗੇ ਕੰਮਾਂ ਦਾ ਕਹਿੰਦਾ ਕਿਸੇ ਦੀ ਸੇਵਾ ਕਰਨ ਦਾ ਮੇਵਾ ਜ਼ਰੂਰ ਮਿਲਦਾ ਹੁੰਦਾ। ਸੋ ਇਹੀ ਸੋਚ ਕੇ ਬਸ ਕਰ ਲਿਆ ਕਰੋ। ਸੋ ਮੈਨੂੰ ਇਜਾਜ਼ਤ ਦਿਓ ਜੀ, ਫਿਰ ਤੋਂ ਜੁੜਾਂਗੇ ਆਪਾਂ ਸੋਮਵਾਰ ਨੂੰ ਮਿਲਾਂਗੇ। ਹੁਣ ਤਾਂ ਵੀਕਐਂਡ ਹੈ, ਵੀਕਐਂਡ ਇੰਜੋਏ ਕਰੋ। ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।